अक्सर इस शब्द की जिहड़ी बनतर है गुजरी राग विच महला पंजवां दा शब्द है। गुरु ग्रंथ साहिब दे 496 अंक ते सुशोभित है। गुजरी राग दा महला पंजवां दा 4 पदे दा शब्द है। चौथा शब्द है। टोटल हुण तक इत्थे 5 शब्द उन्हां दे आए ने गुजरी राग विच। इस शब्द दी टूक मात्र बाणी दी बनतर है। ਅਸੀਂ सब जानते हाँ कि शब्द दे विच जिहड़ा मेन समझण वाला पॉइंट हुंदा है वो पिवटल पॉइंट हुंदा है जिहदे ते स्ट्रेस करदे हां वो हुंदा है रहाऊ दा। सियानप ताहू कामनात जो अनुरूपियो ठाकुर मेरे होए रही ओह बात रहाऊ। ये शब्द दा रहाऊ है। जिथे शब्द लैंड होया है आखिरी पंक्ति विच कहंदे हन कहो नानक गुर पूरा पेटिया परवान ग्रस्त उदास। परवान ग्रस्त उदास टॉपिक ਨੂੰ ਜਦੋਂ ਅਸੀਂ ਸਮਝਦੇ ਹਾਂ ਤਾਂ ਅਸੀਂ ਇਹ ਮੰਨਦੇ ਹਾਂ ਕਿ ਅਸੀਂ ਗ੍ਰਸਤੀ ਜੀਵਨ ਪ੍ਰਵਾਨ ਕਰਦੇ ਹਾਂ। ਗੁਰਮਤਿ ਅਨੁਸਾਰ ਆਨੰਦ ਕਾਰਜ ਕਰਕੇ ਅਸੀਂ ਗ੍ਰਸਤੀ ਜੀਵਨ ਵਿੱਚ ਰਹਿੰਦੇ ਹਾਂ। ਪਰ ਜਦੋਂ ਅਸੀਂ ਗੁਰਬਾਣੀ ਚੋਂ ਪੜ੍ਹਦੇ ਹਾਂ ਔਰ ਉਸ ਗੁਰਬਾਣੀ ਜਦੋਂ ਤੱਕ ਸਾਨੂੰ ਪ੍ਰਾਪਤ ਹੋਈ ਹੈ ਉਸ ਤੋਂ ਪਹਿਲਾਂ ਦਾ ਹਾਲ ਜਦੋਂ ਦੇਖਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਇਹ ਜਿਹੜਾ ਸਰੀਰ ਹੈ ਇਸ ਬੋਡੀ ਦੀ ਬਹੁਤ ਨਿੰਦਾ ਕੀਤੀ ਗਈ। ਇਸ ਨੂੰ ਮਾਇਆ ਕਿਹਾ ਗਿਆ। ਫਿਰ ਇਸ ਬੋਡੀ ਦੇ ਕਾਰਨ ਗ੍ਰਸਤ ਜੀਵਨ ਨੂੰ ਤਿਆਗਿਆ ਅਤੇ ਰਿਨਾਉਂਸ ਕਰਕੇ ਫੱਕੜ ਬਣ ਕੇ ਜੰਗਲਾਂ ਵਿੱਚ ਚਲੇ ਜਾਣ ਨੂੰ ਧਰਮ ਸਮਝ ਲਿਆ ਔਰ ਸੋਚ ਲਿਆ ਕਿ ਅਸੀਂ ਇਸ ਤਰ੍ਹਾਂ ਵਿਕਾਰਾਂ ਤੋਂ ਛੁੱਟ ਜਾਾਂਗੇ, ਮੁਕਤ ਹੋ ਜਾਾਂਗੇ, हमेशा दी सुखी हो जाएंगे और सानू सदीवी खेड़ा प्राप्त हो जाएगा क्योंकि गृहस्थी शायद सानू खेड़ा खुशी ना मिल सके। दिन रात काफी प्रॉब्लम्स होंदियां ने। ये विचारधारा सी। पर गुरु साहब कहंदे हन ग्रह तज बन खंड जाइए चुन खाइए कंदा अज हूं विकार ना छोड़े पापी मन मंदा। घर बार छोड़ के चले भी गए, फूल पत्ते भी खा ले, लेकिन फिर भी विकारा ने साथ नहीं छोड़िया। ਇਹਦਾ ਮਤਲਬ ਗੁਰਮਤ ਸਾਨੂੰ ਸਿਖਾਉਂਦੀ ਹੈ ਹਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਾਉਂਦਿਆਂ ਵਿੱਚ ਹੋਵੇ ਮੁਕਤ। ਹੁਣ ਸਾਨੂੰ ਇਸ ਗ੍ਰਸਤੀ ਜੀਵਨ ਵਿੱਚ ਜਦੋਂ ਅਸੀਂ ਦੇਖਦੇ ਹਾਂ ਤਾਂ ਮੇਰਾ ਜਿਹੜਾ ਬੋਡੀ ਹੈ ਇਸ ਬੋਡੀ ਦੇ ਅੰਦਰ ਵੀ ਇੱਕ ਗ੍ਰਸਤ ਮਾਣਨ ਆਇਆ ਹੈ ਮੇਰਾ ਮਨ। ਬਿਕੋਜ਼ ਦਾ ਮਨ ਇਜ਼ ਕਿੰਗ ਆਫ ਦਿਸ ਬੋਡੀ। ਉਹਨੂੰ ਮਨ ਰਾਜਾ ਮਨ ਸੁਲਤਾਨ ਕਹਿੰਦੇ ਨੇ। ਇਹ ਜਿਹੜਾ ਮਨ ਰਾਜਾ ਹੈ ਨਾ ਇਹਨੂੰ ਵਿਕਾਰ ਵੀ ਸਤਾਉਂਦੇ ਨੇ। ਇਹ ਇਸ ਬੋਡੀ ਵਿੱਚ ਵੀ ਹੈ ਪਰ ਇਸ ਬੋਡੀ ਦਾ ਗ੍ਰਸਤ ਮਾਰਨਾ ਚਾਹੁੰਦਾ ਹੈ ਔਰ ਫਿਰ ਵੀ ਇਸ ਨੂੰ ਪਲ ਪਲ ਜੰਮ ਦੀ ਮਾਰ ਪੈਂਦੀ ਹੈ। ਇਹ ਔਗਣਾ ਤੋਂ ਮੁਕਤ ਵੀ ਨਹੀਂ ਹੋ ਪਾਉਂਦਾ। ਇਹਨੂੰ ਡਰ ਵੀ ਲੱਗਦਾ ਹੈ ਤੇ ਇਹਦੇ ਕਾਰਨ ਅਸੀਂ ਜਿਹੜੇ ਕਰਮ ਕਾਂਡ ਕਰਦੇ ਰਹਿੰਦੇ ਹਾਂ ਉਹ ਕਰਮ ਕਾਂਡ ਕਰਕੇ ਸਾਨੂੰ ਕੋਈ ਭਰਮ ਹੁੰਦਾ ਹੈ ਕਿ ਮੈਂ ਸੁਖੀ ਹੋ ਗਿਆ, ਮੈਂ ਖੁਸ਼ ਹੋ ਗਿਆ, ਮੇਰੀ ਮੁਕਤੀ ਹੋ ਗਈ ਹੈ। ਪਰ ਨਾ ਸਾਨੂੰ ਸੁਖ ਮਿਲਦਾ ਹੈ ਨਾ ਸਾਨੂੰ ਖੁਸ਼ੀ ਮਿਲਦੀ ਹੈ ਨਾ ਅਸੀਂ ਆਪਣੇ ਵਿਕਾਰਾਂ ਤੋਂ ਮੁਕਤ ਹੁੰਦੇ ਹਾਂ ਕਿਉਂਕਿ ਅਸੀਂ ਆਪਣੇ ਬੋਡੀ ਕੌਨਸ਼ੀਅਸ ਲੈਵਲ ਤੱਕ ਰਹਿੰਦੇ ਹਾਂ। ਇਸ ਬੋਡੀ ਕੌਨਸ਼ੀਅਸ ਲੈਵਲ ਤੱਕ ਰਹਿਣ ਤੱਕ ਜਦੋਂ ਮੇਰਾ ਮਨ ਆਪਣੇ ਸਾਰੇ ਅੰਗਾਂ ਤੋਂ ਸਵਾਦਾਂ ਦੇ ਚਸਕਿਆਂ 'ਚ ਰਹਿੰਦਾ ਤਾਂ ਉਸਨੂੰ ਕਹਿੰਦੇ ਨੇ ਤ੍ਰਿਸ਼ਨਾ। ਤ੍ਰਿਸ਼ਨਾ ਤੋਂ ਕਿਵੇਂ ਮੁਕਤ ਹੋਈ ਹੈ? ਗੁਰੂ ਸਾਹਿਬ ਕਹਿੰਦੇ ਨੇ ਬਿਨਾਂ ਸੰਤੋਖ ਨਹੀਂ ਕੋ ਰਾਜਾ। ਤੈਨੂੰ ਸੰਤੋਖ ਚਾਹੀਦਾ ਹੈ ਤਾਂ ਸੰਤੋਖ ਵਾਸਤੇ ਤੈਨੂੰ ਨਿਖੇੜਾ ਕਰਨਾ ਪਏਗਾ। ਸੰਤੋਖ ਜਾਂ ਤ੍ਰਿਸ਼ਨਾ ਦੋਵਾਂ ਚੋਂ ਕੋਈ ਇੱਕ ਚੀਜ਼ ਚੂਜ਼ ਕਰਨੀ ਪਏਗੀ। ਚੋਇਸ ਇਜ਼ ਯੋਰਸ। ਉਹਦੇ ਵਾਸਤੇ ਵਿਵੇਕ ਬੁੱਧੀ ਚਾਹੀਦੀ ਹੈ। ਸੋ ਵਿਵੇਕ ਬੁੱਧੀ ਔਰ ਸੰਤੋਖ ਦੇ ਨਾਲ ਖੇੜਾ ਵੀ ਪ੍ਰਾਪਤ ਹੁੰਦਾ ਹੈ, ਵਿਕਾਰਾਂ ਤੋਂ ਮੁਕਤ ਵੀ ਹੁੰਦੇ ਆ ਔਰ ਇਟਰਨਲ ਵੀ ਹੋ ਜਾਂਦੇ ਆ। ਪਲ ਪਲ ਮਰਨ ਦਾ ਡਰ ਵੀ ਨਹੀਂ ਰਹਿੰਦਾ। ਸੋ ਜਿਹੜਾ ਇਸ ਜੀਵਨ ਵਿੱਚ ਗ੍ਰਸਤ ਚ ਰਹਿ ਕੇ ਪ੍ਰਵਾਨ ਹੋਣ ਦਾ ਮੇਰੇ ਇਸ ਸਰੀਰ ਅੰਦਰ ਹੀ ਕਿਵੇਂ ਪ੍ਰਵਾਨ ਹੋਇਆ ਜਾਂਦਾ? ਗੁਰੂ ਸਾਹਿਬ ਕਹਿੰਦੇ ਨੇ ਇਹ ਸਰੀਰਾ ਮੇਰਾ ਇਸ ਜਗ ਮੈਂ ਆਇ ਕਹਿ ਕਿਆ ਤੂੰ ਕਰਮ ਕਮਾਇਆ। ਉੱਥੇ ਸਰੀਰ ਨੂੰ ਮਤਲਬ ਮੇਰੇ ਮਨ ਨੂੰ ਪੁੱਛਦੇ ਨੇ ਕਿ ਕਰਮ ਕਮਾਇਆ ਤੂੰ ਸਰੀਰਾ ਜਾ ਤੂੰ ਜਗ ਮੈਂ ਆਇਆ ਜੀ ਨਾਲ ਤੇਰਾ ਰਚਨ ਬਚਿਆ ਸੋ ਹਰ ਮਨ ਨਾ ਵਸਾਇਆ। ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ। ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ। ਇਹਦਾ ਮਤਲਬ ਪ੍ਰਵਾਨ ਹੋਣ ਵਾਸਤੇ
मनु गृहस्थी च रह के परवान नहीं होना है, ते इहदा मतलब मनु घर बार छोड़ के जंगल चले जान नाल, रिनाउंसिंग नाल, सेलिबेसी नाल रह के मुकत अवस्था नहीं प्राप्त होएगी। मनु मेरे विकारां वल्लों मुकत होना है, विकारां वल्लों विराग लेना है, विकारां वल्लों मनु उदासीन होना चाहिए है। ਉਹਨੂੰ आखिरी पंक्ति च किया है, परवान ग्रस्त उदास। ਉਹ ਜਿਹੜੇ जंगल ही चले जाते सी, अपने आप ਨੂੰ ਵਿਰਾਗੀ ਕਹਿੰਦੇ ਸੀ। ਦੁਨਿਆਵੀ ਚੀਜ਼ਾਂ और इस्त्री और मकान, सोना पैसा सब ਨੂੰ त्याग के जाके, और बॉडी नाल हट जो करके बॉडी ਨੂੰ तपांदे दुखी करते सन। गुरु साहब कहते मन की भुख उतारनी है, मन की भुख। सनकादिक नारी गुण सेखा तिन भी तन में मन नहीं पीखा। मन की गल करो, मन की भुख उतारनी है। और मन की भुख उतारन वास्ते तेनू चाहिए साचे नाम की लागे भूख। तेनू चाहिए साचा नाम मेरा आधारो, साच नाम आधार मेरा। जिन भुखा सब गवाइया, भुखा चलिया जान, मेरी तृष्णा मुक गई, मैं संतोखी हो गया, मैनू खेड़ा आ गया। इस करके कहते ने कर शांत सुख मन आए वसिया, जिन इच्छा सब पुजाइया। नाउ नो डिजायर्स, नो तृष्णा, नो दुखी, खेड़ा सदीवी, पल पल मरण का डर खत्म, और एक्सपेक्टेशंस खत्म हो गई। हुण अज दे शब्द दे रहाऊ नूं जदों असीं इहदे अंदर डवैल करदे हां, तां रहाऊ नूं लैण तो पहला इस शब्द दीयां 2-3 टर्म्स समझनियां बड़ियां जरूरी ने। शब्द विच पहला पद आंदा मता करे पच्छम के ताई। पच्छम लफज बिलोंग्स टू हनेरा, जिथे सूरज नहीं है। भावें बाली सृष्टि विच सूरज सब जगह है, लेकिन पच्छम प्रतीक है हनेरे का, पच्छम प्रतीक है कालख का, पच्छम प्रतीक है अज्ञानता का, पच्छम प्रतीक है परम का। अज्ञानता परम विच काले लेख लिखण वाले जिहड़े ख्याल तू मते पकाना है। ते पूरब, पूरब किहदा प्रतीक है? पूरब है प्रकाश का प्रतीक, जिथों सूरज चढ़दा है। पूरब प्रतीक दी जिहड़ी गल है ना, ओहदे नाल तैनू सुमत प्राप्त हो सकदी है। तू पूरब दा प्रकाश विजन लै सकदा है, ओहदे नाल तू सुखी खुश हो सकदा है, सदीवी खुश हो सकदा है। पर तू पूरब नू इग्नोर करता है, ज्ञान नू, प्रकाश नू, सच नू, विजडम नू लैण नू इग्नोर करता है। जदों असीं सच नू इग्नोर करदे हां ना, कबीर साहब पूछते ने, कबीर टाला टोला दिन गया ब्याज बढ़त तो जाए, नार भजियो ना खत फटियो काल पहुंचियो। तू टालदा रहिंदा है, इग्नोर करदा रहिंदा है। इग्नोर करना सच नू, टालना सच नू, पिठ करना सच नू निंदा कहलांदा है। तू पूरब दी निंदा करदा है। तेरे अंदर रब जी वसते ने, तू उन्हां दा सुनिया इनर वॉइस इज गॉड्स वॉइस नू इग्नोर करता है। हुण मतांत तेरे हाथ है, फैसला तेरे हाथ है कि तू पैराडिम शिफ्ट करनी है। तू अपना फेर के अगे रखिए मुंह फेरना है। तू पैराडिम शिफ्ट करके तू दृढ़ता दे नाल चाहना है कि मनु स्टेबिलिटी वाला जीवन मिले, या तेरा मन कबू जीड़ा ऊप चढ़ता है, कबू जाए प्याले, लोभी जीड़ा थिर ना रहता है, चारे कुंडा पाले। ये जिहड़ा शब्द अज दा शब्द असी समझ रहे हैं ना, इस शब्द दे बारे मनु ये समझ आ रहा है कि साडी ना टास्क बन गई। मता करे पच्छम के ताई तो लैके रहाऊ नू समझण वास्ते टास्क ये बन गई, जिन्हों असी डॉक्टरी लैंग्वेज कह सकते हैं डायग्नोस। डायग्नोस की होया, मैं शरीरक स्वादा तक खचत हाँ, मेरा मन इस तन दे विच गृहस्थी माणन आया, पर तृष्णालु हो गया है। इस शरीर दे स्वादा दे चस्कियां तो ऊपर उठना विराग और उदासी कहलांदा है गृहस्थ विच रह के। कबीर साहब कहते ने राम रतन तब पाई है जो पहले तजा शरीर। तेनू निज कर दी मत दा रतन पदार्थ प्राप्त हो सकता है जे तू अपने शरीर दे 3.5 हाथ तेरी सीमा दी लिमिट सोच दे अपने इस तन दे स्वादा तो ऊपर उठे, तां तैनू अपना दुख डायग्नोस करना आ जाएगा। फरीद जी कहते ने मैं जानिया, मैनू पता लग गया, मैं जानिया दुख मुझको, आई फाउंड मैनू दुख क्यों है। कहते ने मैं जानिया दुख मुझको, दुख सबाए जग,
ਉੱਚਾ ਚੜ ਕੇ ਦੇਖਿਆ। ਮੀਨਸ ਮੈਂ ਆਪਣੇ ਵੈਸਟਿਡ ਇੰਟਰਸਟ ਦੇ, ਆਪਣੇ ਮਨ ਦੇ ਮੰਦੇ ਖਿਆਲਾਂ ਦੇ ਵਾਇਸਿਸ ਨੂੰ ਪਸੰਦ ਕਰਨ ਵਾਲੇ ਖਿਆਲਾਂ ਤੋਂ ਉੱਪਰ ਉੱਠ ਕੇ ਦੇਖਿਆ, ਉੱਚਾ ਚੜ ਕੇ ਦੇਖਿਆ ਤਾਂ ਘਰ ਘਰ ਇਹ ਅੱਗ, ਮੇਰੇ ਇੱਕ ਇੱਕ ਅੰਗ ਅੰਗ ਵਿੱਚ ਅੱਗ ਲੱਗੀ ਹੋਈ ਸੀ, ਉਹਦੇ ਕਾਰਨ ਮੈਂ ਦੁਖੀ ਸੀ। ਇਹਦਾ ਮਤਲਬ ਮੈਨੂੰ ਸਮਝ ਆਇਆ ਕਿ ਮੈਂ ਦੁਖੀ ਜੇ ਹੁੰਦਾ ਹਾਂ, ਮੈਂ ਜਦੋਂ ਵੀ ਪ੍ਰਕਾਸ਼ ਨੂੰ, ਪੂਰਬ ਨੂੰ, ਸੱਚ ਨੂੰ, ਗਿਆਨ ਨੂੰ ਇਗਨੋਰ ਕਰਦਾ ਹਾਂ। ਇਹ ਸਾਰੀ ਜਿਹੜੀ ਬਾਹਰਲੀ ਸ੍ਰਿਸ਼ਟੀ ਹੈ, ਇਹਦੇ ਵਿੱਚ ਵੀ ਔਰ ਸਾਰੀ ਦੁਨੀਆ ਦੇ ਵਿੱਚ ਕੇਵਲ ਇੱਕੋ ਤੇ ਇੱਕੋ ਇੱਕ ਐਂਟੀਟੀ ਹੈ ਜੋ ਰੱਬੀ ਰਜ਼ਾ ਅਨੁਸਾਰ ਨਹੀਂ ਟੁਰਨਾ ਚਾਹੁੰਦੀ। That is my ਮਨ। ਮੇਰਾ ਮਨ ਰੱਬੀ ਰਜ਼ਾ ਅਨੁਸਾਰ ਨਹੀਂ ਟੁਰਨਾ ਚਾਹੁੰਦਾ। ਟਰੁਥ ਪ੍ਰੀਵੇਲਸ, ਉਹਨੂੰ ਕਹਿੰਦੇ ਨੇ ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਸੱਚ ਹਮੇਸ਼ਾ ਰਹੇਗਾ ਇਹ ਕਿ ਤੂੰ ਜਿਹਾ ਬੀਜੇ ਸੋ ਲੁਣਿਆ, ਤੇਰਾ ਕਰਮਾ ਸੰਦਲਾ ਖੇਤ ਵਾਲਾ ਹੋਏਗਾ, ਐਸ ਯੂ ਸੋ ਸੋ ਸ਼ੈਲ ਯੂ ਰੀਪ ਹੋਏਗਾ। ਜੇ ਤੂੰ ਹਨੇਰੇ ਵਾਲੇ, ਕਾਲਖ ਵਾਲੇ, ਪੱਛਮ ਵਾਲੇ ਖਿਆਲਾਂ ਦੇ ਮਤੇ ਇੱਥੇ ਪਕਾਉਂਦਾ ਰਹਿੰਦਾ ਹੈ ਨਾ, ਨੈਗੇਟਿਵ ਸੋਚ ਦੇ ਐਟੀਟਿਊਡ ਦੇ ਨਾਲ, ਵਿਕਾਰੀ ਖਿਆਲਾਂ ਦੇ ਨਾਲ, ਤਾਂ ਤੂੰ ਅਪਸੈਟ ਹੋਏਗਾ। ਤਾਂ ਤੇਰਾ ਕਬੂ ਜਿਹੜਾ ਉਪਚੜੇ ਤੇ ਕਬੂ ਜਾਏ ਪਿਆਲੇ ਵਾਲਾ ਰਹੇਗਾ। ਤੂੰ ਕਦੀ ਵੀ ਸੁਖੀ ਨਹੀਂ ਹੋ ਸਕੇਗਾ। ਖੇੜਾ ਕਦੇ ਵੀ ਨਹੀਂ ਆਏਗਾ ਨਾਨਕ ਭਗਤਾ ਸਦਾ ਵਿਗਾਸ ਵਾਲਾ। ਉਹਦੇ ਵਾਸਤੇ ਤੈਨੂੰ ਨਾਮੇ ਦੇਖ ਨਾਰਾਇਣ ਹੱਸਿਆ ਵਾਲਾ ਸੰਤੋਖ ਵਾਲੀ ਬਿਰਤੀ ਚਾਹੀਦੀ ਹੈ। ਦੈਟ ਮੀਨਸ ਤ੍ਰਿਸ਼ਨਾ ਦੇ ਬਦਲੇ ਸੰਤੋਖ ਚਾਹੀਦਾ ਹੈ, ਪਰ ਮਨ ਉਹ ਰਜ਼ਾਮੰਦਾ ਨਹੀਂ ਹੈ। ਜੇ ਠੀਕ ਹੋਣਾ ਚਾਹੁੰਦਾ ਹੈ ਤਾਂ ਤੈਨੂੰ ਗਿਆਨ ਲੈਣਾ ਪਏਗਾ। ਗਿਆਨ ਲੈਣ ਵਾਸਤੇ ਕਿੱਧਰ ਜਾਈਏ ਜੀ? ਹੁਣ ਡਾਕਟਰ ਸਾਹਿਬ ਅਸੀਂ ਇੱਕ ਸੈਮੀਨਾਰ ਕੀਤਾ ਸੀ, ਇਨਰ ਵੌਇਸ ਇਜ਼ ਗॉड्स ਵੌਇਸ। ਅੱਛਾ, ਇਨਰ ਵੌਇਸ ਸਾਰੇ ਅਸੀਂ ਮੰਨਦੇ ਆ ਕਿ ਰੱਬ ਸਾਡੇ ਅੰਦਰ ਵਸਦਾ ਹੈ। ਫਰੀਦ ਜੀ ਵੀ ਕਹਿੰਦੇ ਨੇ, ਫਰੀਦਾ ਜੰਗਲ ਜੰਗਲ ਕਿਆ ਭਾਵੇਂ ਮਣ ਕੰਡਾ ਮੋੜੇ, ਵਸੀ ਰੱਬ ਹਿਆਲੀ ਹੈ, ਜੰਗਲ ਕਿਆ ਢੂੰਡੇ। ਅੱਛਾ, ਅੰਦਰ ਰੱਬ ਵਸਦਾ ਹੈ ਤੇ ਰੱਬ ਦਾ ਸੁਣਿਆ ਸੁਣਨ ਵਾਸਤੇ ਮੇਰੇ ਮਨ ਨੂੰ ਆਪਣੀ ਸੁਰਤ ਅੰਦਰ ਕਰਨੀ ਪਏਗੀ, ਨਿਜਕਾਰ ਵੱਲ ਕਰਨੀ ਪਏਗੀ, ਨਿਜਕਾਰ ਦੇ ਗਿਆਨ ਵੱਲ ਕਰਨੀ ਪਏਗੀ, ਨਿਜਕਾਰ ਦੀ ਮੱਤ ਦਾ ਪ੍ਰਕਾਸ਼ ਲੈਣਾ ਪਏਗਾ। ਜੇ ਇਹ ਸਮਝ ਆ ਜਾਏ ਨਾ ਕਿ ਮੈਂ ਕਿਉਂ ਅਪਸੈਟ ਹਾਂ, ਇਹ ਫੀਲ ਕਰਨਾ, ਚਤਰਾਈ ਸਿਆਣਪਾਂ ਕਿਤੇ ਕੰਮ ਨਾ ਆਈਆਂ, ਤਾਂ ਫਿਰ ਅਸੀਂ ਕਾਲਖ ਔਰ ਹਨੇਰੇ ਤੋਂ ਛੁੱਟਾਂਗੇ। ਉਹਨੂੰ ਕਹਿੰਦੇ ਨੇ ਕਾਲੀ ਜਿੰਨੀ ਨਾ ਰਾਵਿਆ ਤੌਲੀ ਰਾਵੈ ਕੋਏ। ਜੋ ਸੱਚ ਦੇ ਸਫੇਦ ਨੂੰ ਮਾਣਦੇ ਨੇ ਨਾ, ਉਹ ਕਾਲਖ ਵਾਲੇ ਖਿਆਲਾਂ ਨੂੰ ਨਹੀਂ ਮਾਣਦੇ ਨੇ, ਔਰ ਉਹ ਵਿਰਲੇ ਹੋ ਜਾਂਦੇ ਨੇ। ਫਰੀਦਾ ਕਾਲੀ ਜਿੰਨੀ ਨਾ ਰਾਵਿਆ ਤੌਲੀ ਰਾਵੈ ਕੋਏ, ਉਹ ਕੋਏ ਵਿਰਲੇ ਐਕਸਕਲੂਸਿਵਲੀ ਸਪਿਰਚੁਅਲ ਹੋ ਜਾਂਦੇ ਨੇ। ਉਹਨਾਂ ਨੂੰ ਕੱਜਲ ਰੇਖ ਨਾ ਸਹਿੰਦਿਆਂ ਸੇ ਪੰਖੀ ਸੂਹੇ ਬੈਠ ਵਾਲੀ ਸੁਮਤ ਪ੍ਰਾਪਤ ਹੋ ਜਾਂਦੀ ਹੈ। ਉਹ ਕਾਲਖ ਦੇ ਖਿਆਲਾਂ ਤੋਂ ਛੁੱਟ ਜਾਂਦੇ ਨੇ, ਕਿਉਂਕਿ ਉਹਨਾਂ ਨੇ ਦਿਨ ਰਾਤ ਸੁਣਿਆ। ਫਰੀਦ ਜੀ ਕਹਿੰਦੇ ਨੇ ਮੱਤੀ ਦੇਂਦਿਆਂ ਜੋ ਸ਼ੈਤਾਨ ਵਜਾਇਆ ਸੇ ਕਿਤ ਫੇਰੇ ਚਿੱਤ, ਸੇ ਕਿਤ ਫੇਰੇ ਚਿੱਤ। ਉਹ ਫਿਰ ਕਾਲਖ ਵਾਲੇ ਪਾਸੇ, ਸ਼ੈਤਾਨ, ਮੰਦੇ ਖਿਆਲ, ਵਾਇਸਿਸ ਵਾਲੇ ਪਾਸੇ ਨਹੀਂ ਜਾਂਦੇ ਨੇ। ਜਿਨ੍ਹਾਂ ਨੂੰ ਰਿਅਲਾਈਜ਼ ਹੋ ਜਾਏ ਕਿ ਚਤਰਾਈ ਸਿਆਣਪਾਂ, ਕਰਮ ਕਾਂਡ, ਕਰਮ ਧਰਮ ਪਾਖੰਡ ਜੋ ਦਿਸੈ ਤਿਨ ਜਮ ਜਗਾਤੀ ਲੁੱਟੈ। ਮੈਂ ਕਿਹੜੀਆਂ ਸਿਆਣਪਾਂ, ਕਿਹੜੀਆਂ ਚਤਰਾਈਆਂ ਦੇ ਨਾਲ ਨਿਜ ਕਰਦੀ ਆਵਾਜ਼ ਨੂੰ ਅਵੋਇਡ ਕਰਦਾ, ਮੈਨੂੰ ਰੱਬੀ ਰਜ਼ਾ ਸਮਝ ਨਹੀਂ ਆਉਂਦੀ। ਇੱਥੋਂ ਸਮਝ ਆਇਆ ਰੱਬੀ ਰਜ਼ਾ ਦਾ ਮਤਲਬ ਅੰਦਰ ਰੱਬ ਜੀ ਵਸਦੇ ਨੇ, ਮੈਂ ਮਨ ਕਰਕੇ ਕੁੜਿਆਰ ਹਾਂ। ਡਾਕਟਰ ਸਾਹਿਬ ਅਸੀਂ 110 ਘੰਟਿਆਂ ਡਿਟੇਲ ਵਿੱਚ ਜਪਜੀ ਸਾਹਿਬ ਦੇ ਵਿਚਾਰ YouTube ਤੇ ਹਾਜ਼ਰ ਹੈ। ਉਹਦੇ ਸਮਝਿਆ ਕਿ ਸਵਾਲ ਹੈ ਕਿਵ ਸਚਿਆਰਾ ਹੋਈ ਹੈ, ਕਿਉਂ ਕੂੜਾ ਟੁੱਟੇ ਪਾਲ। ਪਹਿਲਾਂ ਰਿਅਲਾਈਜ਼ ਕੀਤਾ ਨਾ ਕਿ ਮੈਂ ਕੂੜ ਨਾਲ ਹਾਂ,
मैं सचियार नहीं हाँ, मैं कालख दे नाल रहिंदा हाँ, मैं अपसेट रहिंदा हाँ, मैं दुखी रहिंदा हाँ, मैं स्टेबल नहीं हाँ। जे ए फीलिंग आ गई ना कि मैं कुड़ियार तो सचियार बनना चाहता, तो जपजी साहब दी पहले सवाल नूं असी अपने ते महसूस करांगे, क्यों सचियार होई है, क्यों कूड़ा टुट्टे पाल। हुण गुरु साहब जवाब दिंदे ने, हुक्म रजाई चलना, हुण रजा दी गल कीती है, पर वो रजा की नानक लिखिया नाल, तेरे अंदर वो सच दा सुनिया तेरे नाल लिखिया होया है। अंदर दी आवाज नूं सुन, रब जी अंदर रहिंदे ने। गॉड दा गुरमति च कॉन्सैप्ट है, रब अंदर वसदा है, रब जिहड़ा सुनिया दिंदा है उन्नू तू इग्नोर ना कर, दुखी होएगा। गुरमत विच फिलॉसफी जिहड़ी समझाई गई है, वो समझाई गई है आइडियल लाइफ दी फिलॉसफी, स्पिरिचुअल लाइफ किवें जीवीदा है। सो कॉन्सैप्ट ऑफ गॉड है रब्बी गुणा नाल जीना, उस दे अनुसार जीण नूं रब्बी रजा, रब्बी पाने अनुसार, रब्बी हुक्म अनुसार जीना कहंदे ने। पर मन ने कर दित्ती पिठ पूरब वल और आप अपना मुंह पश्चिम वल कर रहा, उन्होंने हंकारी कहते हैं। हंकारियां निंदका पिठ दे, वो पिठ दे देंदे ने सच नूं, क्योंकि गर्भ जिना वड्याइयां तां जो बनागा खाली चले तनी सियो टिब्बे जियो मियां, वो हंकारे रहंदे ने, सच प्राप्त नहीं होंदा। तो डॉक्टर साहब मैं ना आज फिर इत्थे ना ए 2 पॉइंट लिख लिया है। ए मैं चाहांगा कि जे दलविंदर सिंह जी ए तुसी स्लाइड ही दिखा दियो तां। डॉक्टर साहब ये मैं लिख के लिया कि मन दा पाना और रब दा पाना की होता है। रब दा पाना मीन्स रब्बी रजा, रब दा पाना मीन्स रब्बी रजा। मेरे मन दा पाना मेरी रजा, मेरी मर्जी। रब दा पाना रब दा पैराडिम, मेरी मन की मत, मेरे मन की मत दा पैराडिम, मेरा पैराडिम। मैं सच नूं अवॉइड करदा तां मन दे पाने च की होंदा है, मन दे पाने नूं अज दे शब्द विच पच्छम कहंदे ने। राजा मन नूं फुरने फुरदे ने, दुखी रहंदा है, नेगेटिव फुरने आंदे ने, पॉजिटिव दा ध्यान नहीं करदा, पॉजिटिव नेगेटिव चो सिर्फ नेगेटिव नाल रहना पसंद करदा है, वाइसिस पसंद ने, बॉडी सारी अपसेट हो जाती है, मन मैला हो जाता है, नीच कर्म पसंद आते ने, नापाक हो जाता है, हनेरे च रहना चाहता है, दुखी रहता है, डरदा रहता है। इस मन को बसंत की लगे ना सोए, ਇਹਦੇ ਇੱਥੇ बसंत कदे चढ़ती नहीं है, ये खिड़िया हरिया बाग बन नहीं पाता है, ना खुश रहता है, तृष्णालु रहता है, कलयुग रथ अगन का वाली अग्नि सड़ता रहता है, ते कलयुगी अवस्था बन जाती है। अच्छा ये है पश्चिम वाली सोच। पश्चिम मीन्स हनेरे वाली, मन के पाने वाली। गुरु साहब कहते ने सो सिख सखा बंदप है भाई, जे गुर के पाने विच आवे आपने पाने, आपने पाने मीन्स मन की मत दे पाने, आपने पाने जो चल रहा भाई, सतगुर के पाने नहीं चलिया, आपने जो पाने जो चल भाई विछड़ चोटा खावे। एदा मतलब मेरे मन कहने, मन मेरे सतगुर के पाने चल, सतगुर के पाने नूं रब्बी रजा कहंदे ने। रब्बी रजा मीन्स गॉड लाइक क्वालिटीज नाल जीना। रब्बी रजा मीन्स स्पिरिचुअल लाइफ, आइडियल लाइफ दे फलसफे नूं मान के उसनूं रैलिश करके जीना। अच्छा जदों असीं रब्बी रजा अनुसार जींदे आ तां की हुंदा है, फुरने पॉजिटिव आंदे ने, निज घर दी मत नूं लैंदे हां, पूरब वल साडा मुख हो जांदा है। पूरब डज नॉट मीन बाहरलियां दिशावां, पूरब मतलब प्रकाश। नीच तो ऊंच हो जांदे हां, स्टेबिलिटी आ जांदी है, सुखी ते सदीवी खुश हो जांदे हां, संतोखी जीवन सतयुगी हो जाता है, सतयुग रथ संतोख का हो जाता है। वाइसिस तो उदास हो जाते हैं, इसे बॉडी ग्रस्त रह के वाइसिस तो उदास हो जाते हैं, जम फास तो छुट जाते हैं, क्योंकि बाणी कहती है नानक अवगुण जेतड़े तेते गली जंजीर। ਇਹ ਜਮ ਦੀ ਫਾਸ ਵੱਡਾ ਹੋਆ ਦੁਨੀਦਾਰ ਗੱਲ ਸੰਗਲ ਘੱਟ ਚਲਾਇਆ ਚੱਲਦਾ ਰਹਿੰਦਾ ਸਾਡਾ। ਅਵਗੁਣਾ ਨੂੰ ਜਮ ਕੀ ਫਾਸ ਕਹਿੰਦੇ ਨੇ, ਉਹਨਾਂ ਤੋਂ ਛੁੱਟ ਜਾਂਦਾ ਹੈ, ਸਦ ਬਸੰਤ ਹੋ ਜਾਂਦੀ ਹੈ, ਇਟਰਨਲ ਹੋ ਜਾਂਦਾ ਹੈ,
डर तो निरभव हो जाता है, फीयर कोई रहिंदा नहीं, पाक हो जाता है, आइडियल फिलॉसफी दे विजन नूं प्राप्त कर लैंदा है। ये मैं पॉइंट लिखिया कि व्हाट इज द डिफरेंस बिटवीन रब्बी रजा एंड मन दी रजा। डॉक्टर साहब इत्थे तक जिहड़ी मैं गल सांझ कीती है, ए मैं थोड़ी जी भूमिका और अपने टॉपिक दे जिहड़े मेन पॉइंट्स हैं उन्हां नूं सांझ करन वास्ते कीती है। जदों असी शब्द विच उतरांगे तां असी हुण रहाउ नूं लैके चलांगे। इत्थे तक डॉक्टर साहब मैं थोड़ा छेती बोलिया, पर क्योंकि मेरा टाइम टाइट है, टॉपिक बड़ा बारीक है। डॉक्टर साहब मेरी स्पीड ठीक है? बिल्कुल ठीक कह रहे हो जी, चली जाओ, बिल्कुल ठीक है, कोई झिझक तो बिना अपनी गल करी जाओ जी। थैंक यू। हाँ जी। तो हुण शब्द दा रहाउ आएगा। रहाउ च सियाणप काहू कामनात, इस चतराई सियाणप किसी काम नहीं आती, इहदे नाल स्टेबिलिटी नहीं मिलती। तैनार क्या पुराण सुन की ना, अनपावनी भगत नहीं उपजी। अनपावनी भगत हुंदा स्टेबिलिटी ते तैनूं आई नहीं, तू टिकदा ते है ही नहीं, डके डोले खांदा रहना। अनपावनी भगत नहीं उपजी, भूखे दान ना दीना। ओए अपने मन भुखे नूं सतगुर दी मत दा संतोख दा भोजन खवाना। विण तू धोर जे मंगना सिर दुखा कै दुख दी नाम संतोखिया। उतरे मन की भूख, मन दी भुख ना उतरी, कृष्णालू रवांगे, विकारी रवांगे, रिचुअल्स करते रहांगे, दुखी भी रवांगे, अनहैप्पी भी रहांगे, सियाणपा चतराइयां करते रहांगे। सियाणप काहू कामना जदों ये फील हो जाए ना, तब मनुख अपने अपसेट अपनी खुआरी तो छुटना चाहेगा। जिसनों महसूस हो जाए मैं बीमार हाँ, क्यों बीमार हाँ, वो डॉक्टर को जाएगा, वो मेरा वैद गुरु गोबिंदा को जाएगा कि मैं क्यों अपसेट हाँ, मैं क्यों दुखी हाँ, मैं क्यों इतना दिन रात फ्यूरियस, एजिटेटेड, क्रोधी, लस्टी क्यों हाँ, इतना लोभी ग्रीडी मैं क्यों हाँ, मेरे अंदर टॉलरेंस और सब्र क्यों नहीं है, साई मुझ में क्या खता है, मुखों ना बोला पीर, मनु समझ नहीं आती मेरा की हो गया। वो डॉक्टर को जाएगा, और जब वो डॉक्टर को जाएगा, डॉक्टर दी गल नूं सुनेगा, सुन के ओदे ते काम करना चाहेगा। जिहड़ी ਇਹ अवस्था है ना, इस अवस्था नूं पहली लां विच प्रवृत्ति कर्म कहंदे ने। चारों लावां नूं जे असीं अज देख लईए ना, तां साडे शब्द दा पूरा अलाइंड ओदे च मैसेज निकल के आएगा। प्रवृत्ति अपने मन नूं सिद्धे पासे पाण दी लगन, निज घर दी आवाज नूं सुनना, सतगुर पुरख नूं। दूजी लां, तीजी लां विच वैरागी, चौथी लां विच अंदर दा शौक प्रीतम प्राप्त, सहज आ गया और इटरनल हो गया, अविनाशी पुरख पाया। जे ए वाला खेड खेडण दा चाह है, तां फिर मन दृढ़ता नाल सच वाले पासे पैंदा है। ਉਹਨੂੰ ਕਹਿੰਦੇ ਨੇ ਜੋ ਅਨਰੂਪਿਓ ਠਾਕੁਰ ਮੇਰਾ ਹੈ। ਜਦੋਂ ਮਨ इस स्टेबल अवस्था वास्ते जो तो प्रेम खेलन का चाव सिर तली ते रख के आंदा है ना, इनू अनरूपियो कहते ने। दृढ़ता नाल इस सच दे पासे, अनरूपियो दा मतलब दा जे असी समझ लीए कि अपने आप नू बदलन वास्ते सच दी मत लैके उस पासे डिटरमिंड होके टुरना। भाई मैं दृढ़ता नाल पक्के इरादे नाल इस पासे टुरन नूं तैयार हां। जो अनरूपियो ठाकुर मेरा है, ये ठाकुर कौन है? स्टेबिलिटी वाली मत नूं लैके मेरा मन स्टेबल हो जाता है। जो अनरूपियो ठाकुर मेरा है, होए रही हो बात। भाई तू जो चाहना है, तू चाहना मैं स्टेबल हो जा, इट इज पॉसिबल। तू चाहना मैं स्पिरिचुअल हो जा, इट इज पॉसिबल। इसी करके कहते ने कबीर, जैदर आवत जात्यो हटके नाही कोई, सोदर कैसे छोड़िए जो दर ऐसा होए। तू निज घर अंदर जाना चाहता, तेनू कोई नहीं रोक सकता, जम भी नहीं रोक सकते ने, दुनिया का कोई मनुख और पावर नहीं रोक सकती है, क्योंकि तू निज घर महल दे अंदर जाना चाहता है।
दिस इज पॉसिबल। निज घर की आवाज नूं सुनना चाहता है, उस मार्ग ते टुरना चाहता है, ए रहाउ च कहंदे ने इट इज पॉसिबल। वरना जे नहीं और असी बगले बने रहिए, सच अंदर कोल वसदा है, बगले बने रहिए तां बास बढ़ाई बूढ़िया इउ मत डूबो कोए, चंदन कै निकटे बसे बास सुगंधा होए। ते बगले बने रहिए, दरियावे कन्ने बगला मेरा मन बैठा केल करे, अपनिया खेडा खेडदा रहिंदा, केल करेंदे हंज नूं अचिंते बाज पे अचिंत दी आवाज सुनाई दिती, क्योंकि हंस ने काम करना शुरू किया। बगला डिम हो गया, सप्रेस हो गया और हंस सुन गया। बाज पे तिस रब दे केला विसरियां, मन दे खेडा विसर गईयां, जो तक मन चितना चेते सन सो गाली रब किया। ये रब दियां बातां ने। जे कोई स्पिरिचुअलिटी दे मार्ग ते टुरना चाहता है, अपने निज घर अंदर जाना चाहता है, अपने निज घर महल पाओ सुख सहजे करना चाहता है, ओनू बाहरों कोई ताकत नहीं रोक सकती है, ओनू मंदे ख्याल भी नहीं रोक सकते ने, क्योंकि मंदे ख्यालों तो छुट्टन वास्ते ता वो सतगुर डॉक्टर दे कोल वैद कोल आया है, उन्हें इरादा ख्याल बना लिया है। सो ए साडा रहाउ है। सियानप काहू कामनाथ, जदों मैं रियलाइज करा, दुनिया का कोई भी मनुख मन करके रियलाइज करे कि चतराइयां सियाणपां दे नाल स्टेबिलिटी नहीं आती है, मन टिकदा नहीं है। अच्छा, मन किदे नाल टिकदा है? माई मैं धन पायो हर नाम मीनस निज करदा मत सुमत फलसफा सच दी फिलॉसफी। माई मैं धन पायो और नाम, मन मेरो तावन ते छूटियो, कर बैठो विश्राम, ता टिक सकदा है। जे गल रियलाइज हो जाती है ना, तां इस अवस्था विच मन ठाकुर बन जाता है, अपने उर नूं ठाक के रखण वाली एबिलिटी इनू प्राप्त हो जाती है। निज घर दी मत नूं लैके हर जन ऐसा चाहिए जैसा हर ही होए, ये हो जाता है। रियलाइज करता है, ये रियलाइज करता है पहला पता वो मैं केड़े ख्याल बनांदा सी, मता करे पश्चिम के ताई पूरब ही ले जात। मैं मंदे ख्याल बनांदा सी, उन्हां नाल दुखी रहंदा सी, पर हुण अनरूपियो ठाकुर मेरे दृढ़ता दे नाल इस पासे पिया तां पूरब ही ले जात। अल्टीमेटली सच दे नाल ही निबेड़ा होंदा है। मन मेरे भूले कपट ना कीजे, अंत निबेड़ा तेरे जी पै लीजै। अंदर वर्डिक्ट है सच दा, उथों पुछ कि मैनू किस तरह जीना है, उस रजा अनुसार जीविया कर। ओनू रब्बी रजा, रब्बी पाना, रब्बी हुक्म कहते ने, ओनू सतगुर तक पाना कहते ने, उस अनुसार जीविया करना। अल्टीमेटली ट्रुथ प्रिवेल्स, वो पूरब ही ले जात, वही हुंदा है। मन उस पासे मेहनत करता है तो फिर इनू एक सुमत प्राप्त होती है, एबिलिटी प्राप्त होती है। खिन मैं थाप थापन हारा आपन हाथ मतांत, ये हाथे फैसला है, ये फैसला लेंदा है मैं सच लेना है, पूरब प्रकाश ज्ञान सच लेना है, अंधकार वाला पश्चिम वाला मंदे ख्याल छोड़ने ने, मैं रब्बी रजा अनुसार प्रकाश वाला लेना है, ट्रुथ प्रिवेल्स वाला सुनिया लेना है। ता फिर खिन मैं थाप उथापन हारा, अपने अंदर दी सारी मंदे ख्यालों की सृष्टि नूं खत्म कर दिंदा, जिहदे नाल पहला अपसेट सी ना, जिन्हों कहंदे ने सगल सृष्टि को राजा दुखिया। अंदर दी सृष्टि दा राजा, बाहरली सृष्टि दा राजा रब जी दुखी नहीं ने, अंदर दी सृष्टि दा राजा मन दुखी सी, वो अपनी सारी अंदर दी सृष्टि नूं उथाप करदा है। उथाप दा मतलब हुंदा है कि ओनू नास खे कर दिंदा है और नवी सृष्टि अंदर दी कड़न दे लायक हो जाता है। सतगुर दी मत लैके ओनू बनाउण लायक, ओनू साजन लायक हो जाता है। जदों नवी बनाउण लग पैंदा है और बनाउण योग हो जाता है, ओनू कहंदे ने नवी सृष्टि साज के आपी ने आप साजियो। मेरे मन ने सतगुर दी मत लई, आपी ने आप साजियो, आपी ने रचियो ना हो। दुई कुदरत साजी है, सतगुर दी मत दा बल लिया कर आसन डिठो जाओ, मन इसनू माणदा है निज घर दे महल अंदर बैठ के। दाता करता आप तू तुस देवे कर पसवाओ, तू जानो ही सब से दिल है सचिंद कबाओ।
ਇਹ ਸਾਰਾ ਜਿਹੜਾ ਆਪੀਨੇ ਅਪਸਾਜਿਓ ਵਾਲੀ ਪੌੜੀ ਹੈ, ਔਰ ਅਸੀਂ ਉੱਥੇ ਜਪਜੀ ਚ ਪੜਦੇ ਆ, ਗਾਵੇ ਕੋ ਸਾਜ ਕਰੇ ਤਨ ਖੇ, ਮੰਦੇ ਖਿਆਲਾਂ ਨੂੰ ਉਥਾਪ ਕਰ ਦਿੰਦਾ ਅੰਦਰੋਂ ਔਰ ਚੰਗੇ ਖਿਆਲਾਂ ਨੂੰ। ਬਟ ਐਪੀਫਨੀ ਜਿਸਨੂੰ ਕਹਿੰਦਾ ਇੱਕਦਮ ਖਿੰਨ ਵਿੱਚ, ਖਿੰਨ ਮੈਂ ਥਾਪ ਉਥਾਪਨ ਹਾਰਾ ਆਪਨ ਹਾਥ ਮਤਾਂਤ। ਜਦੋਂ ਮਨ ਇਸ ਗੱਲ ਦਾ ਫੈਸਲਾ ਦ੍ਰਿੜਤਾ ਨਾਲ ਕਰ ਲੈਂਦਾ ਰਹਾਉ ਮੁਤਾਬਕ ਜੋ ਰੂਪਿਓ ਠਾਕੁਰ ਮੇਰਾ, ਔਰ ਉਸ ਚਤਰਾਈ ਸਿਆਣਪ ਨੂੰ ਛੱਡਦਾ ਹੈ, ਤਾਂ ਫਿਰ ਆਪਣੇ ਦੂਸਰੇ ਪੁਆਇੰਟ ਨੂੰ ਸਮਝਣ ਦਾ ਯਤਨ ਕਰਦਾ, ਜਿਹੜਾ ਕਿ ਪਦਾ ਦੂਜਾ ਕਿ ਮੈਂ ਆਪਣੇ ਮੰਦੇ ਖਿਆਲਾਂ ਨੂੰ ਕਮਾਉਂਦਾ ਹਾਂ। ਮੰਦੇ ਖਿਆਲਾਂ ਦੀ ਕਮਾਈ ਨੂੰ, ਮੰਦੇ ਖਿਆਲਾਂ ਦੇ ਸੁਭਾਅ ਦੀ ਕਮਾਈ ਨੂੰ ਕਾਚਾ ਧਨ ਕਹਿੰਦੇ ਨੇ। ਇਹ ਦੁਨਿਆਵੀ ਪੈਸੇ ਨੂੰ ਕਾਚਾ ਧਨ ਨਹੀਂ ਕਹਿੰਦੇ ਨੇ, ਦੁਨਿਆਵੀ ਪੈਸੇ ਨੂੰ ਮਾਇਆ ਨਹੀਂ ਕਹਿੰਦੇ ਨੇ। ਡਾਕਟਰ ਸਾਹਿਬ ਅਸੀਂ ਪਿੱਛੇ ਇੰਡੀਆ ਸੈਮੀਨਾਰ ਕੀਤਾ, ਜੈਸੀ ਅਗਰ ਉਧਰ ਮੈਂ ਤੈਸੀ ਬਾਹਰ ਮਾਇਆ, ਤਾਂ ਫਿਰ ਮੈਂ ਇੱਕ ਸ਼ਬਦ ਉਹਦੇ ਨਾਲ ਇੱਕ ਹੋਰ ਪ੍ਰੋਗਰਾਮ ਲਿਆ, ਮਾਇਆ ਧਾਰੀਆ ਤੰਨਾ ਬੋਲਾ। ਤਾਂ ਮਾਇਆ ਧਾਰੀ ਪੈਸੇ ਵਾਲਿਆਂ ਨੂੰ ਨਹੀਂ ਕਹਿੰਦੇ ਨੇ। ਜਦੋਂ ਮੇਰਾ ਮਨ ਨੈਗੇਟਿਵ ਖਿਆਲ ਇਕੱਠੇ ਕਰਦਾ ਨਾ, ਤਾਂ ਮੇਰੇ ਮਨ ਦੀ ਉਸ ਅਵਸਥਾ ਨੂੰ ਮਾਇਆ ਧਾਰੀ ਕਹਿੰਦੇ ਨੇ। ਮੰਦੇ ਖਿਆਲਾਂ, ਕਾਚਾ ਧਨ, ਨੈਗੇਟਿਵ ਐਟੀਟਿਊਡ, ਵਿਕਾਰੀ ਸੁਭਾਅ ਦੇ ਖਿਆਲਾਂ ਦੇ ਐਟੀਟਿਊਡ ਨੂੰ ਪਕਾਉਂਦੇ ਰਹਿਣਾ, ਉਹਦੇ ਨਾਲ ਮੋਹ ਕਰਦੇ ਰਹਿਣਾ, ਅਟੈਚਮੈਂਟ ਰੱਖਣਾ। ਸੋ ਕਾਚਾ ਧਨ ਦੇ ਨਾਲ ਦੇਸ਼ ਕਮਾਵਨ ਮੀਨਸ ਮੈਂ ਆਪਣੇ ਸਰੀਰ ਦੇ ਅੰਦਰ ਔਗਣੀ ਖਿਆਲਾਂ ਦਾ ਧਨ ਕਮਾਉਂਦਾ ਰਹਿੰਦਾ, ਬੀਚੇ ਨਿਕਸੇ ਸਾਸ। ਇਹਦੇ ਨਾਲ ਤੇ ਮੈਨੂੰ ਜੰਮ ਪਲ ਪਲ ਮਾਰਦਾ ਹੈ। ਨਾਨਕ ਔਗੁਣ ਜੇਤਲੇ ਤੇਤੀ ਗੱਲੀ ਜ਼ੰਜੀਰ, ਮੈਂ ਬਾਰੋਂ ਬਾਰੋਂ ਗੱਲਾਂ ਕਰਦਾ। ਗੁਰੂ ਸਾਹਿਬ ਕਹਿੰਦੇ ਨੇ ਗੱਲਾਂ ਉੱਪਰ ਤਪਾਵਸ ਨਾ ਹੋਈ, ਵਿਸ ਖਾਦੀ ਤਤਕਾਲ ਮਰ ਜਾਏ, ਜੰਮ ਸਾਹਮਣੇ ਖੜਾ ਹੈ, ਉਸੇ ਵੇਲੇ ਮਰਦਾ ਹਾਂ। ਤਾਂ ਇਸ ਕਰਕੇ ਮੈਂ ਫਿਰ ਜਦੋਂ ਵਿਜ਼ਡਮ ਲੈ ਕੇ ਪੱਛਮ ਵਾਲੇ ਖਿਆਲ ਛੱਡ ਕੇ ਪੂਰਬ ਵੱਲ ਸਨਮੁਖ ਹੋ ਕੇ ਸਤਿਗੁਰ ਦੀ ਮੱਤ ਲਈ, ਤਾਂ ਫਿਰ ਲਸ਼ਕਰ ਨੇਬ ਖਵਾਸ ਸਭ ਤਿਆਗੀ। ਲਸ਼ਕਰ ਹੁੰਦਾ ਜੰਮ ਵਾਲੇ ਮੰਦੇ ਖਿਆਲਾਂ ਦੀ ਫੌਜ ਇਕੱਠੀ ਕਰੀ ਰੱਖਣੀ ਅੰਦਰ। ਮੈਨੀ ਨੈਗੇਟਿਵ ਆਦਤਾਂ ਦਾ ਮਾਈਟ, ਨੇਬ ਹੁੰਦਾ ਉਹਨੂੰ ਸਪੋਰਟ ਕਰਨ ਵਾਲੇ ਖਿਆਲ, ਖਵਾਸ ਹੁੰਦਾ ਹੈ ਉਹਨਾਂ ਦੇ ਨਾਲ ਆਪਣੇ ਆਪ ਨੂੰ ਲੁਟਾਈ ਜਾਣਾ, ਆਪਣਾ ਜੀਵਨ ਚੱਲੇ ਜਵਾਰੀ ਦੋਏ ਹੱਥ ਝਾੜ ਵਾਲਾ, ਆਪਣੇ ਆਪ ਨੂੰ ਠਗਾਏ ਜਾਣਾ, ਆਪਣੇ ਆਪ ਨੂੰ ਠਗਾਣ ਵਾਲੀ ਜਿਹੜੀ ਮੱਤ ਹੈ ਉਸ ਨੂੰ ਫੋਲੋ ਕਰਦੇ ਜਾਣਾ, ਬਾਜੀਗਰੀ ਵਿੱਚ ਫਸ ਜਾਣਾ, ਮਨ ਹੋਰ ਮੁਖ ਹੋਰ ਵਿੱਚ ਫਸ ਜਾਣਾ, ਜੀਉ ਮੈਲੇ ਬਾਹਰੋਂ ਨਿਰਮਲ ਦੀ ਜੀਵਨੀ ਨਾਲ ਬੇਤਾਲਾ ਜੀਵਨ ਹੋ ਜਾਣਾ। ਲਸ਼ਕਰ ਨੇਬ ਖਵਾਸ ਸਭ ਤਿਆਗੀ, ਉਹ ਛੱਡ ਦਿੰਦਾ ਹੈ। ਜੰਮਪੁਰ ਮੀਨਸ ਜਿਹੜੇ ਮੰਦੇ ਖਿਆਲਾਂ ਦੀ ਸ੍ਰਿਸ਼ਟੀ ਕੰਟਰੀ ਕਲੋਨੀ ਚ ਰਹਿੰਦਾ ਸੀ ਨਾ, ਉਥੋਂ ਉੱਠ ਕੇ ਟੁਰ ਗਿਆ। ਜੰਮਪੁਰ ਊਠ ਸਿੱਧਾ ਟੁਰ ਪੈਂਦਾ ਹੈ। ਪਦਾ ਤੀਜਾ ਹੋਏ ਅਨੰਨ ਮਨ ਹਟ ਕੀ ਦ੍ਰਿੜਤਾ, ਆਪਸ ਕੋ ਜਾਨਾਤ। ਆਪਾ ਪਛਾਣਦਾ ਹੈ, ਉਹਨੂੰ ਪਤਾ ਲੱਗਿਆ ਮਨ ਤੂੰ ਜੋ ਸਰੂਪ ਹੈ, ਆਪਣਾ ਮੂਲ ਪਛਾਣ। ਜਦੋਂ ਅਪਸੈਟ ਸੀ ਨਾ, ਉਹਨੂੰ ਕਹਿੰਦੇ ਮਨ ਤੂੰ ਜੋ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗਮਾਨ। ਮੂਲ ਪਛਾਣਾ ਹੈ ਤਾਂ ਸੋ ਜਾਣਾ, ਮਰਨ ਜੀਵਨ ਕੀ ਸੋਚੀ ਹੋਈ, ਤੈਨੂੰ ਪਤਾ ਲੱਗ ਜਾਏਗਾ ਤੂੰ ਪਲ ਪਲ ਕਿਉਂ ਅਪਸੈਟ ਹੁੰਦਾ ਹੈ, ਕਿਉਂ ਮਰਦਾ ਹੈ। ਸੋ ਮਨ ਜਦੋਂ ਆਨੰਦ ਮਤਲਬ ਸਤਿਗੁਰ ਦੀ ਮੱਤ ਲੈ ਕੇ ਉਸ ਅਨੁਸਾਰ ਵਿਰਲਾ ਬਣਨ ਦੀ ਜਾਚ ਸਿੱਖਦਾ ਹੈ ਨਾ, ਪ੍ਰੇਮ ਖੇਲਣ ਦਾ ਚਾਅ ਉਹਨੂੰ ਪੈਦਾ ਹੁੰਦਾ, ਉਸ ਤੇ ਟੁਰਦਾ ਹੈ, ਦੈਨ ਪ੍ਰੇਮ ਖੇਲਣ ਦੇ ਮਾਰਗ ਤੇ ਮਨ ਹਟ ਕੀ ਦ੍ਰਿੜਤਾ, ਪੂਰੀ ਦ੍ਰਿੜਤਾ ਦੇ ਨਾਲ ਉਸ ਪਾਸੇ ਸੂਰਮਾ ਬਣ ਕੇ ਟੁਰਦਾ ਹੈ ਸੱਚ ਵੱਲ। ਤੇ ਜੋ ਅਨਿੰਦ ਨਿੰਦ ਕਰ ਛੋੜ ਦਿਓ, ਸਾਡੇ ਸ਼ਬਦ ਦੇ ਟੌਪਿਕ ਦੇ ਮੁਤਾਬਕ ਹੈ। ਇਹਨੇ ਨਿੰਦਾ ਕਿਹਦੀ ਕੀਤੀ? ਸੱਚ ਦੀ। ਸੱਚ ਦੀ ਨਿੰਦਾ ਕਰਕੇ, ਪੂਰਬ ਦੀ ਗਿਆਨ ਦੀ ਪ੍ਰਕਾਸ਼ ਦੀ ਨਿੰਦਾ ਕਰਕੇ ਪੱਛਮ ਵਾਲੇ ਕਾਲਕ ਦੇ ਖਿਆਲ ਲਏ। ਪੱਛਮ ਦੇ ਖਿਆਲ ਤ੍ਰਿਸ਼ਨਾਲੂ ਹੁੰਦੇ ਨੇ, ਸੰਤੋਖ ਇਹਨੂੰ ਪ੍ਰਾਪਤ ਨਹੀਂ ਹੋ ਸਕਦਾ ਸੀ। ਇਹ ਸੰਤੋਖ ਦੀ ਨਿੰਦਾ ਕਰਦਾ ਸੀ, ਸੰਤੋਖੀ ਭੋਜਨ ਨੂੰ ਇਗਨੋਰ ਕਰਦਾ ਸੀ। ਜੋ ਅਨਿੰਦ, ਜੋ ਨਾ ਨਿੰਦਣਯੋਗ ਸੀ, ਉਹਨੂੰ ਨਿੰਦਦਾ ਰਿਹਾ, ਉਹਨੂੰ ਛੋੜਿਆ। ਜੋ ਨਿੰਦ ਕਰ ਛੋੜਿਓ, ਸੋਈ ਫਿਰ ਖਾਦ, ਸੋਈ ਫਿਰ ਖਾਦ, ਫਿਰ ਉਸੇ ਸੰਤੋਖੀ ਭੋਜਨ ਨੂੰ ਖਾਂਦਾ ਹੈ। ਇਹਨੂੰ ਸਮਝ ਆ ਗਈ, ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰ ਹੋ। ਕਿਉਂਕਿ ਪਹਿਲਾਂ ਇਹਨੂੰ ਪਤਾ ਲੱਗਾ ਵੀ ਇਹ ਕੀਮਤੀ ਭੋਜਨ ਹੈ,
ये भोजन अलग है संतो लभै गुर विचार, गुर विचार वास्ते वो विजन लैंदा है, उस विचार नूं करदा, उन्होंने समझदा, अपने आप को छोड़ना चाहता है। अगला पदा, लास्ट पदा, सहज सुभाए भय कृपाला। सारा शब्द इसे शरीर विच रह के, इसे शरीर ग्रस्त विच रह के मेरे मन नूं प्रवृत्ति कर्म तो लैके इटरनल बना के, मेरे मन नूं ग्रस्ती च रह के विकारां तो तृष्णा तो उदास होना सिखांदे ने। जो जैसी जल में कमल निरालम मुरगाई ने साणे मंगू, मैनू सिखांदे ने असंध्या खिलंदिया पहनंदिया खावंदिया विच हो गए मुखर। मनु उस कमल वांगू रखण दी जीवन जात सिखांदे ने, जेड़ा चिक्कड़ विच रह के उस तो उपर रहिंदा है। इनू कहंदे ने सहज सुभाए भय कृपाला। सहज सुभा प्राप्त हो गया। चौथी लाम सहज पिया, इटरनल हो गया, अपने अंदर दा प्रभ अविनाशी प्राप्त हो गया। सहज सुभाए भय कृपाला, अपने उत्ते सतगुर दी मत लैके उसनू जीन लग पिया। तिस जन की काटी फास, विकारां दी फास तो, जम तो जींदे जी मुकत हो गया। जीवत बंधन तोरे हो गया, जमा तो छुट गया। जम कंकर नेड़ ना आया, धर्मराय दर कागद फाड़े, जन नानक लेखा समझा। तिस जन की काटी फास, छुट गया। कहो नानक गुर पूरा पेटिया, ओदा मानस निज कर दे पूरे, सतगुर रब दा सुनिया। रजा पाना हुक्म सुन के, उसनू जी जी के गुण के गुणी समावणिया नाल एक मिक हो गया। निज कर महल अंदर जाके, हर जन ऐसा चाहिए जैसा हर ही हो गया। कहो नानक गुर पूरा पेटिया, परवान ग्रस्त उदास। इसे ग्रस्ती च रह के विकारा तो उदास हो गया। शरीर दे सारे फर्ज भी निभाता है, काम काज भी करता है, समाज दे भले वास्ते अपने आप नूं तन मन धन करके अर्पदा है, और अपने घर चौकड़ा मार के सिर्फ किसी भोरे च नहीं बहता, दुनिया दे भले वास्ते भी उठ जाता है, समाज दा भला भी करता है, ते नाको बैरी नहीं बिगाना दे नाल जीवन जीता है, ते सब उम्मीद हम आपन कीना वाला करता है, और अपने परिवार तो इलावा सारी दुनिया दे नाल सांझ पांदा है। ए फील करदा है सब कट राम बोले, ए फील करदा है कट कट में हर जो बसे, ए फील करदा है और सब नू एम्ब्रेस करने वाली जाच सीख लेंदा है। ग्रस्ती च रह के उदास जीवन प्राप्त करता है। आज दे टॉपिक चों मैनू जो समझ आया, बहुत सारियां ऐसियां टर्म्स सी जिन्होंने मैं थोड़ा छेती बोल गया होगा, मैं की मदद जा चुका, इस करके मेरे इस दे छेती बोलने और शब्द दे अर्थ की जिहड़ी मैं क्विक ओदी जिहड़ी अंदर दी कीमिया है उसनू समझण दा जिहड़ा यतन कीता, उस तो पहला जिहड़ी मैं भूमिका आपदी नाल सांझ कीती सी, मैं उम्मीद करदा कि वो भूमिका सानू शब्द नू समझण वास्ते काम आंदी है। तो डॉक्टर साहब मैं आखिर विच कहना चाहता, बिफोर यू टेक द क्वेश्चन आंसर्स, कई लोग कहते हैं कि तुसी 5-5 6-6 घंटे बोलते हो, तो तुसी शब्द दे एक लाइन दे मीनिंग क्यों नहीं करते। हालांकि मैं जपजी साहब दा ये उपराला कीता, सचियारा किवें बणीए सिंगल लाइन मीनिंग कीते, पर उन्होंने कई लोग पढ़ते हैं, वो कहते समझ नहीं आता, पर जिहड़े थोड़ा जिहा गहराई नाल ऑडियो वीडियो नूं या यूट्यूब ते सुनते हैं, उन्होंने फिर समझ आना शुरू हो जाता है। पर मैं हुण इस शब्द नूं बिना किसी जस्टिफिकेशन तो, बिना किसी एग्जाम्पल तो, जे मैं सिंगल पंक्ति नूं विचारा तां मता करे पच्छम कै ताई पूरब ही ले जा। जो मन नेगेटिव मते करदा सी, जिन्हों कहते ना अपना जैसी रच रच बांधत पाग वाले भैड़े ख्याल, जैसी रच रच बांधत पाग सो सिर चुन सवारे काग, उस दे बारे गल चल रही है। जो मन नेगेटिव मते करदा सी, दैट स्टार्ट्स प्रकाश पूरब नदर सन्मुख वल, ओ वाला विजन लैंदा है। खिन में थाप थापन हरा आपन हाथ मतांत, ओ मन खिन विच यू टर्न लै लैंदा है और सीधे पासे पै जांदा है।
ਇਹ ਫੈਸਲਾ ਦ੍ਰਿੜਤਾ ਨਾਲ ਉਹ ਆਪ ਲੈਂਦਾ ਹੈ। ਸਿਆਣਪ ਕਾਹੂ ਕਾਮਨਾ ਆਤ ਉਹਨੂੰ ਸਮਝ ਆ ਚੁੱਕੀ ਹੈ, ਜੋ ਅਨਰੂਪਿਓ ਠਾਕੁਰ ਮੇਰੇ ਹੋਏ ਰਹੀ ਉਹ ਬਾਤ, ਉਹ ਇਸ ਦ੍ਰਿੜਤਾ ਨਾਲ ਇਸ ਨੂੰ ਪੈਰਾਡਿਮ ਸ਼ਿਫਟ ਲੈ ਕੇ ਸਟੇਬਿਲਿਟੀ ਨੂੰ ਫੋਲੋ ਕਰਦਾ ਹੈ। ਦੇਸ਼ ਕਮਾਵਨ ਤਾਂਜੋਰਨ ਕੀ ਮਨਸ਼ਾ बीचे निकसे सास और रियलाइज करता है कि नेगेटिव काचा तांते एटीट्यूड सुभाव ਨੂੰ ਪਵਾਓ ਤੇ पल पल जम मारता है, मैं इस प्रसंग तो छुटना है, इस आवागौन तो छुटना है। लश्कर नेब खवास सब त्यागे जमपुर ऊट सिधास, सारे अपने आप ਨੂੰ ਠਗਾਣ ਵਾਲੇ ਜਿਹੜੇ ਮੰਦੇ ਖਿਆਲ ਨੇ ਉਹ ਸਭ ਛੱਡ ਦਿੰਦਾ ਹੈ ਤੇ ਜਮਪੁਰ ਵਾਲੀ ਸੋਚ ਤੋਂ ਛੁੱਟ ਜਾਂਦਾ ਹੈ, ਕਿਉਂਕਿ ਉਹਨੇ ਇਟਰਨਲ ਹੋਣਾ ਸੀ। ਹੋਏ ਅਨੰਨ ਮਨ ਹਟ ਕੀ ਦ੍ਰਿੜਤਾ ਆਪਸ ਕੋ ਜਨਾਤ, ਵਿਰਲਾ ਬਣ ਕੇ ਨਿਜ ਘਰ ਤੋਂ ਸਤਿਗੁਰ ਦੀ ਮੱਤ ਲੈ ਕੇ ਦ੍ਰਿੜਤਾ ਨਾਲ ਉਸ ਨੂੰ ਜਿਉਂਦਾ ਹੈ। ਜੋ ਅਨਿੰਦ ਨਿੰਦ ਕਰ ਛੋੜਿਓ ਸੋਈ ਫਿਰ ਖਾਤ, ਜੋ ਸੰਤੋਖ ਨੂੰ ਨਿੰਦਾ ਕਰਕੇ ਇਗਨੋਰ ਕਰਦਾ ਸੀ, ਫਿਰ ਉਸੇ ਸੰਤੋਖੀ ਭੋਜਨ ਨੂੰ ਹਮੇਸ਼ਾ ਖਾਣ ਵਾਸਤੇ ਸਹਿਜ ਵਿੱਚ ਆ ਜਾਂਦਾ ਹੈ। ਸਹਿਜ ਸੁਭਾਏ ਭਏ ਕਿਰਪਾਲਾ ਤੇ ਜਨ ਕੀ ਕਾਟੀ ਫਾਸ, ਉਹ ਸਹਿਜ ਸੁਭਾ ਪਕਾ ਲੈਂਦਾ ਹੈ, ਜਮ ਦੀ ਫਾਸ ਅਵਗੁਣਾ ਵਾਲੇ ਖਿਆਲਾਂ ਤੋਂ ਬਚ ਜਾਂਦਾ ਹੈ। ਕਹੋ ਨਾਨਕ ਗੁਰਪੂਰਾ ਭੇਟਿਆ ਪ੍ਰਵਾਨ ਗ੍ਰਸਤ ਉਦਾਸ, one gets ਸਤਿਗੁਰ ਦੀ ਮੱਤ, one with that ਆਪਣੇ ਤਨ ਵਾਸਤੇ ਨਿਜ ਘਰ ਦੀ ਸੁਨੇ ਨੂੰ ਸੁਣ ਕੇ ਇਸੇ ਤਨ ਚ ਰਹਿ ਕੇ ਸਤਿਗੁਰ ਦੀ ਮੱਤ ਅਨੁਸਾਰ ਜੀ ਕੇ ਵਿਕਾਰਾਂ ਤੋਂ ਉਦਾਸ ਹੋ ਕੇ ਵੈਰਾਗ ਲੈ ਕੇ ਗ੍ਰਸਤ ਪ੍ਰਵਾਨ ਹੋ ਜਾਂਦਾ ਹੈ। ਕਹਿ ਨਾਨਕ ਇਹ ਸਰੀਰ ਪ੍ਰਵਾਨ ਹੁਆ, ਜਿਨ ਸਤਿਗੁਰ ਸਿਉ ਚਿਤ ਲਾਇਆ। ਜੀ ਡਾਕਟਰ ਸਾਹਿਬ, ਥੈਂਕ ਯੂ ਜੀ, ਥੈਂਕ ਯੂ, ਸੋ ਨਾਈਸ। ਬੜਾ ਤੁਸੀਂ ਇੱਕ ਨਵਾਂ ਕਾਨਸੈਪਟ ਲਿਆਂਦਾ ਸਾਡੇ ਵਾਸਤੇ। ਆਈ ਐਮ ਸ਼ੋਰ ਮੈਨੀ ਪੀਪਲ ਵਿਲ ਹੈਵ ਸਮ ਕੁਐਸਚਨਸ, ਤੇ ਬੜਾ ਇੰਟਰਸਟਿੰਗ ਵੀ ਸੀ, ਨਵੀਆਂ ਪਰਤਾਂ ਖੋਲੀਆਂ ਤੁਸੀਂ। ਤੇ ਆਓ ਜੇ ਹੁਣ ਇਹਨੂੰ ਥੋੜਾ ਜਿਹਾ ਹੋਰ ਬਾਕੀ ਸੰਗਤ ਦੇ ਮੈਂਬਰਾਂ ਦੇ ਥੋੜਾ ਜਿਹਾ ਵਿਚਾਰ ਸੁਣ ਕੇ ਤੇ ਫਿਰ ਆਪਾਂ ਥੋੜੀ ਜਿਹੀ ਹੋਰ ਅੱਗੇ ਤੁਹਾਡੇ ਤੋਂ ਕੁਐਸਚਨ ਪੁੱਛਾਂਗੇ ਉਸੇ ਤਰ੍ਹਾਂ ਹੀ। ਸਭ ਤੋਂ ਪਹਿਲਾਂ ਮੈਂ ਦਵਿੰਦਰ ਸਿੰਘ ਜੀ ਨੇ ਹੱਥ ਖੜਾ ਕੀਤਾ ਹੋਇਆ ਤੇ ਉਹਨਾਂ ਨਾਲ ਗੱਲ ਕਰ ਲੈਂਦੇ ਹਾਂ। ਦਵਿੰਦਰ ਸਿੰਘ ਜੀ ਤੁਸੀਂ ਗੱਲ ਕਰੋ। ਡਾਕਟਰ ਸਾਹਿਬ ਅਨਮਿਊਟ ਕਰਨਾ ਪੈਣਾ ਤੁਹਾਨੂੰ, ਅਨਮਿਊਟ ਕਰ ਲਓ ਜੀ, ਅਨਮਿਊਟ ਕਰ ਲਓ ਦਵਿੰਦਰ ਜੀ। ਹੋਇਆ ਨਹੀਂ ਹਾਲੇ, ਨਹੀਂ ਹੋਇਆ ਨਹੀਂ ਜੀ ਅਨਮਿਊਟ। ਹੁਣ ਹੋ ਗਿਆ ਜੀ, ਹੋ ਗਿਆ ਜੀ, ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਸਾਹਿਬ ਭੁਪਿੰਦਰ ਸਿੰਘ ਜੀ ਦੀ ਬਹੁਤ ਬਹੁਤ ਵਧਾਈਆਂ ਦੇਣੀ ਚਾਹੁੰਦਾ। ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ, ਬੜੇ ਕੰਸਟਰਕਟਿਵ ਵਿਚਾਰ ਦਿੱਤੇ ਨੇ। ਪਰ ਮੇਰੇ ਇੱਕ ਦੋ ਸਵਾਲ ਨੇ ਜਿਹੜੇ ਮੈਂ ਤੁਹਾਡੇ ਨਾਲ ਥੋੜ੍ਹੀ ਉਹਨਾਂ ਬਾਰੇ ਆਪਣੇ ਸਾਂਝੀ ਕਰਨ ਦਾ ਖਿਆਲ ਤੇ ਤੁਹਾਡੀ ਉੱਤੇ ਸੂਝ ਜਾਣੀ ਚਾਹੁੰਦਾ। ਪਹਿਲਾਂ ਤਾਂ ਹੈਗਾ ਕਿ ਗੁਰੂ ਅੰਗਦ ਸਾਹਿਬ ਦਾ ਸ਼ਲੋਕ ਹੈਗਾ ਕਿ ਨੱਕ ਨੱਥ ਖਸਮ ਹੱਥ, ਰਿਜ਼ਕ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਇੱਕ ਤਾਂ ਮੈਨੂੰ ਇਹਦਾ ਮਤਲਬ ਕਰਕੇ ਦੱਸਿਓ, ਮੈਨੂੰ ਦੀ ਸਮਝ ਨਹੀਂ ਆਉਂਦੀ। ਦੂਜਾ ਹੈਗਾ ਜੀ ਕਿ ਤੁਸੀਂ ਉਹ ਗੱਲ ਕੀਤੀ ਸੀ ਕਿ ਨਦੀ ਕਿਨਾਰੇ ਬਗਲੇ ਦੀ, ਫਰੀਦ ਸਾਹਿਬ ਦੇ ਸ਼ਲੋਕਾਂ 'ਚ ਇਹਦਾ ਸ਼ਲੋਕ ਹੈਗਾ ਜਿਹੜਾ ਤੁਸੀਂ ਕੋਟ ਕੀਤਾ ਸੀਗਾ, ਇਹ ਤੋਂ ਬਹੁਤ ਪਹਿਲਾਂ ਤੇ ਪਿੱਛੋਂ ਵੀ ਜਿਹੜੇ ਸਾਰੇ ਸ਼ਲੋਕ ਨੇ ਨਾ, ਮੈਂ ਥੋੜੇ ਪੜਾਂਗਾ, ਸਾਰੇ ਤੇ ਪੜ੍ਹ ਨਹੀਂ ਸਕਦਾ। ਇਸ ਦਾ ਪਹਿਲਾ ਸ਼ਲੋਕ ਹੈਗਾ ਇਸ ਬਗਲੇ ਤੋਂ ਪਹਿਲਾਂ, ਫਰੀਦਾ ਮੋਤੇ ਦਾ ਬਨਾ ਇਵੇਂ ਦਿਸੇ, ਜਿਉਂ ਦਰਿਆਵੇ ਢਾਹਾ, ਅੱਗੇ ਦੋਜਕ ਤਪਿਆ ਸੁਣੀਏ ਹੂਲ ਪਏ ਕਹਾ, ਇਕਰਾਂ ਨੂੰ ਸਭ ਸੋਝੀ ਆਈ ਇੱਕ ਫਿਰਦੇ ਬੇਪਰਵਾਹ, ਅਮਲ ਜੇ ਕੀਤੇ ਦੁਨੀਆ ਵਿੱਚ ਸੇ ਦਰਗੇ ਉਗਾਹ। ਫਿਰ ਇਹ ਬਗਲੇ ਵਾਲਾ ਹੁੰਦਾ ਅੱਗੇ। ਫਿਰ ਇਸ ਤੋਂ ਬਾਅਦ ਅਗਲਾ ਸ਼ਲੋਕ ਹੈਗਾ ਇੱਕ ਇਸ ਤੋਂ ਪਹਿਲਾਂ ਹੁੰਦਾ, ਫਰੀਦਾ ਮਹਿਲ ਸਖਣ ਰਹਿ ਗਏ, ਵਾਸਾ ਆਇਆ ਤਲ, ਗੋਰਾ ਸੇ ਨਮਾਨੀਆਂ ਬੈਸ ਰੂਹਾਂ ਮਲ, ਆਖੀ ਸ਼ੇਖਾ ਬੰਦਗੀ ਚੱਲਣ ਅੱਜ ਕੇ ਕੱਲ। ਤੇ ਉਹ ਬਗਲੇ ਤੋਂ ਬਾਅਦ ਦਾ ਸ਼ਲੋਕ ਹੈਗਾ, ਸਾਢੇ ਤ੍ਰੈ ਮੰਦੋਰੀ ਦੇਹੋਰੀ ਚੱਲੇ ਪਾਣੀ ਅੰਨ, ਆਇਓ ਬੰਦਾ ਦੁਨੀ ਵਿੱਚ ਵੱਤ ਅਸੂਣੀ ਬੰਨ, ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਭੰਨ, ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ, ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ, ਫਰੀਦਾ ਅਮਲ ਜੇ ਕੀਤੇ ਦੁਨੀਆ ਵਿੱਚ ਦਰਗੇ ਆਏ ਕੰਮ। ਇਹ ਮੈਨੂੰ ਇਸ ਕਰਕੇ ਇਹਦੀ, ਕਿਉਂਕਿ ਚਾਰ ਚੁਫੇਰੇ ਇਹਦੇ ਮੌਤ ਦੀਆਂ ਗੱਲਾਂ ਲਿਖੀਆਂ ਨੇ, ਜਿਹੜੇ ਤੁਸੀਂ ਬਗਲੇ ਦੇ ਅਰਥ ਕਰ ਰਹੇ ਹੋ ਉਹ ਟੋਟਲੀ ਇਹਨਾਂ ਨਾਲ ਮੈਚ ਨਹੀਂ ਕਰਦੇ। ਸੋ ਪਲੀਜ਼ ਇਹਨਾਂ ਦਾ ਮੈਨੂੰ ਥੋੜ੍ਹਾ ਅਰਥ ਸਮਝਾ ਦਿਓ। ਇੱਕ ਪਹਿਲਾ ਗੁਰੂ ਅੰਗਦ ਸਾਹਿਬ ਜੀ ਦੇ ਸ਼ਲੋਕ ਦਾ, ਨੱਕ ਨੱਥ ਖਸਮ ਹੱਥ, ਰਿਜ਼ਕ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਤੇ ਦੂਜਾ ਇਹ ਤੁਹਾਡੀ ਬਹੁਤ ਮਿਹਰਬਾਨੀ ਹੋਏਗੀ, ਮੇਰੀ ਗੁਸਤਾਖੀ ਮਾਫ ਜੀ। ਡਾਕਟਰ ਦਵਿੰਦਰ ਸਿੰਘ ਜੀ, ਜਿਹੜਾ ਪਹਿਲਾ ਤੁਸੀਂ ਸ਼ਲੋਕ ਪੁੱਛਿਆ ਨੱਕ ਨੱਥ ਖਸਮ ਹੱਥ, वो आपको
राम राम जी, लिस्ट भेजा हूँ। हाँ अभी चाहिए। कौन है पता ही ना लगे। बंद करो जी इन्हें। हाँ बिल्कुल निकालो निकालो। हाँ हाँ छाट के देना सब बढ़िया सब्जी। ओके ओके करो जी, हाँ जी करो जी गल करो सॉरी पता ही ਜੀ नहीं लगे। ਹੁਣ ਕਿਉਂਕਿ ਕੁਐਸਚਨ ਆਨਸਰ ਦਾ ਟਾਈਮ ਹੈ, ਇਤਨਾ ਪੂਰਾ ਸਮਾਂ ਨਹੀਂ ਹੋਏਗਾ ਕਿ ਉਸ ਨੂੰ ਪੂਰਾ ਪਿੱਛੋਂ ਤੋਂ ਅੱਗੇ ਲੈ ਕੇ ਤੱਕ ਪੂਰੇ ਇਸ ਟੌਪਿਕ ਨੂੰ ਡਿਸਕਸ ਕੀਤਾ ਜਾਏ, ਪਰ ਅਸੀਂ ਪੂਰਾ ਇਸ ਨੂੰ ਡਿਟੇਲ ਵਿੱਚ ਡਿਸਕਸ ਕੀਤਾ ਹੈ। ਆਈ ਥਿੰਕ ਲਿਵਿੰਗ ਟ੍ਰੇਜਰ ਦੇ YouTube ਤੁਹਾਨੂੰ ਮਿਲ ਜਾਏਗਾ, ਪਰ ਇੱਥੇ ਟੂਕ ਮਾਤਰ ਸਾਂਝ ਕਰ ਸਕਦੇ ਹਾਂ। ਨੱਕ ਨੱਥ ਖਸਮ ਹੱਥ ਸ਼ਬਦ ਨੂੰ ਜਦੋਂ ਅਸੀਂ ਇਸ ਤਰ੍ਹਾਂ ਵਿਚਾਰ ਕੇ ਦੇਖਾਂਗੇ ਕਿ ਮੇਰੇ ਮਨ ਨੇ ਇਸ ਸਰੀਰ ਦਾ ਖਸਮ ਬਣ ਕੇ ਨੱਕ ਦੀ ਨੱਥ ਫੜੀ ਹੋਈ ਹੈ, ਮੇਰਾ ਮਨ ਖਸਮ ਬਣਿਆ ਹੋਇਆ ਹੈ, ਮੇਰੇ ਮਨ ਕਰਕੇ ਜੋ ਕੁਝ ਕੀਆ ਸੋ ਮਨ ਕੀਆ ਦੇ ਕਾਰਨ ਅਸੀਂ ਦੁਖੀ ਔਰ ਸਾਰਾ ਜਿਹੜਾ ਅਪਸੈਟ ਸਹਿੜਦੇ ਹਾਂ ਉਹ ਮਨ ਦੇ ਕਾਰਨ ਹੁੰਦਾ ਹੈ। ਇਹ ਕੋਈ ਆਸਮਾਨ ਤੇ ਬੈਠਾ ਰੱਬ ਸਾਨੂੰ ਜੰਜੀਰੀ ਪਾ ਕੇ ਨੱਕ ਵਿੱਚ ਨੱਥ ਪਾ ਕੇ ਸਾਨੂੰ ਕਸੀਟ ਕੇ ਦਿੱਲੀ ਤੋਂ ਬੈਂਗਲੋਰ, ਬੈਂਗਲੋਰ ਤੋਂ ਕੈਨੇਡਾ ਨਹੀਂ ਲੈ ਜਾਂਦਾ। ਇਹ ਮੇਰਾ ਮਨ ਮੈਨੂੰ ਕਰਾਂਦਾ ਹੈ। ਇਹ ਮਨ ਜੈਸਾ ਸੇਵੇਂ ਤੈਸੋ ਹੋਏ ਤੇ ਇਹ ਕਰਮ ਕਮਾਏ। ਸੋ ਅੱਜ ਮੇਰੀ ਨਮਰਤਾ ਸਹਿਤ ਬੇਨਤੀ ਹੈ ਕਿ ਇਹਨੂੰ ਇਹਦੇ ਪਿਛਲੇ ਜਿਹੜਾ ਇਹਦੇ ਨਾਲ ਹੈ ਔਰ ਇਹਦੇ ਨਾਲ ਜਿਹੜਾ ਅਗਲੀ ਪੌੜੀ ਹੈ ਉਹ ਪੂਰੇ ਟੌਪਿਕ ਨੂੰ ਜੇ ਤਾਂ ਲਿਵਿੰਗ ਟ੍ਰੇਜਰ ਦੇ YouTube ਤੇ ਸੁਣਨਾ ਤਾਂ ਉਹਨੂੰ ਸੁਣ ਲੈਣਾ, ਪਰ ਆਪ ਹੀ ਕਰ ਇਸ ਪੱਖੋਂ ਸਿਰਫ ਵਿਚਾਰ ਕੇ ਦੇਖਣਾ ਕਿ ਨੱਕ ਨੱਥ ਖਸਮ ਹੱਥ ਮੇਰਾ ਮਨ ਜੈਸੀ ਕਿਰਤ ਕਮਾਈ ਕਰਨਾ ਚਾਹੁੰਦਾ ਹੈ ਉਸ ਪਾਸੇ ਇਹਨੂੰ ਲੈ ਕੇ ਜਾਂਦਾ ਹੈ। ਮੇਰੀ ਬੋਡੀ ਜਹਾਂ ਦਾਣੇ ਤਾਹਾਂ ਖਾਣੇ ਨਾਨਕਾ ਸੱਚੇ ਕੁਦਰਤ ਦਾ ਸੱਚ ਦਾ ਹੈ ਕਿ ਮੇਰੀ ਜਿਹੜੀ ਸਾਰੀ ਬੋਡੀ ਹੈ ਇਹ ਮੇਰੇ ਮਨ ਰਾਜਾ ਦੀ ਮਰਜ਼ੀ ਦੇ ਕਾਰਨ ਚੱਲਦੀ। ਜਦੋਂ ਅਸੀਂ ਜਪਜੀ ਸਾਹਿਬ ਦੀ ਵਿਚਾਰ ਸਾਂਝ ਕਰ ਰਹੇ ਸੀ ਸੰਗਤਾਂ ਵਿੱਚ ਤਾਂ ਉਹਦੇ ਵਿੱਚ ਜਦੋਂ ਅਸੀਂ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਤੋਂ ਬਾਅਦ ਅਗਲੀ ਪੌੜੀ ਤੇ ਆਏ ਤਾਂ ਉੱਥੇ ਆਇਆ ਪਿਛਲੀ ਪੌੜੀ ਚ ਹੁਕਮ ਰਜ਼ਾਈ ਆਇਆ, ਅਗਲੀ ਪੌੜੀ ਚ ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ, ਸਾਰਾ ਹੁਕਮ ਸ਼ੁਰੂ ਹੋਇਆ। ਉੱਥੇ ਮੈਂ ਇੱਕ ਆਰਟੀਕਲ ਲਿਖਿਆ ਸੀ ਕਿ ਦੁਨੀਆ ਵਿੱਚ ਦੋ ਹੁਕਮੀ ਨੇ, ਇੱਕ ਹੁਕਮੀ ਹੈ ਰੱਬ ਜੀ, ਦੂਜਾ ਹੁਕਮੀ ਹੈ ਮੇਰਾ ਮਨ। ਰੱਬ ਜੀ ਦਾ ਕਨਸੈਪਟ ਹੈ ਚੰਗੇ ਗੁਣਾ ਦੀ ਮੱਤਵਾਦੀ ਸੋਰਸ, ਉਹ ਮੇਰੇ ਅੰਦਰ ਵਸਦੇ ਨੇ। ਜੇ ਮੈਂ ਉਹਨਾਂ ਦੀ ਰਤਾ ਪਾਣੀ ਨਹੀਂ ਤਾਂ ਮੈਂ ਮਨ ਦੇ ਹੁਕਮ ਦੇ ਅਨੁਸਾਰ ਚੱਲਦਾ, ਮਨ ਕੀ ਮਤ ਦੇ ਅਨੁਸਾਰ ਚੱਲਦਾ। ਇਸ ਤਰ੍ਹਾਂ ਕਰਕੇ ਦੇਖਣਾ, ਠੀਕ ਹੈ ਜੀ। ਤੇ ਜਿਹੜੀ ਦੂਜੀ ਗੱਲ ਰਹੀ ਕਿ ਤੁਸੀਂ ਜਿਹੜੇ ਸ਼ਲੋਕ ਦੀ ਗੱਲ ਕਰ ਰਹੇ ਹੋ, ਉਹ ਜਿਹੜਾ ਫਰੀਦ ਜੀ ਦਾ ਸ਼ਲੋਕ ਹੈ, ਸਾਡੇ ਘਰਾਂ ਵਿੱਚ ਜਦੋਂ ਵੀ ਕੋਈ ਇਨਸਾਨ ਦੀ ਡੈਥ ਹੋ ਜਾਂਦੀ ਹੈ ਤਾਂ ਉਹਦਾ ਜਦੋਂ ਗੁਰਦੁਆਰੇ ਵਿੱਚ ਭੋਗ ਪੈਂਦਾ ਹੈ ਤਾਂ ਵੀ ਸਾਰੇ ਇਹ ਪੜ੍ਹਦੇ ਹੁੰਦੇ ਨੇ, ਅਸਾਂ ਵੀ ਉੱਥੇ ਜਾਣਾ। ਤਾਂ ਉਹ ਸਾਰੀ ਸੰਗਤ ਔਰ ਰਾਗੀ ਸਿੰਘ ਜੀ ਗਾਇਕੀ ਵੇਲੇ ਇਹੀ ਸੁਣਿਆ ਮੈਸੇਜ ਆ ਰਿਹਾ ਹੁੰਦਾ ਹੈ ਕਿ ਇਹ ਬੰਦਾ ਮਰ ਕੇ ਜਿੱਥੇ ਚਲਾ ਗਿਆ ਅਸਾਂ ਵੀ ਉੱਥੇ ਜਾਣਾ। ਪਰ ਜਦੋਂ ਅਸੀਂ ਆਪਣੇ ਉੱਤੇ ਟੁਕਾ ਕੇ ਪੜਾਂਗੇ, ਜਦੋਂ ਮੇਰਾ ਮਨ ਔਗਣੀ ਰਸਤੇ ਨੂੰ ਛੋੜ ਕੇ ਮੰਨੇ ਜੰਮ ਕੇ ਸਾਥ ਨਾ ਜਾਏ ਵਾਲੇ ਸੱਚ ਦੇ ਰਸਤੇ ਤੇ ਟੁਰਦਾ ਹੈ ਤਾਂ ਮੇਰਾ ਮਨ ਇਸ ਸਰੀਰ ਦਾ ਖਸਮ ਸਾਹਿਬ ਸਹੀ ਮੈਨੇ ਸੁਚੱਜਾ ਸੱਚ ਖਸਮ ਦੀ ਮੱਤ ਵਾਲਾ ਬਣ ਜਾਂਦਾ ਹੈ। ਸੱਚ ਸਭਨਾ ਦਾ ਖਸਮ ਹੈ, ਅੰਦਰ ਦੀ ਮੱਤ ਨੂੰ ਲੈ ਕੇ ਸੱਚ ਖਸਮ ਬਣਦਾ ਹੈ ਤਾਂ ਸਿੱਧੇ ਪਾਸੇ ਲੈ ਕੇ ਟੁਰਨ ਲੱਗ ਪੈਂਦਾ ਹੈ। ਤਾਂ ਬਾਕੀ ਅੰਗ ਵੀ ਇੰਦਰੇ ਗਿਆਨ ਇੰਦਰੇ ਵੀ ਰੋਮ ਰੋਮ ਅੰਦਰ ਦੇ ਸਾਰੇ ਕਹਿੰਦੇ ਨੇ ਜਿਸ ਪਾਸੇ ਐਸ਼ੋ ਜੀ ਸਾਹਿਬ ਜੀ ਟੁਰ ਪਏ ਨੇ ਨਾ ਸੱਚ ਦੇ ਮਾਰਗ ਤੇ, ਅਸਾਂ ਵੀ ਉੱਥੇ ਜਾਣਾ। ਇਹਦਾ ਮਤਲਬ ਉਹ ਸ਼ਬਦ ਨਾ ਡੈਥ ਵਾਲੇ ਵਾਸਤੇ ਹੈ ਨਹੀਂ ਹੈ। ਇਸੇ ਤਰ੍ਹਾਂ ਜਦੋਂ ਸ਼ਬਦ ਆਉਂਦਾ ਹੈ ਬਾਬਾ ਬੋਲਤੇ ਤੇ ਕਹਾਂ ਗਏ, ਉਹ ਵੀ ਕਿਸੇ ਮਨੁੱਖ ਦੀ ਡੈਥ ਬਾਰੇ ਮੰਨਿਆ ਜਾਂਦਾ ਹੈ, ਪ੍ਰਚਲਿਤ ਵੀ ਆਉਂਦੀ ਹੈ, ਕਿਸੇ ਦੀ ਡੈਥ ਤੇ ਗਾਇਆ ਜਾਂਦਾ ਹੈ। ਪਰ ਜਦੋਂ ਮੇਰਾ ਮਨ ਮੰਦੇ ਖਿਆਲਾਂ ਦੀ ਬੋਲੀ ਬੋਲਦਾ ਸੀ, 4 ਦਿਨ ਆਪਣੀ ਨੌਬਤ ਚੱਲੇ ਬਜਾਏ ਜਦੋਂ ਚਲਾ ਜਾਂਦਾ ਹੈ, ਉਹ ਸਾਕਤ ਬਪਰਾ ਮਰ ਗਿਆ, ਜਦੋਂ ਚਲਾ ਜਾਂਦਾ ਮੇਰਾ ਮਨ, ਤਾਂ ਉਸ ਅਵਸਥਾ ਵਿੱਚ ਉਹਨੂੰ ਕਹਿੰਦੇ ਨੇ ਬਾਬਾ ਬੋਲਤੇ ਤੇ ਕਹਾਂ ਗਏ। ਬੜੀ ਉੱਚੀ ਅਵਸਥਾ ਦਾ ਸ਼ਬਦ ਹੈ। ਇੰਜ ਹੀ ਉਹ ਜਿਹੜਾ ਦਰਿਆ ਹੈ ਕੰਨਾ ਬਗਲਾ ਹੈ, ਉਹਨੂੰ ਜਦੋਂ ਅਸੀਂ ਆਪਣੇ ਤੇ ਟੁਕਾਉਣ ਦੀ ਬਜਾਏ ਲੋਕਾਂ ਦੇ ਕਿਸੇ ਦੇ ਮਰਨ ਤੇ ਇੱਕ ਅਨਾਉਂਸਮੈਂਟ ਸੁਣ ਲੈਂਦਾ ਜੀ, ਉਹ ਜੀ ਦੇਖੋ ਅਚਾਨਕ ਉੱਠਦੇ ਬੈਠਦੇ ਪਏ ਸੀ, ਖੇਡਦੇ ਪਏ ਸੀ, ਗੱਲਬਾਤ ਕਰਦੇ ਪਏ ਸੀ, ਆਪਣੀਆਂ ਖੇਡਾਂ ਲੱਗੇ ਹੋਏ ਸਨ, ਦੇਖੋ ਇੱਕਦਮ ਰੱਬ ਦੇ ਬਾਜ ਆਏ ਉਹਨੂੰ ਲੈ ਗਏ। ਇਹ ਅਸੀਂ ਉਹਨੂੰ ਡੈਥ ਨਾਲ ਟੁਕਾ ਕੇ ਪੇਸ਼ ਕਰਦੇ ਰਹਿੰਦੇ ਹਾਂ। ਮੈਂ ਨਹੀਂ ਕਹਿ ਸਕਦਾ ਕਿ ਉਹ ਗਲਤ ਕਰਦੇ ਹਨ,
ਪਰ ਜਦੋਂ ਆਪਣੇ ਤੇ ਟੁਕਾਉਂਦੇ ਆ ਤਾਂ ਮੈਨੂੰ ਮੇਰੇ ਮਨ ਬਗਲੇ ਬਾਰੇ ਔਰ ਮਨ ਦੀ ਅੰਦਰ ਜਿਹੜੀ ਮੇਰੇ ਕੋਲ ਕਪੈਸਿਟੀ ਹੰਸ ਦੀ ਵੀ ਹੈ ਉਹਦੇ ਬਾਰੇ ਜਦੋਂ ਟੁਕਾਉਂਦੇ ਆ ਤੇ ਉਹ ਸ਼ਲੋਕ ਮਰਨ ਬਾਰੇ ਬਦਲੇ ਸੱਚ ਦੀ ਮੱਤ ਵਾਲਾ ਰੱਬੀ ਕਮਿਤਾ ਵਾਲਾ ਬਣ ਜਾਂਦਾ ਹੈ। ਤਾਂ ਚੰਗੇ ਗੁਣਾ ਦਾ ਉਹਨੂੰ ਜਿਹੜਾ ਅਮਲ ਪ੍ਰਾਪਤ ਹੁੰਦੇ ਨੇ, ਅਮਲ ਜੇ ਕੀਤੇ ਦੁਨੀਆ ਵਿੱਚ ਜੋ ਇਸੇ ਸਰੀਰ ਵਿੱਚ ਰਹਿੰਦਿਆਂ ਜਿਹੜੇ ਸੱਚ ਦੇ ਅਮਲ ਸਿੱਖੇ ਨੇ, ਸੇ ਦਰਗਾਹ ਮੈਂ ਕੰਮ ਦਰਗਾਹ ਅੰਦਰ ਰੱਬ ਜੀ ਰਹਿੰਦੇ ਨੇ, ਅੰਦਰ ਦੀ ਦਰਗਾਹ ਹੁੰਦੀ ਹੈ, ਜੀਂਦੇ ਜੀ ਪ੍ਰਵਾਨ ਹੁੰਦੇ ਨੇ। ਠੀਕ ਹੈ ਜੀ, ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ। ਸਰਦਾਰ ਗੁਰਚਰਨ ਸਿੰਘ ਜੀ ਤੁਸੀਂ ਗੱਲ ਕਰੋ ਹੁਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਭਿੰਦਰ ਸਿੰਘ ਜੀ ਹੋ, ਬਹੁਤ ਸੋਹਣੀ ਪ੍ਰੈਜੈਂਟੇਸ਼ਨ। ਇੱਕ ਛੋਟੀ ਜੀ ਸਵਾਲ ਟਾਈਪ ਹੈ ਚੌਥੇ ਪਦੇ ਵਿੱਚ, ਇਹਨੂੰ ਥੋੜਾ ਜਿਹਾ ਅਗਰ ਹੋਰ ਆਪ ਐਕਸਪਲੇਨ ਕਰ ਦਿਓਗੇ। ਸਹਿਜ ਸੁਭਾਏ ਭਏ ਕਿਰਪਾਲਾ, ਇਹਨੂੰ ਥੋੜਾ ਜਿਹਾ ਅਗਰ ਡੈਪਰੇਟ ਕਰ ਦਿਓ ਤੇ ਮਿਹਰਬਾਨੀ। ਅੱਛਾ ਜੀ, ਅਸੀਂ ਪਹਿਲਾਂ ਇੱਕ ਭੁਲੇਖਾ ਲਾ ਲਈਏ ਕਿ ਸਾਡੇ ਸਿੱਖਾਂ ਵਿੱਚ, ਹੋਰ ਬਾਕੀਆਂ 'ਚ ਹੋਏਗਾ ਨਹੀਂ ਹੋਏਗਾ, ਪਰ ਇੱਕ ਸਾਨੂੰ ਆਦਤ ਪਈ ਹੋਈ ਹੈ, ਅਸੀਂ ਜਦੋਂ ਵੀ ਮਾੜੇ ਕੰਮ, ਮੰਦੇ ਖਿਆਲ ਵਾਲੇ ਸੁਭਾਅ 'ਚ ਰਹਿੰਦੇ ਆ ਤੇ ਕਹਿੰਦੇ ਆ ਜਦੋਂ ਰੱਬ ਜੀ ਕਿਰਪਾ ਕਰਨਗੇ ਤਾਂ ਛੁਡਾ ਲੈਣਗੇ, ਰੱਬ ਜੀ ਕਿਰਪਾ ਕਰਨਗੇ ਤਾਂ ਸਿੱਧੇ ਪਾਸੇ ਪਾ ਲੈਣਗੇ। ਰੱਬ ਜੀ ਦੀ ਤੇ ਕਿਰਪਾ ਆਲਰੇਡੀ ਗੁਰਪ੍ਰਸਾਦ ਦੀ ਬਾਰਿਸ਼ ਹਰ ਵੇਲੇ ਹੋ ਰਹੀ ਹੈ, ਭਾਂਡਾ ਤੇ ਮੈਂ ਪੁੱਠਾ ਕੀਤਾ ਹੋਇਆ। ਮੈਨੂੰ ਸਮਝਾਇਆ ਕਿ ਭਾਂਡਾ ਧੋਈ ਬੈਸ ਧੁੱਪ ਦੇਵੋ ਤੋ ਦੁੱਧੇ ਪੁਜਾਵੋ, ਦੂਧ ਕਰਮ ਪੁਨ ਸੁਰਤ ਸਮਾਇਣ ਹੋਏ ਨਿਰਾਸ਼ ਜਮਾਵੋ। ਮੈਨੂੰ ਤਾਂ ਔਗਣਾ ਵੱਲੋਂ ਨਿਰਾਸ਼ ਹੋਣਾ ਹੈ, ਭਾਂਡਾ ਸਿੱਧਾ ਹੈ, ਸਤਿਗੁਰ ਦੀ ਮੱਤ ਆ ਰਹੀ ਹੈ, ਮੈਨੂੰ ਬਾਰਿਸ਼ ਪ੍ਰਾਪਤ ਹੁੰਦੀ ਹੈ, ਪਰ ਮੈਂ ਆਪਣੇ ਭਾਂਡੇ ਨੂੰ ਸਿੱਧਾ ਨਹੀਂ ਕਰਦਾ ਤਾਂ ਕਿਰਪਾ ਦੀ ਬਾਰਿਸ਼ ਨਹੀਂ ਪੈ ਸਕਦੀ ਹੈ। ਇਹਦਾ ਮਤਲਬ ਕਿਰਪਾ ਲੈਣ ਵਾਸਤੇ ਮੈਂਡੇਟਰੀ ਹੈ, ਮਸਟ ਹੈ ਕਿ ਮੈਨੂੰ ਭਾਂਡਾ ਸਿੱਧਾ ਕਰਨਾ ਪੈਂਦਾ ਹੈ, ਨਮਰਤਾ ਵਿੱਚ ਆਣਾ ਪੈਂਦਾ ਹੈ। ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੋਤ ਪੁਨ ਵੱਡਾ ਹੈ ਦੀ ਨਮਰਤਾ ਵਾਲੀ ਅਵਸਥਾ 'ਚ ਆਣਾ ਪੈਂਦਾ ਹੈ, ਕਿਉਂਕਿ ਮੈਂ ਰਿਅਲਾਈਜ਼ ਕਰ ਰਿਹਾ ਕਾਮ ਕਰੋ ਨਗਰ ਬੋ ਭਰਿਆ ਮਿਸਾਧੂ ਪੂਰਬ ਲਿਖਤ ਲਿਖੇ ਗੁਰਪਾਇਆ ਮਨ ਹਾਰਲੀ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੋਤ ਪੁਨ ਵੱਡਾ ਹੈ। ਇਹ ਨਮਰਤਾ ਦੀ ਅਵਸਥਾ 'ਚ ਜੇ ਮੈਂ ਆਂਦਾ ਤਾਂ ਮੈਂ ਆਪਣੇ ਤੇ ਕਿਰਪਾ ਕਰ ਰਿਹਾ ਹਾਂ। ਨਿਜ ਘਰ ਤੋਂ ਸਤਿਗੁਰ ਦੀ ਮੱਤ ਰੂਪੀ ਕਿਰਪਾ, ਗ੍ਰੇਸ, ਬਖਸ਼ਿਸ਼, ਵਿਜ਼ਨ, ਸੁਮਤ ਲੈ ਕੇ ਉਸ ਨੂੰ ਆਪਣੇ ਉੱਤੇ ਅਪਲਾਈ ਕਰ ਰਿਹਾ, ਆਪਣੇ ਇੰਦਰੇ ਗਿਆਨ ਇੰਦਰੇ ਸੁਰਤ ਮਤ ਬੁੱਧ ਨੂੰ, ਉਹ ਸਾਰੇ ਅੰਗਾਂ ਨੂੰ ਦੇ ਰਿਹਾ, ਤਾਂ ਮੈਂ ਉਸ ਵੇਲੇ ਆਪਣੇ ਤੇ ਕਿਰਪਾ ਕਰ ਰਿਹਾ। ਸਹਿਜ ਸੁਭਾਏ ਭਏ ਕਿਰਪਾਲਾ, ਸਹਿਜ ਸੁਭਾ ਪ੍ਰਾਪਤ ਕਰ ਲਿਆ, ਆਪਣੇ ਤੇ ਕਿਰਪਾ ਕਰਨ ਯੋਗ ਹੋ ਗਿਆ। ਤਿਸ ਜਨ ਕੀ ਕਾਟੀ ਫਾਸ, ਉਹਦੀ ਜਮ ਦੀ ਫਾਸ, ਅਵਗੁਣਾ ਦੀ ਫਾਸ ਕੱਟੀ ਜਾਂਦੀ ਹੈ। ਕਹੋ ਨਾਨਕ ਗੁਰ ਪੂਰਾ ਭੇਟਿਆ, ਕਿਉਂਕਿ ਨਿਜ ਘਰ ਅੰਦਰ ਰੱਬ ਜੀ ਰਹਿੰਦੇ ਨੇ। ਰੱਬ ਜੀ ਮੱਤ ਨੂੰ ਗੁਰ ਪਰਮੇਸ਼ਰ ਇੱਕੋ ਜਾਨ ਕਹਿੰਦੇ ਨੇ। ਰੱਬ ਜੀ ਦੀ ਮੱਤ ਹਮੇਸ਼ਾ ਪਰਫੈਕਟ ਸੁਨੇਹਾ ਦਿੰਦੀ ਹੈ, ਹਮੇਸ਼ਾ ਪੋਜ਼ਿਟਿਵ ਦਿੰਦੀ ਹੈ, ਸੱਚ ਦਾ ਪੈਰਾਡਿਮ ਵਾਲਾ ਫਲਸਫਾ ਸੁਣਾਉਂਦੀ ਹੈ, ਆਈਡੀਅਲ ਲਾਈਫ ਸੁਣਾਉਂਦੀ ਹੈ, ਤੇ ਸੱਚ ਦੀ ਮੱਤ ਦੇ ਨਾਲ ਅਨੁਸਾਰ ਜੀ ਕੇ ਮੇਰਾ ਮਨ ਪੰਥੀ ਉਸ ਪੰਥ ਦੇ ਨਾਲ ਇਕਮਿਕ ਹੋ ਜਾਂਦਾ ਹੈ, ਗੁਣ ਕਹਿ ਗੁਣੀ ਸਮਾਵਣਿਆਂ ਵਾਲਾ ਹੋ ਜਾਂਦਾ ਹੈ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਹੋ ਜਾਂਦਾ ਹੈ। ਤਾਂ ਸਤਿਗੁਰ ਕੀ ਜਿਸਨੂੰ ਮਤ ਆਵੇ ਸੋ ਸਤਿਗੁਰ ਮਾਹੀ ਸਮਾਨਾ, ਉਹ ਇਕਮਿਕ ਹੋ ਜਾਂਦਾ ਹੈ। ਕਹੋ ਨਾਨਕ ਗੁਰ ਪੂਰਾ ਭੇਟਿਆ। ਪ੍ਰਵਾਨ ਗ੍ਰਸਤ ਉਦਾਸ, ਉਹ ਆਪਣੇ ਸਰੀਰ ਗ੍ਰਸਤ ਵਿੱਚ ਰਹਿ ਕੇ ਵਿਕਾਰਾਂ ਤੋਂ ਉਦਾਸ ਹੋ ਜਾਂਦਾ ਹੈ। ਵਿਕਾਰਾਂ ਦੇ ਨਾਲ ਤ੍ਰਿਸ਼ਨਾ 'ਚ ਡੁੱਬਦਾ ਸੀ, ਵਿਕਾਰਾਂ ਦੇ ਕਾਰਨ ਵਿਵੇਕ ਬੁੱਧੀ ਨਹੀਂ ਵਰਤਦਾ ਸੀ, ਵਿਕਾਰਾਂ ਦੇ ਕਾਰਨ ਡੁਐਲਿਟੀ ਦੁਬਦਾ 'ਚ ਰਹਿੰਦਾ ਸੀ। ਡੁੱਬਦਾ ਡੁੱਬ ਮਰੀਆ ਦੇ ਬਦਲੇ ਇਸ ਅਵਗੁਣਾ ਦੇ ਭਵਜਨ ਤੋਂ ਜਿੰਦੇ 'ਚ ਪਾਰ ਹੋ ਜਾਂਦਾ ਹੈ। ਧੰਨਵਾਦ ਜੀ ਤੁਹਾਡਾ ਵੀਰ ਚੰਨੀ ਵੀਰ ਜੀ। ਹਾਂਜੀ ਚੰਨੀ ਵੀਰ ਜੀ, ਥੈਂਕ ਯੂ ਵੈਰੀ ਮਚ। ਤੁਸੀਂ ਇੰਡੀਆ ਵਿੱਚ ਮੇਰੇ ਨਾਲ 1970, 72, 73, 74, 75 ਜਾਂ 80 ਤੱਕ ਵੀ ਕਾਫੀ ਸਮੇਂ ਤੱਕ ਬਾਣੀ ਦੀ ਔਰ ਰਜੌਰੀ ਗਾਰਡਨ ਸਾਂਝ ਕਰਦੇ ਸੀ, ਬੜੀ ਸੇਵਾ ਕਰਦੇ। ਤੁਹਾਡੀ ਮਿਹਰਬਾਨੀ ਜਿਹਨੂੰ ਜੁਆਇਨ ਕੀਤਾ, ਮੈਂ ਤੁਹਾਡਾ ਸੁਣਦਾ ਰਹਿੰਦਾ ਇਸ ਪਲੇਟਫਾਰਮ ਤੇ, ਤੁਸੀਂ ਜਿਹੜੀ ਸ਼ੇਅਰਿੰਗ ਕਰਦੇ ਹੋ, ਥੈਂਕਸ ਅ ਲੋਟ। ਬਹੁਤ ਧੰਨਵਾਦ ਜੀ। ਡਾਕਟਰ ਚਰਨ ਕਮਲ ਸਿੰਘ ਜੀ ਤੁਸੀਂ ਗੱਲ ਕਰੋ ਜੀ ਪਲੀਜ਼। ਜੀ ਵਾਹਿਗੁਰੂ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ ਪਿੰਦਰ ਸਿੰਘ ਜੀ, ਬਹੁਤ ਤੁਸੀਂ ਬਾਰੀਕ ਗੱਲਾਂ ਕੀਤੀਆਂ ਔਰ
ਜਿਹੜੀਆਂ ਜ਼ਰੂਰੀ ਨੇ ਬਹੁਤ, ਕਿ ਸਾਡੀ ਜਿਹੜੀ ਸ਼ਬਦਾਵਲੀ ਗੁਰਬਾਣੀ ਦੀ ਹੈ ਉਹਦੇ 'ਚ ਸ਼ਬਦ ਤਾਂ ਇਸਤੇਮਾਲ ਹੋਏ ਨੇ ਜਿਹੜੇ ਪੰਜਾਬੀ ਵਿੱਚ ਵੀ ਹੋ ਜਾਂਦੇ ਨੇ, ਹਿੰਦੀ 'ਚ, ਕੁਝ ਸੰਸਕ੍ਰਿਤ ਵੀ ਹੁੰਦੇ ਹੋਣਗੇ, ਕੁਝ ਫਾਰਸੀ ਵਿੱਚ ਵੀ ਹੁੰਦੇ ਨੇ, ਪਰ ਇਹ ਤੁਸੀਂ ਬਹੁਤ ਹੀ ਓਰੀਜਨੈਲਿਟੀ ਵਾਲੀ ਅਪਰੋਚ ਨਾਲ ਇਸ ਦੀ ਵਿਆਖਿਆ ਕੀਤੀ ਹੈ, ਜੋ ਬਹੁਤ ਖੂਬ ਔਰ ਬਹੁਤ ਸੁੰਦਰ ਹੈ ਔਰ ਬਹੁਤ ਓਰੀਜਨਲ ਹੈ। ਅਨੁਰੂਪਿਓ ਦਾ ਇਹ ਵਾਲਾ ਜੋ ਆਪ ਜੀ ਨੇ ਕਿਹਾ ਹੈ, ਪ੍ਰਵਿਰਤੀ ਦੀ ਗੱਲ ਦੱਸੀ ਹੈ, ਮਾਇਆਧਾਰੀ ਦਾ ਕੰਸੈਪਟ ਬਿਲਕੁਲ ਮਾਇਆਧਾਰੀ ਨੂੰ ਜਿਸ ਤਰ੍ਹਾਂ ਆਪਾਂ ਸੋਚਦੇ ਹਾਂ ਉਹਦੇ ਤੋਂ ਬਿਲਕੁਲ ਤੁਸੀਂ ਵੱਖਰੀ ਗੱਲ ਸਹੀ ਸਮਝਾਈ ਹੈ। ਮੁਕਤ ਦੀ ਬਾਤ, ਇੱਕ ਦੋ ਜਿਹੜੀ ਗੱਲਾਂ ਬਹੁਤ ਹੀ ਯਾਨੀ ਬਲੈਟੈਂਟਲੀ ਡਿਫਰੈਂਟ ਨੇ, ਔਰ ਜਿਹੜੀਆਂ ਕਿ ਆਲਮੋਸਟ ਬਲੈਟੈਂਟਲੀ ਅਸੀਂ ਦੂਸਰੇ ਪਾਸੇ ਸੋਚਦੇ ਹਾਂ, ਪੂਰਬ ਔਰ ਪੱਛਮ, ਇਹਨੂੰ ਅਸੀਂ ਜੋ ਕਿ ਗੁਰਬਾਣੀ ਦੇ ਕੰਸੈਪਟ 'ਚ ਗੱਲ ਬੜੀ ਹੀ ਵਧੀਆ ਕਲੀਅਰ ਦੱਸੀ ਹੈ, ਦੈਟ ਇਜ਼ ਵੰਡਰਫੁਲ। ਮਰਨ ਔਰ ਜੀਵਨ ਦਾ ਮਤਲਬ ਬੇਸਿਕ ਜਿਹੜੇ ਟਰਮਸ ਨੇ ਜ਼ਿੰਦਗੀ ਦੀਆਂ, ਉਹਦੇ ਕੰਸੈਪਟ ਹੀ ਗੁਰਬਾਣੀ ਵਿੱਚ ਐਂਟਾਇਰਲੀ ਡਿਫਰੈਂਟ ਨੇ। ਔਰ ਤੁਸੀਂ ਬੜੇ ਉਦਾਸ ਦਾ ਤੁਸੀਂ ਜਿਹੜੀ ਗੱਲ ਕੀਤੀ ਹੈ, ਇਹ ਸਾਰਾ ਕੁਝ ਮੈਂ ਜਦੋਂ ਅਧਿਐਨ ਕਰਦਾ ਸੀ ਜਿਵੇਂ ਮੈਨੂੰ ਪਤਾ ਲੱਗਿਆ ਗਾਇਨ ਦਾ ਮਤਲਬ ਸਮਝਣਾ ਹੁੰਦਾ ਵੀ ਗਾਵੇ ਕੋ ਤਾਣ ਹੋਵੇ, ਕਿਸੇ ਤਾਣੇ ਦਾ ਤਰਫ ਫਿੱਟ ਨਹੀਂ ਹੋ ਰਿਹਾ, ਜਾਂ ਗਾਵੇ ਕੋ ਸਾਜ ਕਰੇ ਤਨ ਖੇ, ਜਾਂ ਗਾਵੇ ਕੋ ਵਿਦਿਆ, तो सारा कुछ समझण ਦੇ ਨਾਲ ਸੰਬੰਧ ਸੀਗਾ, ਪਰ ਲਿਖਿਆ ਗਾਵੇ ਹੈ। तो ਉਹ ਗਾਵੇ ਕੋ ਜਾਪੇ ਜਿੱਥੇ ਦੂਰ ਕਿਸੇ ਨੂੰ ਕੋਈ ਦੂਰ ਸਮਝਦਾ ਹੈ, ਕੋਈ ਸੁਪਨੇ ਅਸਮਾਨ ਤੇ ਸਮਝਦਾ ਹੈ, इस तरह ही गावे को वेख्या हादरा दूर कोई समझदा हादर नादर है, और समझदा लिखिया गावे है। इसी तरह आप जी ने बहुत ही कई इस पास में बहुत सोच रहे थे साडियां टर्म्स जड़ियां ने यूज तो होंदियां ने दूसरी भाषावां में, पर इहदा भाव इहदा अर्थ इज एंटायरली एंड डायरली डिफरेंट, एंड ਉਹ ਤਾਂ ਹੀ ਉਹ ਉਹਦੇ ਚ ਫਿਟ ਇਨ ਹੁੰਦਾ ਹੈ, ਤੇ ਤਾਂ ਸਾਨੂੰ ਬਾਤ ਸਾਰੀ ਸਮਝ ਆਉਂਦੀ ਹੈ। ਔਰ ਤੁਸੀਂ ਇਹ ਵੀ ਬੜਾ ਪਿਆਰ ਨਾਲ ਦੱਸਿਆ ਕਿ ਜਿਹੜੀ ਇੱਕ ਤੁਕ ਨੂੰ ਆਪਾਂ ਲੈਂਦੇ ਹਾਂ, ਜਦ ਤੱਕ ਉਹਦਾ ਹੋਲ ਉਹਨੂੰ ਜਿਹੜਾ ਸਪੋਰਟਿਵ ਹੋਰ ਤਰ੍ਹਾਂ ਦੇ ਸਾਰੇ ਕੰਸੈਪਟ ਜਿਹੜੇ, ਕਿਉਂਕਿ ਸਾਰੇ ਹੀ ਯੂਨੀਕਲੀ ਡਿਫਰੈਂਟ ਹੋਣ ਕਰਕੇ ਉਹ ਸਾਰਾ ਯੂਨੀਕ ਕੰਸੈਪਟ ਵੱਖਰਾ ਵੱਖਰਾ ਚੱਲੂਗਾ, ਤਾਂ ਸਾਰੀ ਇਨ ਹੋਲਿਸਟਿਕਲੀ ਸਮਝ ਆਏਗੀ। ਦੈਟ ਵਾਜ਼ ਵੰਡਰਫੁਲ ਜੀ। ਇੱਕ ਹੋਰ ਜੀ ਤੁਸੀਂ ਗੱਲ ਕਹੀ ਹੈ ਬਹੁਤ, ਉਹ ਸ਼ਾਇਦ ਹੋਰ ਜਿਹੜੇ ਲੈਕਚਰ ਪਹਿਲਾਂ ਹੋਏ ਸੀਗੇ ਉਹਦੇ 'ਚ ਇਹ ਗੱਲ ਆਈ ਸੀ, ਸ਼ਾਇਦ ਤੁਸੀਂ ਵੀ ਇਹਨੂੰ ਆਪਣੇ ਥਾਟ ਸਿਸਟਮ 'ਚ ਲਾਇਓ ਤੇ ਇਸ ਨੂੰ ਹੋਰ ਇਲੈਬੋਰੇਟ ਕਰਿਓ। ਤੁਸੀਂ ਬੜਾ ਪਿਆਰਾ ਵਰਡ ਬੋਲਿਆ ਕਿ ਗੁਰਬਾਣੀ ਸਾਨੂੰ ਆਈਡੀਅਲ ਲਾਈਫ ਜਿਉਣ ਦਾ ਉਹ ਦਿਸ਼ਾ ਨਿਰਦੇਸ਼ ਸਾਨੂੰ ਗਾਈਡਲਾਈਨ ਦਿੰਦੀ ਹੈ। Therefore, this ideal life is holistic. We, on the contrary, ਇਹ ਗੱਲ ਕਹੀ ਜਾ ਰਹੀ ਹੁੰਦੀ ਹੈ ਕਿ ਗੁਰਬਾਣੀ ਵਿੱਚ ਲਾਈਫ ਦੇ ਕੋਈ ਸੋਸ਼ਲ ਨਿਯਮ ਨੇ, ਉਹਦੇ ਬਾਰੇ ਜ਼ਿਕਰ ਛੱਡਿਆ ਗਿਆ, ਰਹਿ ਗਿਆ ਹੈ, ਜਿਸ ਤਰ੍ਹਾਂ ਕਿ ਇਸਲਾਮ ਦੇ ਫਲਾਣੇ ਵਿੱਚ ਹੈਗਾ ਜਾਂ ਕਿਸੇ ਹੋਰ ਧਰਮ 'ਚ ਇਸ ਤਰ੍ਹਾਂ ਹੈਗਾ। ਤੇ ਬਟ ਇੱਕ ਆਈਡੀਅਲ ਲਾਈਫ ਜਿਹੜੀ ਤੁਸੀਂ ਗੱਲ ਬਗਲੇ ਵਾਸਤੇ ਕਹੀ ਹੈ ਵੀ ਐਕਟਿੰਗ ਨਹੀਂ ਅਸੀਂ ਕਰ ਸਕਦੇ ਟੂ ਬੀ ਸਪਿਰਿਚੁਅਲ, ਐਂਡ ਦੈਨ ਓਕੇ ਨਾਓ ਜੀ ਹੁਣ ਲੈਟ ਅਸ ਕਮ ਟੂ ਟਰਮਸ, ਹਾਂਜੀ ਮੇਰਾ ਹਿੱਸਾ ਕੀ ਹੈ, ਪਰਿਵਾਰ ਦਾ ਕਿਵੇਂ ਵੰਡਣਾ ਜੀ, ਇਹਦਾ ਮਲਕੀਅਤ ਕਿਹਦੀ ਹੋਏਗੀ, ਇਹਨਾਂ ਚੀਜ਼ਾਂ ਤੋਂ ਤੇ ਨਿਰਲੇਪ ਹੋ ਗਿਆ ਬੰਦਾ। ਉਹ ਸਾਰਾ ਚੀਜ਼ਾਂ ਮਤਲਬ ਉਹ ਇਕੱਲਾ ਨਹੀਂ ਹੋਇਆ, ਉਹ ਸਾਰਾ ਪਰਿਵਾਰ ਇਸ ਆਧਾਰ ਹੋ ਚੁੱਕਿਆ, ਤੇ ਸਾਰਾ ਪਰਿਵਾਰ ਕਿੱਥੇ ਪਹੁੰਚ ਰਿਹਾ ਉਹ। ਪਰ ਇਸ ਨੂੰ ਐਂ ਲਿਆ ਜਾ ਰਿਹਾ ਵੀਰ ਜੀ ਕਿ ਮਤਲਬ ਇਹ ਗੱਲਾਂ ਰਹਿ ਗਈਆਂ ਨੇ, ਮਤਲਬ ਇਹ ਸਾਡੀ ਐਕਟਿੰਗ ਦਾ ਵੀ ਪਰਲੇ ਦਰਜੇ ਦੀ ਮਤਲਬ ਗੱਲ ਹੈ ਕਿ ਉਹ ਉਹਨਾਂ ਨੂੰ ਜਿਨ੍ਹਾਂ ਨੇ ਇਸ ਗੱਲ ਨੂੰ ਆਫੀਸ਼ੀਅਲੀ ਕਹਿਤਾ ਵੀ ਆਹ ਤੇ ਤੁਹਾਡਾ ਧਰਮ ਹੈ, ਹੁਣ ਤੁਸੀਂ ਕਮ ਟੂ ਟਰਮਸ, ਹੁਣ ਤੁਸੀਂ ਦੇਖੋ ਪੁੱਤ ਦੀ ਹੈ ਕਿਹੜੀ ਕਿਹੜੀ ਜਾਇਦਾਦ ਭੈਣ ਨੂੰ ਦੇਣੀ ਕਿ ਨਹੀਂ ਦੇਣੀ, ਇਹਦੇ ਬਾਰੇ ਗੁਰਬਾਣੀ ਨੇ ਕੁਝ ਕਿਹਾ ਹੀ ਨਹੀਂ। ਵੀ ਤੁਸੀਂ ਜਦੋਂ ਆਈਡੀਅਲ ਲਾਈਫ 'ਚ ਆ ਗਏ, ਸਾਰੀਆਂ ਗੱਲਾਂ ਵਿੱਚ ਆ ਗਈਆਂ। ਯੂ ਕੈਨ ਨਾਟ ਐਕਟ ਟੂ ਬੀ ਸਪਿਰਿਚੁਅਲ, ਯੂ ਆਰ, ਐਂਡ ਦੇਅਰਫੋਰ ਆਹ ਚੀਜ਼ਾਂ ਤੁਹਾਡੇ ਵਾਸਤੇ ਰਿਡੰਡੈਂਟ ਫॉर ਗੁੱਡ ਹੋ ਗਈਆਂ ਨੇ, ਤੇ ਤੁਸੀਂ ਉਹ ਤੁਹਾਡੇ ਵਾਸਤੇ ਵੀ ਹੋਈਆਂ, ਪਰਿਵਾਰ ਵਾਸਤੇ ਵੀ ਹੋ ਗਈਆਂ, ਤੇ ਇਹ ਏਜੰਡਾ ਹੀ ਨਹੀਂ ਹੈ ਸਾਡਾ ਗੁਰਸਿੱਖ ਦਾ। ਸੋ ਇਹ ਆਈਡੀਅਲ ਲਾਈਫ 'ਚ ਤੁਸੀਂ ਬਹੁਤ ਕੁਝ ਇਸ ਟਰਮ ਵਿੱਚ ਆਈਡੀਅਲ ਲਾਈਫ ਸਟਾਈਲ ਕਹਿ ਗਏ ਹੋ। ਇਹ ਬਾਕੀ ਉਹਨਾਂ ਸਾਰਿਆਂ ਦੇ ਆਨਸਰ ਨੇ ਜਿਹੜੀਆਂ ਡਿਸਕਸ਼ਨ ਪਹਿਲੇ ਹੋਈਆਂ, ਤੇ ਇਸ ਨੂੰ ਕਈ ਵਾਰੀ ਗੁਰਸਿੱਖ ਇਸ ਗੱਲ ਤੋਂ ਵੀ ਸੀਗੇ ਵੀ ਇਹ ਸਾਡਾ ਕਿਤੇ ਰਹਿ ਗਿਆ ਐਸਪੈਕਟ, ਬਟ ਉਹ ਰਹਿ ਨਹੀਂ ਗਿਆ, ਉਹ ਸਾਨੂੰ ਲੋੜੀਂਦਾ ਹੀ ਨਹੀਂ ਹੈ, ਔਰ ਉਹ ਕੈਰੀਡ ਫਾਰਵਰਡ, ਉਹ ਇਟ ਹੈਜ਼ ਬੀਨ ਵੈਰੀ ਵੈਲ ਟੇਕਨ, ਬਟ ਇਟ ਹੈਜ਼ ਬੀਨ ਟੇਕਨ ਆਈਡੀਅਲੀ। That was wonderful ਜੀ, so nice of you ਜੀ। Thank you। Thank you। ਡਾਕਟਰ ਸਾਹਿਬ, ਜਿਹੜਾ ਚਰਨ ਕਮਲ ਸਿੰਘ ਜੀ ਨੇ ਸਾਂਝ ਕੀਤੀ ਹੈ ਟਰਮ ਬਾਰੇ, ਤੁਸੀਂ ਪਹਿਲਾਂ ਅਨਾਉਂਸ ਵੀ ਕੀਤਾ ਵੀ ਸਾਡੀਆਂ ਲਿਵਿੰਗ ਟ੍ਰੈਜਰ ਦੀਆਂ 45-47 ਬੁੱਕਸ ਨੇ,
इस वारी इंडिया में 26 जनवरी सैमीनार करके बुक लॉन्च की है। ਇਹਦਾ ਨਾਂ ਹੈ ਸ਼ਬਦ ਜੁਗਤ ਸ਼ਬਦ ਤਖਤ। एसेंस ऑफ दैट टर्म ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਵਰਤੀਆਂ ਜਾਂਦੀਆਂ, ਜਿਵੇਂ ਅੰਨੇ ਦਾ ਮਤਲਬ ਹੈ ਡਾਕਟਰੀ ਲੈਂਗੁਏਜ, ਜਿਹੜਾ ਅੰਨਾ ਹੁੰਦਾ ਉਹਨੂੰ ਅੰਨਾ ਨਹੀਂ ਕਹਿੰਦੇ ਨੇ। ਅੰਨੇ ਸੇ ਨਾ ਆਖੇ ਜਿਨ ਮੁਖ ਨੂੰ ਨਾ ਹੈ, ਅੰਨੇ ਸੇ ਹੀ ਨਾਨਕਾ ਖਸਮੋ ਕੁੱਥੇ ਜਾਏ। ਸੋ ਗੁਰਬਾਣੀ ਉਹਨੂੰ ਅੰਨਾ ਕਹਿੰਦੇ ਜਿਹੜਾ ਸੱਚ ਤੋਂ ਦੂਰ ਜਾਂਦਾ ਹੈ, ਪੁੱਠੇ ਰਾਹ ਚੱਲਦਾ ਹੈ, ਹਾਥ ਦੀ ਪੂਏ ਪਰੇ ਵਾਲੇ ਨੂੰ। ਇੰਜ ਅਸੀਂ ਇੱਧਰ 50 ਟਰਮਸ ਲਿਖੀਆਂ, ਵੋਲਿਊਮ 2 ਔਰ 3 ਅਸੀਂ ਲਿਖ ਰਹੇ ਹਾਂ। ਇਹ ਟਰਮਸ ਜਿਸ ਤਰ੍ਹਾਂ ਇਹਦੇ ਚ ਪਹਿਲੀ ਟਰਮ ਆਈ ਹੈ ਸੰਤ, ਤਾਂ ਅਸੀਂ ਲਿਖਿਆ ਸੰਤ ਦਾ ਮਤਲਬ ਕੋਈ ਮਨੁੱਖ ਨਹੀਂ। ਜਦੋਂ ਮੈਂ ਆਈਡੀਅਲ ਫੁੱਟਸਟੈਪਸ ਤੇ ਚੱਲਦਾ ਹਾਂ, ਵਰਚੂਜ਼ ਦੇ ਜੀਵਨ ਜਾਚ, ਉਹਨੂੰ ਸੰਤ ਕਹਿੰਦੇ ਨੇ। ਸੰਤ ਦਾ ਮਾਰਗ ਕਿਸੇ ਮਨੁੱਖ ਦਾ ਮਾਰਗ ਨਹੀਂ। ਸੰਤ ਦਾ ਮਾਰਗ ਮੀਨਸ ਆਈਡੀਅਲ ਪਾਥ, ਧਰਮ ਕੀ ਪੌੜੀ ਸਾਰੀ ਦੁਨੀਆ ਵਾਸਤੇ। ਇਸ ਤਰੀਕੇ ਦੇ ਨਾਲ ਇਹ ਟਰਮਸ ਜਿਹੜੀਆਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਮੁਤਾਬਕ ਲਿਖੀਆਂ ਨੇ, ਔਰ ਈਚ ਵੋਲਿਊਮ 50 ਟਰਮਸ ਦਾ ਹੈ। ਮੇਰਾ ਨੈਫਿਊ ਸਾਹਿਬ ਸਿੰਘ ਕਹਿੰਦਾ ਭਿੰਦਰ ਚਾਚਾ ਇਹਨੂੰ ਪਾਸਪੋਰਟ ਸਾਈਜ਼ ਬਣਾਓ, ਓਨਲੀ 50 ਪੇਜ ਦੀ ਬਣਾਓ, ਲਿਮਿਟਿਡ ਇੱਕ ਪਾਕਟ ਵਿੱਚ ਰੱਖੋ। ਇੱਕ ਜਰਨੀ ਵਿੱਚ ਇੱਕ ਮਨੁੱਖ ਸਾਰੀਆਂ ਟਰਮਸ ਪੜ੍ਹ ਸਕਦਾ। ਇਸ ਕਰਕੇ ਅਸੀਂ ਇੱਕ ਪੇਜ ਦੀ 2-2 3-3 ਟਰਮਸ ਲਿਖੀਆਂ। ਇਹ ਟਰਮਸ ਦੇ ਮੁਤਾਬਕ ਜਦੋਂ ਅਸੀਂ ਸ਼ਬਦਾਂ ਨੂੰ ਆਪਣੇ ਤੇ ਫੰਕਸ਼ਨਲ ਮੀਨਿੰਗ ਦੇਖਾਂਗੇ ਨਾ, ਕਿ ਮੇਰੇ ਤੇ ਐਪਲੀਕੇਬਲ ਕਿਵੇਂ ਹੁੰਦੇ ਨੇ, ਮੇਰੀ ਪ੍ਰੈਕਟੀਕਲ ਲਾਈਫ ਕਿਵੇਂ ਬਣਦੀ ਹੈ, ਤਾਂ ਸਾਰੇ ਸ਼ਬਦ ਆਪਣੇ ਤੇ ਟੁੱਟਦੇ ਜਾਂਦੇ ਨੇ। ਇਹ ਸ਼ਬਦ ਜੁਗਤ ਸ਼ਬਦ ਤੱਤ ਹੁਣ ਵੋਲਿਊਮ 1 ਹੈ, ਲਾਂਚ ਹੋ ਚੁੱਕਾ ਹੋਇਆ। ਲਿਵਿੰਗ ਟ੍ਰੈਜਰ ਦੇ ਆਫਿਸ ਤੋਂ ਮੰਗਾਇਆ ਜਾ ਸਕਦਾ। ਅਮਰੀਕਾ ਔਰ ਕੈਨੇਡਾ ਵੀ ਇਹਦੇ ਐਡਰੈਸਿਸ ਤੁਹਾਨੂੰ ਦੇ ਦਿਆਂਗੇ ਜਿੱਥੋਂ ਮਿਲਦੀ ਹੈ। ਸਾਰਾ ਸਟਾਕ ਕੈਨੇਡਾ ਵੀ ਹੈ ਔਰ ਅਮਰੀਕਾ ਵੀ ਹੈ। ਤੇ ਇਸ ਤਰੀਕੇ ਦੇ ਨਾਲ ਇਹ ਜਿਹੜਾ ਸ਼ਬਦ ਸਾਂਝ ਕੀਤਾ ਹੈ, ਇਸ ਤਰ੍ਹਾਂ ਦੀ ਸਾਡੇ ਜੀਵਨ ਜਾਚ ਦਾ ਖਜ਼ਾਨਾ ਵੋਲਿਊਮ 1 2 3 4 4 ਵੋਲਿਊਮ ਲਾਂਚ ਹੋ ਚੁੱਕੇ ਨੇ 16 ਸ਼ਬਦਾਂ ਦੇ, ਉਹ ਵੀ ਸਾਰੇ ਅਵੇਲੇਬਲ ਨੇ। ਸੋ ਇਹ ਮੈਂ ਬੇਨਤੀ ਕਰਨਾ ਚਾਹੁੰਦਾ ਸੀ ਕਿ ਟਰਮਸ ਜਦੋਂ ਤੱਕ ਸਾਨੂੰ ਗੁਰਮਤ ਅਨੁਸਾਰ ਕਲੀਅਰ ਨਹੀਂ ਹੋਣਗੀਆਂ, ਤਾਂ ਤੱਕ ਅਸੀਂ ਸ਼ਬਦ ਦੇ ਅਰਥ, ਪੁਰਾਣੀ ਫਿਲਾਸਫੀ, ਗੁਰਮਤ ਤੋਂ ਪਹਿਲਾਂ ਦੀ ਫਿਲਾਸਫੀ, ਹਜ਼ਾਰਾਂ ਸਾਲਾਂ ਤੋਂ ਭਰਮ ਵਿੱਚ ਪਾਉਣ ਵਾਲੀ ਫਿਲਾਸਫੀ ਦੀ ਅਣਖ ਲਗਾ ਕੇ ਅਰਥ ਕਰਦੇ ਰਹਾਂਗੇ, ਤਾਂ ਅਸੀਂ ਭੁਲੇਖੇ ਚ ਪਏ ਰਹਾਂਗੇ। ਠੀਕ ਹੈ ਜੀ। ਸਰਦਾਰ ਪੁਸ਼ਪਿੰਦਰ ਸਿੰਘ ਜੀ, ਤੁਸੀਂ ਹੱਥ ਖੜਾ ਕੀਤਾ ਸੀ, ਗੱਲ ਕਰ ਲਓ ਜੀ, ਫਿਕਰ ਨਹੀਂ ਹੈ। ਪੁਸ਼ਪਿੰਦਰ ਜੀ। ਹਾਂਜੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪੁੱਛਣਾ ਚਾਹੁੰਦਾ ਸੀਗਾ ਕਿ ਜਿਵੇਂ ਅਸੀਂ ਇੱਕ ਤੇ ਕੁਦਰਤੀ ਆਪਦਾਵਾਂ ਜਿਹੜੀਆਂ ਆਉਂਦੀਆਂ ਹਨ, ਜਿਨ੍ਹਾਂ ਨੂੰ ਅਸੀਂ ਕਹਿ ਦਿੰਦੇ ਹਾਂ ਕਿ ਰੱਬੀ ਰਜ਼ਾ ਦੇ ਵਿੱਚ ਭੂਚਾਲ ਆਉਂਦਾ ਹੈ, ਜਾਂ ਅੱਜ ਕੱਲ੍ਹ ਜਿਹੜੇ ਜਿਵੇਂ ਜੰਗ ਛਿੜੀ ਹੋਈ ਹੈ, ਤਾਂ ਉਹ ਵੀ ਅਸੀਂ ਕਹਿ ਦਿੰਦੇ ਹਾਂ ਕਿ ਵੀ ਜਿਵੇਂ ਰੱਬ ਦਾ ਭਾਣਾ, ਕੋਈ ਵੀ ਸਾਡੇ ਨਾਲ ਨੈਗੇਟਿਵ ਵਾਪਰ ਜਾਂਦਾ ਤਾਂ ਅਸੀਂ ਕਹਿ ਦਿੰਦੇ ਹਾਂ ਕਿ ਰੱਬ ਦਾ ਭਾਣਾ। ਤੇ ਇਹ ਰੱਬ ਦਾ ਭਾਣਾ ਜਿਹੜਾ ਅਸੀਂ ਸਮਝਦੇ ਹਾਂ, ਤੇ ਗੁਰਬਾਣੀ ਦੇ ਵਿੱਚ ਜਿਹੜਾ ਰੱਬ ਦਾ ਭਾਣਾ, ਜਾਂ ਜਿਵੇਂ ਤੁਸੀਂ ਅੱਜ ਰੱਬੀ ਰਜ਼ਾ ਦੀ ਗੱਲ ਕੀਤੀ ਹੈ, ਉਹਦੇ ਵਿੱਚ ਕੀ ਅੰਤਰ ਹੈ? ਪੁਸ਼ਪਿੰਦਰ ਸਿੰਘ ਜੀ, ਜਦੋਂ ਅਸੀਂ ਆਪਣਾ ਪਹਿਲਾ ਜੋ ਕੁਝ ਸਾਨੂੰ ਪਤਾ ਹੈ ਉਸ ਨੂੰ ਪੌਜ਼ ਕਰਕੇ, ਜਾਂ ਉਹਨੂੰ ਮੈਂ ਡਿਲੀਟ ਤੇ ਨਹੀਂ ਕਿਸੇ ਦਾ ਕਰਾ ਸਕਦਾ, ਪਰ ਉਹਨੂੰ ਪੌਜ਼ ਕਰਕੇ ਉਹਨੂੰ ਆਪਣੇ ਤੋਂ ਥੋੜੀ ਦੇਰ ਲਈ ਆਊਟ ਰੱਖ ਕੇ ਸ਼ੁਰੂ ਤੋਂ ਜਦੋਂ ਜਪਜੀ ਸਾਹਿਬ ਪੜ੍ਹਨਾ ਸ਼ੁਰੂ ਕਰਾਂਗੇ, ਤਾਂ ਸ਼ੁਰੂ 'ਚ ਇਹ ਆ ਗਿਆ ਟੌਪਿਕ ਸੋਚਿਆ ਸੋਚਣਾ ਹੋਵੀ ਤੋਂ ਲੈ ਕੇ ਪਹਿਲੀ ਪੌੜੀ ਦੇ ਅਖੀਰ ਤੱਕ ਆ ਗਿਆ। ਸੋਚਿਆ ਸੋਚਣਾ ਹੋਵੀ ਜੇ ਸੋਚੀ ਲਖਵਾਰ, ਚੁੱਪਾ ਚੁੱਪਣਾ ਹੋਵੀ ਜੇ ਲਾਇਰਾਂ ਲਿਵਤਾਰ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੂਰੀਆਂ ਪਾਰ, ਸਹਿਸ ਸਿਆਣਪਾ ਲੱਖ ਹੋਈ ਤਾਂ ਇੱਕ ਨਾ ਚੱਲੇ ਨਾਲ, ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟੇ ਪਾਲ। ਹੁਣੇ ਆ ਗਿਆ ਹੁਕਮ ਰਜ਼ਾਈ ਚੱਲਣਾ। ਹੁਣੇ ਤਾਂ ਕੋਈ ਭੁਚਾਲ ਨਹੀਂ ਆਇਆ, ਕੋਈ ਕਿਸੇ ਦੀ ਧੀ ਨੂੰ ਜ਼ੁਲਮ ਦੇ ਹੇਠਾਂ ਨਹੀਂ ਸਾੜਿਆ, ਕੋਈ ਕੰਟਰੀ ਦੂਜੀ ਕੰਟਰੀ ਨਾਲ ਨਹੀਂ ਲੜੀ। ਹੁਣੇ ਤਾਂ ਕੋਈ ਹੁਕਮ, ਇਹ ਅਚਾਨਕ ਹੁਕਮ ਰਜ਼ਾ ਦਾ ਟੌਪਿਕ ਆ ਗਿਆ, ਔਰ ਦੂਜੀ ਪੌੜੀ ਅੰਦਰ ਫਿਰ ਹੁਕਮ ਸਮਝਾ ਰਹੇ ਨੇ। ਅਸੀਂ ਗੁਰਬਾਣੀ ਜੋ ਹੁਕਮ ਰਜ਼ਾ ਨੂੰ ਸਮਝਣਾ ਹੈ, ਦੁਨੀਆ ਜਿਹੜੀ ਟਰਮ ਨੂੰ ਯੂਜ਼ ਕਰਕੇ ਆਪਣੀ ਰੋਜ਼ਮਰਾ ਦੀ ਲੈਂਗੁਏਜ ਵਿੱਚ ਵਰਤਦੀ ਰਹਿੰਦੀ ਹੈ। ਕਿਸੇ ਦੀ ਧੀ ਨੂੰ ਕੋਈ ਦਾਜ ਦੇ ਨਾਂ ਹੇਠਾਂ ਸਾੜ ਦਿੱਤਾ, ਇਹ ਰੱਬ ਜੀ ਦਾ ਹੁਕਮ ਪਾਣਾ ਨਹੀਂ ਹੈ। ਇੱਕ ਕੰਟਰੀ ਦੂਜੀ ਕੰਟਰੀ ਨੂੰ ਮਾਰਦੀ ਹੈ, ਇੱਕ ਮੈਜੋਰਿਟੀ ਮਿਨੋਰਿਟੀ ਨੂੰ ਮਾਰਦੀ ਹੈ, ਰੱਬ ਦਾ ਪਾਣਾ ਨਹੀਂ ਹੈ। ਕਦੀ ਕੋਈ ਵੀ ਮਨੁੱਖ ਆਪਣੇ ਅਵਗੁਣਾ ਨੂੰ ਦੇਖੇ, ਔਰ ਆਪਣੇ ਅਵਗੁਣਾ ਨਾਲ ਮਨੁੱਖ ਰਲ ਕੇ ਆਪਣੀ ਮੈਜੋਰਿਟੀ ਬਣਾ ਕੇ ਮੰਦੀ ਗੇਮ ਖੇਡਦੇ ਨੇ, ਉਹ ਰੱਬ ਦਾ ਪਾਣਾ ਨਹੀਂ ਹੁੰਦਾ। ਸਾਨੂੰ ਕਹਿ ਰਿਹਾ ਆਪਣੇ ਬਾਰੇ ਤੂੰ ਸੋਚ ਕਿ ਤੂੰ ਰੱਬੀ ਪਾਣੇ ਨਿਜ ਕਰ ਦੀ ਆਵਾਜ਼ ਤੇ ਪਾਣੇ ਅਨੁਸਾਰ ਜੀ ਰਿਹਾ ਕਿ ਨਹੀਂ। ਸੋ ਅਸੀਂ ਗੁਰਬਾਣੀ ਚੋਂ ਸਾਰੀਆਂ ਜਿਹੜੀਆਂ ਟਰਮਸ ਵੀ ਸਾਂਝ ਕੀਤੀਆਂ ਨਾ ਪੁਸ਼ਪਿੰਦਰ ਸਿੰਘ ਜੀ, ਇਹਦੇ ਅੰਦਰ ਸਾਰੀਆਂ ਟਰਮਸ ਗੁਰਬਾਣੀ ਦੇ ਅਰਥਾਂ ਦੇ ਅਨੁਸਾਰ ਟਰਮ ਸਮਝਣ ਦਾ ਯਤਨ ਕੀਤਾ ਹੈ। ਗੁਰਬਾਣੀ ਕਨਸੈਪਟ ਤੇ
इसी करके ਅਸੀਂ ਕਹਿੰਦੇ ਆ ਕਿ ਇਹਨੂੰ ਪ੍ਰੌੜਾਵਾਦ ਕਹਿੰਦੇ ਨੇ, ਸਪੀਕਿੰਗ ਇਨ ਵਰਨੈਕੂਲਰ ਕਹਿੰਦੇ ਨੇ। ਗੁਰਬਾਣੀ ਪ੍ਰਚਲਿਤ ਦੁਨੀਆ ਦੇ ਲਫ਼ਜ਼ ਵਰਤ ਕੇ ਸੁਨੇਹਾ ਆਪਣਾ ਉਹਦੇ ਵਿੱਚ ਰੱਖਿਆ ਹੈ, ਮੈਟਾਫਰ ਯੂਜ਼ ਕੀਤੇ ਨੇ, ਸੁਨੇਹਾ ਗੁਰਮਤ ਦਾ ਰੱਖਿਆ ਹੈ। ਰੱਬ ਦੀ ਗੱਲ ਕੀਤੀ ਹੈ ਪਰ ਉਹ ਵਾਲਾ ਨਹੀਂ ਜਿਹੜਾ ਡਿਸਟਰਕਸ਼ਨ ਕਰਦਾ ਹੈ, ਬਲਕਿ ਰੱਬ ਦੀ ਗੱਲ ਕੀਤੀ ਹੈ ਕਿ ਉਹ ਰੱਬ ਤੇਰੇ ਅੰਦਰ ਵਸਦਾ ਹੈ। ਜੇ ਸ੍ਰਿਸ਼ਟੀ ਦੀ ਗੱਲ ਕੀਤੀ ਹੈ ਤੇ ਅੰਦਰ ਦੀ ਸ੍ਰਿਸ਼ਟੀ ਬਾਰੇ ਗੱਲ ਕੀਤੀ ਹੈ। ਜੇ ਸਿੰਬਲ ਰੁੱਖ ਦੀ ਗੱਲ ਕੀਤੀ ਹੈ ਤਾਂ ਮੇਰੇ ਫਲ ਫਿੱਕੇ ਫੁੱਲ ਬਕ ਬਕੇ ਵਾਲੇ ਗੁਣਾ ਦੀ ਅਵਗੁਣਾ ਦੀ ਗੱਲ। ਸੋ ਗੁਰੂ ਸਾਹਿਬ ਦੀ ਅਸੀਂ ਉਸ ਨੂੰ ਸਮਝਣਾ ਕਿ ਮੈਨੂੰ ਕੀ ਸੁਨੇਹਾ ਦੇ ਰਹੀ ਹੈ, ਤਾਂ ਫਿਰ ਭਾਣਾ ਹੁਕਮ ਸਮਝ ਆਉਂਦਾ ਹੈ ਕਿ ਨਿਜ ਘਰ ਦੀ ਆਵਾਜ਼ ਨੂੰ ਇਗਨੋਰ ਕਰਨਾ, ਭਾਣਾ ਨਾ ਮੰਨਣਾ, ਰੱਬੀ ਰਜ਼ਾ ਅਨੁਸਾਰ ਨਾ ਜੀਣਾ ਕਹਿਲਾਉਂਦਾ। ਠੀਕ ਹੈ ਜੀ, ਠੀਕ ਹੈ, ਠੀਕ ਹੈ। हाँ जी, हुण KM, पर मैनूं पता नहीं KM ਦਾ ਮਤਲਬ KM ਸਿੰਘ ਹੈ ਜਾਂ KM ਕੌਰ ਹੈ ਜੀ। हाँ जी, करो जी गल। थैंक यू जी, अपना नाम ही दस दो जी। हाँ जी, सत श्री अकाल, मेरा नाम करणदीप। अच्छा जी, प्लीज गल करो जी। हाँ जी, थैंक यू जी। थैंक यू सो मच। सत श्री अकाल सर, I'm really मैं ਤੁਹਾਨੂੰ ਕਾਫੀ ਦੇਰ ਤੋਂ ਫੋਲੋ ਕਰ ਰਹੀ ਹਾਂ, and then I must say ਕਿ ਤੁਹਾਡੀ ਐਕਸਪਲੇਨੇਸ਼ਨ ਬਹੁਤ ਵਧੀਆ ਹੁੰਦੀ ਹੈ, but maybe because I understand you are a civil engineer and so am I electronics, so ਕਾਫੀ clarity ਮੈਨੂੰ ਬਹੁਤ ਵਧੀਆ ਲੱਗਦੀ concepts the way you explain। ਤੇ I think you already answered my question that I was ਮੈਂ ਕਹਿਣਾ ਸੀ keywords ਦੀ ਕੋਈ the booklet ਜਿਸ ਦਾ meanings ਪਤਾ ਲੱਗਣ, ਜਿੱਦਾਂ ਤੁਸੀਂ already explain ਕਰਦਾ ਕਿ 50 words per booklet, and it's ਕਾਫੀ helpful ਆ understand ਕਰਨ ਲਈ, especially keywords ਤੋਂ ਬਹੁਤ ਸਾਨੂੰ ਜ਼ਿਆਦਾ alignment ਹੁੰਦੀ ਹੈ ਕਿ reference ਕੀ ਕਰ ਰਿਹਾ ਗੁਰੂ ਗ੍ਰੰਥ ਸਾਹਿਬ ਵਿੱਚ। ਤੇ it will be really good, and I must say I will follow up and order these books। And this is the first time मैं ਤੁਹਾਨੂੰ online ਕਰ ਰਹੀ ਹਾਂ because I never had the opportunity to see you in person, but thank you so much and really appreciate what you do। Thank you। ਤੁਸੀਂ ਕਿੱਥੇ ਰਹਿੰਦੇ ਹੋ ਜੀ? New Zealand। Oh, nice to meet you online। ਤੇ ਤੁਹਾਡਾ ਨਾਂ ਕੀ ਬੋਲਿਆ ਤੁਸੀਂ? ਕਰਨਦੀਪ। ਕਰਨਦੀਪ। ਕਰਨਦੀਪ ਜੀ, ਅਸੀਂ ਨਿਊਜ਼ੀਲੈਂਡ ਔਰ ਆਸਟ੍ਰੇਲੀਆ ਕਾਫੀ ਸਾਰੇ ਪ੍ਰੋਗਰਾਮ ਕੀਤੇ ਨੇ, ਉੱਥੇ ਵੀ ਸਾਡੇ ਲਿਵਿੰਗ ਟ੍ਰੈਜਰ ਦੇ ਮੈਂਬਰਸ ਨੇ। ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਤੁਹਾਨੂੰ ਜੋ ਵੀ ਤੁਸੀਂ ਟੇਪਸ ਜਾਂ ਸੀਡੀਜ਼ ਜਾਂ ਬੁੱਕਸ ਜਾਂ ਸਾਡੇ ਲਿਟਰੇਚਰ ਨੂੰ ਲੈਣਾ ਚਾਹੋ ਤੇ ਉਹ ਤੁਹਾਡੇ ਨਾਲ ਸਾਂਝ ਕਰ ਸਕਦੇ ਨੇ। ਔਰ ਉਹ ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਥੈਂਕ ਯੂ ਸੋ ਮਚ। ਹਾਂਜੀ ਜ਼ਰੂਰ, ਥੈਂਕ ਯੂ। ਠੀਕ ਹੈ ਜੀ, ਠੀਕ। ਇੱਕ ਹੈ ਆਈਫੋਨ ਤੇ ਮੈਸੇਜ ਹੈਗਾ ਜੀ, ਮੈਨੂੰ ਨਾਂ ਤੇ ਨਹੀਂ ਪਤਾ। ਦੀਰਘ ਅਤੇ ਭਾਵਪੂਰਤ ਵਿਚਾਰਾਂ ਲਈ ਸਤਿਕਾਰ ਸਹਿਤ ਧੰਨਵਾਦ। ਅੰਦਰ ਵਾਲੀ ਰੱਬੀ ਆਵਾਜ਼ ਦੀ ਨਿਸ਼ਾਨੀ ਕੀ ਅਤੇ ਕਿਵੇਂ ਅਤੇ ਕਦੋਂ ਸੁਣਾਈ ਦੇਣ ਲੱਗਦੀ ਹੈ? ਜੇ ਇਸ ਬਾਰੇ ਹੋ ਸਕੇ ਤਾਂ ਚਾਨਣਾ ਪਾਉਣ ਦੀ ਕਿਰਪਾਲਤਾ ਕਰੋ ਜੀ। ਅੱਛਾ ਜੀ, ਮੈਂ ਵੀ ਜਾਚ ਸਿੱਖ ਰਿਹਾ। ਡਾਕਟਰ ਸਾਹਿਬ ਜਿਨ੍ਹਾਂ ਨੇ ਕੁਐਸਚਨ ਕੀਤਾ ਉਹਨਾਂ ਨੇ ਨਾਮ ਹੀ ਲਿਖਿਆ? ਨਹੀਂ ਜੀ, ਆਈਫੋਨ ਲਿਖਿਆ ਹੋਇਆ ਜੀ। ਅੱਛਾ ਜੀ, ਮੇਰਾ ਨਾਮ ਕੁਲਵੰਤ ਸਿੰਘ ਹੈ ਜੀ। ਅੱਛਾ ਜੀ, ਕੁਲਵੰਤ ਸਿੰਘ ਹੁੰਡਲ ਸਾਹਿਬ। ਹਾਂ ਜੀ, ਕੁਲਵੰਤ ਸਿੰਘ ਜੀ ਤੁਸੀਂ ਆਪ ਹੀ ਪੁੱਛ ਲਓ ਤਾਂ ਫਿਰ ਹੋਰ ਕੋਈ ਗੱਲ ਨੂੰ ਠੀਕ ਕਰਕੇ ਕਹਿ ਦਿਓ ਕਿ ਠੀਕ ਹੈ। ਨਹੀਂ, ਉਹ ਸਮਝ ਗਏ ਆ ਜੀ, ਹੁਣ ਆਪੇ ਜਵਾਬ ਦੇ ਦੇਣਗੇ। ਹਾਂ ਜੀ, ਜੋ। ਅੱਛਾ ਜੀ, ਕੁਲਵੰਤ ਸਿੰਘ ਜੀ, ਜਦੋਂ ਕੋਈ ਵੀ ਆਵਾਜ਼ ਮੈਨੂੰ ਸੁਣਾਈ ਦਿੰਦੀ ਹੈ, ਮੰਨ ਲਿਆ ਮੇਰੇ ਅੰਦਰ ਦੀ ਆਵਾਜ਼ ਆਈ ਔਰ ਉਹ ਵਾਇਸ ਹੈ, ਉਹ ਮੰਦੇ ਖਿਆਲਾਂ ਵਾਲੀ ਹੈ, ਉਹ ਸੈਲਫਿਸ਼ਨੈਸ ਵਾਲੀ ਹੈ, ਉਹ ਡਿਸਟਰਕਸ਼ਨ ਵਾਲੀ ਹੈ, ਉਹ ਦੂਜੇ ਦਾ ਵਿਗਾੜ ਕਰਨ ਵਾਲੀ ਹੈ ਔਰ ਉਹਦੇ ਅੰਦਰ ਨਫ਼ਰਤ, ਹੇਟਰੇਡ ਔਰ ਜਲਨ ਹੈ, ਤਾਂ ਮੇਰੇ ਅੰਦਰ ਦੇ ਰੱਬ ਦੀ ਆਵਾਜ਼ ਨਹੀਂ ਹੈ। ਲੇਕਿਨ ਜਿਹੜੀ ਆਵਾਜ਼ ਮੈਨੂੰ ਸੱਚ ਵਾਸਤੇ ਪ੍ਰੇਰਦੀ ਹੈ, ਸੱਚੇ ਮਾਰਗ ਤੇ ਟੁਰਨ ਵਾਸਤੇ ਕਹਿੰਦੀ ਹੈ, ਉਹ ਯੂਨੀਵਰਸਲ ਟਰੂਥ ਹੁੰਦੀ ਹੈ, ਉਹ ਸਤਿਗੁਰ ਕੀ ਆਵਾਜ਼ ਹੁੰਦੀ ਹੈ। ਓਨਲੀ ਪੋਜ਼ਿਟਿਵ ਆਈਡੀਅਲ। ਵੀਰ ਜੀ, ਮੂਰਖ ਮਨ ਜਿਹੜਾ ਹੈ ਉਹਨੂੰ ਕਿੱਦਾਂ ਸੁਣਾਈ ਦਿੰਦੀ ਹੈ? ਹਾਊ ਕੈਨ ਹੀ ਡਿਫਰੈਂਸ਼ੀਏਟ? ਉਹਦੇ ਕੋਲ ਤਾਂ ਵਿਵੇਕ ਬੁੱਧੀ ਹੈ ਨਹੀਂ ਗੀ। ਵੀਰ ਜੀ, ਅਸੀਂ ਸਾਰਿਆਂ ਨੂੰ ਨਾ ਸਭ ਨਿਦਾਨ ਦਾਸਾ ਸਿਧਾਂਤ ਠਾਕੁਰ ਕਰ ਤੋਂ ਧਰਿਆ, ਸਾਰੇ ਰੱਬ ਦੇ ਯੂਨੀਕ ਸਿਸਟਮ ਵਿੱਚ ਸਾਰੇ ਯੂਨੀਕ ਪੈਦਾ ਹੋਏ ਆ, ਵਿਵੇਕ ਬੁੱਧੀ ਲੈ ਕੇ ਪੈਦਾ ਹੋਏ ਆ। ਅਸੀਂ ਸਿਰਫ ਸੱਚ ਦੀ ਆਵਾਜ਼ ਨੂੰ ਸੁਣਦੇ ਨਹੀਂ ਆ, ਉਸਨੂੰ ਸਪਰੈਸ ਕਰਦੇ ਆ। ਜਦੋਂ ਮੈਂ ਉਸਨੂੰ ਸਪਰੈਸ ਕਰਦਾ, ਮੈਂ ਉਹ ਸੁਣਦਾ ਨਹੀਂ ਆ, ਤਾਂ ਮਨ ਕੀ ਮਤ ਵਾਲੇ ਮਾਰਗ ਤੇ ਮੈਂ ਟੁਰਦਾ। ਉਹਨੂੰ ਜਮ ਕਾ ਮਾਰਗ ਕਹਿੰਦੇ ਨੇ, ਵਾਈਸਿਸ ਦਾ ਮਾਰਗ ਕਹਿੰਦੇ ਨੇ। And we always like vices, we always choose। ਸਾਡੇ ਕੋਲ ਦੋ ਆਪਸ਼ਨ ਹੁੰਦੀਆਂ। ਮੈਂ ਉਸ ਵੇਲੇ ਜਦੋਂ ਅਸੀਂ ਦੁਬਿਧਾ ਚ ਹੁੰਦੇ ਆ, ਇਧਰ ਜਾਊਂ ਕਿ ਇਧਰ ਜਾਊਂ, ਚੰਗੇ ਪਾਸੇ ਜਾਵਾਂ ਕਿ ਮੰਦੇ ਪਾਸੇ ਜਾਵਾਂ। ਆਪਣੇ ਰੋਜ਼ਮर्रा ਦੇ ਜੀਵਨ ਵਿੱਚ ਸਾਡੇ ਘਰਾਂ ਦੇ ਵਿਚਕਾਰ ਇੱਕ ਦੂਜੇ ਦੇ ਨਾਲ ਰਿਲੇਸ਼ਨਸ਼ਿਪ ਵਿੱਚ ਵੀ
ਅਸੀਂ ਚੰਗੇ ਵਾਲੇ ਮਾਰਗ ਨੂੰ ਨਹੀਂ ਚੂਜ਼ ਕਰਦੇ ਹਾਂ। ਉਹ ਆਵਾਜ਼ ਤੇ ਆਉਂਦੀ ਹੈ ਪਰ ਉਹਨੂੰ ਸਪਰੈਸ ਕਰ ਦਿੰਦੇ ਆ ਕਿ ਜੇ ਮੈਂ ਨਮਰਤਾ ਚਲਾਂਗਾ ਤੇ ਅਗਲਾ ਸਿਰ ਤੇ ਚੜ ਜਾਏਗਾ, ਜੇ ਮੈਂ ਮਿੱਠਾ ਬੋਲਾਂਗਾ ਉਹ ਤੇ ਟਿਕਟ ਗ੍ਰਾਂਟਿਡ ਲੈ ਲੇਗਾ, ਫਿਰ ਤਾਂ ਇਹਨੂੰ ਤੇ ਸਬਕ ਸਿਖਾਉਣਾ ਚਾਹੀਦਾ ਸੀ, ਮੈਂ ਮਾਫ ਕਿਉਂ ਕਰਾਂ। ਇਸ ਤਰੀਕੇ ਨਾਲ ਕਰਦੇ ਜਾਂਦੇ ਆ ਤਾਂ ਉਸ ਆਵਾਜ਼ ਨੂੰ ਦਬਾ ਦਿੰਦੇ ਆ ਤੇ ਅਲਟੀਮੇਟਲੀ ਅਸੀਂ ਐਕਸ਼ਨ ਨੈਗੇਟਿਵ ਵਾਈਸ ਦਾ ਲੈ ਲੈਂਦੇ ਆ। ਇਹ ਸਾਰਾ ਮੇਰੇ ਮਨ ਤੇ ਡਿਪੈਂਡ ਕਰਦਾ ਹੈ ਕਿਉਂਕਿ ਮੇਰਾ ਮਨ ਢਹਿੰਦੀਆਂ ਕਲਾਂ ਵੱਲ ਜਾਂਦਾ ਹੈ। ਇਹਨੂੰ ਨੀਚੋਂ ਉੱਚ ਕੀਤਾ ਜਾ ਸਕਦਾ ਹੈ ਜੇ ਮੈਂ ਆਪਣੀ ਖੁਆਰੀ ਮਹਿਸੂਸ ਕਰਾਂ। ਜਿਹੜਾ ਖੁਆਰੀ ਮਹਿਸੂਸ ਨਹੀਂ ਕਰਦਾ ਉਹਨੂੰ ਕੋਈ ਨਹੀਂ ਸੁਣਾ ਸਕਦਾ। ਜਿਹੜਾ ਆਪਣੇ ਘਰ ਦੇ ਬੂਹੇ ਬਾਰੀਆਂ ਬੰਦ ਕਰ ਲਵੇ, ਬਾਹਰ ਸੂਰਜ ਜਿੰਨਾ ਮਰਜ਼ੀ ਤਾਕਤਵਰ ਚੜ੍ਹਿਆ ਰਹੇ, ਪ੍ਰਕਾਸ਼ ਅੰਦਰ ਨਹੀਂ ਆ ਸਕਦਾ। ਵੀਰ ਜੀ ਮੈਨੂੰ ਇੱਕ ਭੁਲੇਖਾ ਸੀਗਾ, ਹਰ ਕੀ ਕਥਾ ਅਨਾਹਦ ਬਾਣੀ। ਸੋ ਮੈਂ ਸਮਝਿਆ ਸੀ ਵੀ ਇਹ ਬਾਣੀ ਅੰਦਰੋਂ ਸੁਣਨੀ ਸ਼ੁਰੂ ਹੁੰਦੀ ਹੈ ਜਦੋਂ ਮਨ ਵਿਵੇਕੀ ਹੋ ਜਾਂਦਾ ਔਰ ਪਾਪਾਂ ਵਿਕਾਰੀ ਬਿਰਤੀਆਂ ਤੋਂ ਮੁਕਤ ਹੋ ਜਾਂਦਾ। ਜੀ ਖਿਮਾ ਕਰਨਾ, ਭੁੱਲ ਚੁੱਕ ਦੀ ਮਾਫੀ। ਜੀ ਅਸੀਂ ਇਨਰ ਵਾਇਸ ਇਜ਼ ਗॉड्स ਵਾਇਸ ਸੈਮੀਨਾਰ ਕੀਤਾ, ਉਹਦੇ ਚ ਅਸੀਂ ਸਮਝਿਆ ਸੀ ਕਿ ਇਨਰ ਵਾਇਸ ਗॉड्स ਵਾਇਸ, ਔਰ ਉਸ ਤੋਂ ਪਹਿਲਾਂ ਇੱਕ ਸੈਮੀਨਾਰ ਕੀਤਾ ਸੀ ਡਿਵਾਈਨ ਮੈਕੈਨਿਜ਼ਮ ਆਫ ਹਿਊਮਨ ਬੋਡੀ, ਮਨੁੱਖ ਦੀ ਰੂਹਾਨੀ ਕਾਢਤ। ਇਹਨਾਂ ਦੋਵਾਂ ਚ ਕਾਫੀ ਸਾਰਾ ਸੁਣਿਆ ਸਾਫ਼ ਸਮਝ ਆਉਂਦਾ ਹੈ ਕਿ ਵਿਵੇਕ ਬੁੱਧੀ ਦਾ ਅੰਦਰ ਚਿਪ ਹੈ ਪਰ ਮੈਂ ਉਹਨੂੰ ਐਕਟੀਵੇਟ ਹੋਣ ਨਹੀਂ ਦਿੰਦਾ, ਉਹਨੂੰ ਲਗਾਨ ਨਹੀਂ ਦਿੰਦਾ। ਸਾਰ ਅਫਸਰ ਕੀ ਸਾਰ ਨਾ ਜਾਣੇ, ਭੁੱਲਾ ਫਿਰਿਆ ਜਾਈ। ਫਿਰ ਮੈਂ ਗਲਤੀਆਂ ਕਰ ਕਰਕੇ ਭੁਲਾਵੜੇ ਭੁੱਲੀ ਭੁੱਲ ਪਛੋਤਾਣੀ ਵਾਲੇ ਮਾਰਗ ਤੇ ਜਾਂਦਾ ਹਾਂ ਕਿਉਂਕਿ ਮੇਰੇ ਮਨ ਦੀ ਵਿਰਤੀ ਹੈ। ਅੰਦਰੋਂ ਸੱਚ ਦੀ ਆਵਾਜ਼ ਆਉਂਦੀ ਹੈ ਬਟ ਆਈ ਸਪਰੈਸ ਦੈਟ, ਵੀ ਆਲ ਸਪਰੈਸ ਦੈਟ, ਪਰ ਮੈਂ ਸਾਰਿਆਂ ਨੂੰ ਨਹੀਂ ਕਹਿ ਸਕਦਾ। ਮੈਂ ਆਪਣੇ ਤੇ ਟੁਕਾ ਕੇ ਸਮਝ ਰਿਹਾ। whenever I pick up the negative, whenever I pick up the action by negative attitude, ਤਾਂ ਉਸ ਵੇਲੇ ਮੈਂ ਨਿਜ ਕਰਦੀ ਆਵਾਜ਼ ਨੂੰ ਸਪਰੈਸ ਕਰਦਾ ਹਾਂ। ਉਹ ਆਵਾਜ਼ ਆਂਦੀ ਹੈ, ਪਹਿਲਾਂ ਆਂਦੀ ਹੈ, ਸਭ ਤੋਂ ਪਹਿਲਾਂ ਆਂਦੀ ਹੈ। ਜਿਸ ਵੇਲੇ ਚੋਰ ਚੋਰੀ ਕਰਨਾ ਚਾਹੁੰਦਾ ਹੈ, ਉਹਦਾ ਮਨ ਚੋਰੀ ਕਰਨਾ ਚਾਹੁੰਦਾ ਹੈ, ਉਸੇ ਵੇਲੇ ਪਹਿਲੀ ਆਵਾਜ਼ ਰੱਬ ਦੀ ਆਵਾਜ਼ ਆਉਂਦੀ ਹੈ, ਪਕੜਿਆ ਜਾਏਗਾ। ਫਿਰ ਉਹ ਕਹਿੰਦਾ ਅੱਛਾ, ਫਿਰ ਉਸ ਨੂੰ ਦਬਾਉਂਦਾ, ਫਿਰ ਕਹਿੰਦਾ ਮੈਂ ਦੌੜ ਜਾਵਾਂਗਾ। ਫਿਰ ਦੁਬਾਰਾ ਆਵਾਜ਼ ਆਉਂਦੀ ਹੈ, ਦੌੜ ਕੇ ਤੇਰੇ ਪਿੱਛੇ ਕਾਰ ਆ ਜਾਏਗੀ, ਪੁਲਿਸ ਦੀ ਮੋਟਰ ਆ ਜਾਏਗੀ। ਕਹਿੰਦਾ ਅੱਛਾ ਫਿਰ ਮੈਂ ਰਾਤੀ ਕਰਾਂਗਾ। ਫਿਰ ਬਾਰ-ਬਾਰ ਇਹ ਗਿਵ ਐਂਡ ਟੇਕ ਅੰਦਰ ਕਸ਼ਮਕਸ਼ ਹੁੰਦੀ ਰਹਿੰਦੀ ਹੈ। ਜੇ ਸਤਿਗੁਰ ਦੀ ਮੱਤ ਦਾ ਗੁਸਾਈ ਦਾ ਪਹਿਲਵਾਨੜਾ ਬਣ ਜਾਈਏ ਤਾਂ ਅਸੀਂ ਕੰਬੈਟ ਕਰ ਸਕਦੇ ਹਾਂ ਮੰਦੇ ਖਿਆਲ ਦੇ ਨਾਲ, ਤਾਂ ਅਸੀਂ ਸੱਚ ਦਾ ਮਾਰਗ ਤੇ ਟੁਰ ਸਕਦੇ ਹਾਂ। ਨਹੀਂ ਤੇ ਅਸੀਂ ਨੈਗੇਟਿਵ ਖਿਆਲਾਂ ਅੱਗੇ ਹਾਰ ਜਾਂਦੇ ਹਾਂ ਔਰ ਉੱਥੇ ਆਪਣਾ ਜੀਵਨ ਚਲੇ ਜਵਾਰੀ ਦੋ ਹੱਥ ਝਾੜ ਵਾਲਾ ਜੀਣ ਲੱਗ ਪੈਂਦੇ ਹਾਂ। ਅਨਹਦ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਜੀ ਅੰਦਰੋਂ ਲਗਾਤਾਰ ਸੱਚ ਦੀ ਆਵਾਜ਼ ਤੇ ਆ ਰਹੀ ਹੈ, ਉਹਨੂੰ ਸੁਣੇਗਾ ਤਾਂ ਫੋਲੋ ਕਰੇਗਾ ਨਾ। ਸੁਣਦਾ ਹੀ ਤੇ ਨਹੀਂ ਹੈ। ਸੁਣਨ ਅੰਧੇ ਕੁੱਤੇ ਕੂੜਿਆਰ ਕਿਹਨੂੰ ਕਹਿੰਦੇ ਨੇ? ਜਿਹੜਾ ਸੁਣਦਾ ਨਹੀਂ ਹੈ। ਜੇ ਸੁਣ ਲਵੇ, ਸੁਣੇਗਾ ਤਦੋਂ ਜੇ ਆਪਣੀ ਖੁਆਰੀ ਮਹਿਸੂਸ ਕਰੇਗਾ। ਜੇ ਮੈਂ ਕ੍ਰੋਧ ਕਰਾਂ ਔਰ ਮੇਰਾ ਐਡਰੇਨਲਿਨ ਲੈਵਲ ਅਪ ਹੋ ਜਾਏ ਔਰ ਮੈਨੂੰ ਗੁੱਸਾ ਚੜ ਜਾਏ, ਮੇਰਾ ਬੀਪੀ ਹਾਈ ਹੋ ਜਾਏ, ਸਾਰੇ ਮੈਨੂੰ ਸਮਝਾਣ ਗੁੱਸਾ ਨਾ ਕਰੋ, ਬੀਪੀ ਹਾਈ ਨਾ ਕਰੋ, ਤੁਹਾਡੇ ਦਿਮਾਗ ਦੀ ਨਸ ਫਟ ਜਾਏਗੀ, ਪਰ ਮੈਂ ਸੁਣ ਨਹੀਂ ਰਿਹਾ। Because I chose to speak louder, I chose to be angry। ਪਰ ਜੇ ਮੈਂ ਸੁਣ ਲਵਾਂ ਕਿ ਮੇਰੇ ਭਲੇ ਵਾਸਤੇ ਕਹਿ ਰਹੇ ਨੇ, ਇਹ ਭਲੀਕਾਰ ਤੇਰੇ ਵਾਸਤੇ ਹੈ, ਤੈਨੂੰ ਪਸੰਦ ਕਰ, ਅਡਾਪਟ ਕਰ ਲੈ, ਤੇਰਾ ਭਲਾ ਹੈ ਵਿੱਚ। ਵੀਰ ਜੀ ਤਾਂ ਹੀ ਪੁੱਛਿਆ ਸੀ ਕਦੋਂ ਤੇ ਕਿਵੇਂ ਸੁਣਦੀ ਆ? ਜਦੋਂ ਆਪਣੀ ਖੁਆਰੀ ਮਹਿਸੂਸ ਕਰਦੀ ਹੈ। ਜਿਹੜਾ ਮਹਿਸੂਸ ਨਾ ਕਰੇ ਉਹਨੂੰ ਸੁਣਾਈ ਨਹੀਂ ਦੇ ਸਕਦੀ। ਆਂਦੀ ਹੈ, ਸਪਰੈਸ ਕਰਦਾ ਹੈ ਪਰ ਸੁਣਨਾ ਨਹੀਂ ਚਾਹੁੰਦਾ। ਹਾਥ ਦੀ ਕੂਏ ਪਰੇ ਵਾਲਾ ਬਣ ਜਾਂਦਾ ਹੈ, ਰੂਲਾ ਟੁੰਡਾ ਅੰਦਲਾ ਕਹਿ ਗੱਲ ਲੱਗਿਆ ਤਾਂ ਉਹ ਸੱਚ ਨੂੰ ਐਮਬ੍ਰੇਸ ਕਿਵੇਂ ਕਰੇ? ਉਹ ਆਪਣੇ ਆਪ ਨੂੰ ਹੈਂਡੀਕੈਪ ਕਰ ਲੈਂਦਾ ਹੈ, ਬੁਰੇ ਕੰਮ ਕੋ ਉਠ ਖਲੋਇਆ, ਨਾਮ ਕੀ ਬੇਲਾ ਪੈਪਸ ਹੋਇਆ ਹੋ ਜਾਂਦਾ ਹੈ। ਠੀਕ ਹੈ, ਸਰਦਾਰ ਸਾਧੂ ਸਿੰਘ ਜੀ ਗੱਲ ਕਰੋ ਜੀ, ਤੁਸੀਂ ਅਨਮਿਊਟ ਕਰ ਲਓ ਆਪਣੇ ਆਪ ਨੂੰ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਨ੍ਹਾਂ ਸਤਿਗੁਰ ਇੱਕ ਮਨ ਸੇਵਿਆ, ਤਿੰਨ ਜਨ ਲਾਗੋਂ ਪਾਏ, ਗੁਰ ਸਬਦੀ ਹਰ ਮਨ ਵਸੈ, ਮਾਇਆ ਕੀ ਭੁੱਖ ਜਾਏ। ਵੀਰ ਭੁਪਿੰਦਰ ਸਿੰਘ ਜੀ, ਤੁਹਾਡੇ ਤਾਂ ਦਰਸ਼ਨ ਕਰਕੇ ਨਿਹਾਲ ਹੋ ਗਏ। ਜੋ ਆਪ ਜੀ ਕਹਿ ਰਹੇ ਆ
जो सतगुर की बाणी सत स्वरूप है, गुरबाणी बनी है। गुरबाणी बन गए, गुरबाणी का पल्ला फड़ लिया, ਉਹਦੀ समझ पै गई ते बन गए। जो बाणी कहती ਉਹ जे हो गए तुसी, बस फिर जो तुसी आप जी जो अज विख्यान किया उत्थे पहुंच गए। बहुत बहुत धन्यवाद, बड़ा आनंद आया, मेहरबानी विचार सुन के। मैं होर ज्यादा कुछ नहीं कहना। वाहिगुरु जी का खालसा, वाहिगुरु जी की फतेह। थैंक यू। डॉक्टर सरबजीत सिंह ਤੁਸੀਂ ਹੁਣ ਗੱਲ ਕਰ ਲਓ, ਮੈਂ ਗੁਰਚਰਨ ਸਿੰਘ ਜੀ ਨੂੰ ਬਾਅਦ ਚ ਲੈਣਾ ਜੀ। ਡਾਕਟਰ ਸਰਬਜੀਤ ਸਿੰਘ ਜੀ ਅਨਮਿਊਟ ਕਰੋ ਆਪਣੇ ਆਪ ਨੂੰ ਪਲੀਜ਼। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਮੈਂ ਵੀਰ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਇਹਨਾਂ ਨੇ ਕਾਫੀ ਨਵੀਂ ਟਰਮੀਨੋਲੋਜੀ ਲੈ ਕੇ ਗੁਰਬਾਣੀ ਦੇ ਅਰਥ ਕਰਨ ਦੀ ਕੋਸ਼ਿਸ਼ ਕੀਤੀ ਆ। ਪਰ ਜਦੋਂ ਅਸੀਂ ਵੇਖੀਏ ਕਿ ਗੁਰੂ ਨਾਨਕ ਸਾਹਿਬ ਦੇ ਸਮੇਂ ਸਿਚੁਏਸ਼ਨ ਕੀ ਸੀਗੇ, ਲੋਕ ਆਮ ਸੀਗੇ ਔਰ ਗੁਰੂ ਮਹਾਰਾਜ ਨੇ ਜੋ ਵੀ ਭਾਸ਼ਾ ਵਰਤੀ ਹੈਗੀ ਆ ਉਹ ਬਿਲਕੁਲ ਆਮ ਲੋਕਾਂ ਦੀ ਵਰਤੀ ਹੈਗੀ ਆ, ਤਾਂ ਜੋ ਆਮ ਲੋਕਾਂ ਨੂੰ ਸਮਝ ਆ ਸਕੇ। ਵੈਸੇ ਉਸ ਸਮੇਂ ਵੀ ਸੰਸਕ੍ਰਿਤ ਜਿਹੜੀ ਹੈਗੀ ਸੀਗੀ, ਲੇਕਿਨ ਗੁਰੂ ਮਹਾਰਾਜ ਨੇ ਸੰਸਕ੍ਰਿਤ ਨੂੰ ਅਡਾਪਟ ਨਹੀਂ ਕੀਤਾ। ਜੋ ਲੋਕਾਂ ਦੀ ਭਾਸ਼ਾ ਸੀਗੀ ਉਸ ਨੂੰ ਅਡਾਪਟ ਕੀਤਾ ਤਾਂ ਜੋ ਲੋਕੀ ਆਸਾਨੀ ਨਾਲ ਸਮਝ ਸਕਣ। ਔਰ ਜੇ ਅਸੀਂ ਵੀ ਇੱਥੇ ਜਿਹੜਾ ਹੈਗਾ ਵਾ, ਹਰ ਚੀਜ਼ ਵਾਸਤੇ ਸਾਨੂੰ ਕਿਸੇ ਨਵੀਂ ਡਿਕਸ਼ਨਰੀ ਦੀ ਲੋੜ ਪੈਣੀ ਆ, ਨਵੀਂ ਟਰਮੀਨੋਲੋਜੀ ਦੀ ਲੋੜ ਪੈਣੀ ਆ, ਤੇ ਫਿਰ ਜ਼ਰੂਰੀ ਗੱਲ ਹੈ ਕਿ ਉਹ ਆਮ ਆਦਮੀ ਇਸ ਨੂੰ ਸਮਝ ਨਹੀਂ ਸਕਿਆ। ਜਿਸ ਤਰ੍ਹਾਂ ਮੈਂ ਵੇਖ ਰਿਹਾ ਸੀ ਬਹੁਤ ਸਾਰੇ ਵੀਰਾਂ ਦੇ ਸਵਾਲ ਤੇ ਆ ਰਹੇ ਆ, ਲੇਕਿਨ ਉਹਨਾਂ ਨੂੰ ਜਿਹੜਾ ਹੈਗਾ ਵਾ ਪੂਰੀ ਤਰ੍ਹਾਂ ਪਤਾ ਨਹੀਂ, ਹੋ ਸਕਦਾ ਮੇਰੀ ਜੱਜਮੈਂਟ ਗਲਤ ਹੋਵੇ, ਕਿ ਪੂਰੀ ਤਰ੍ਹਾਂ ਜਿਹੜੀ ਹੈਗੀ ਉਹਨਾਂ ਨੂੰ ਸੈਟਿਸਫੈਕਸ਼ਨ ਕਈਆਂ ਕੁਝ ਵੀਰਾਂ ਨੂੰ ਨਹੀਂ ਮਿਲ ਰਹੀ ਸੀਗੀ। ਹੁਣ ਵੇਖਿਆ ਜਾਵੇ, ਕਿਉਂਕਿ ਜੇ ਸਿੱਧੀ ਦੇਸ਼ੀ ਭਾਸ਼ਾ 'ਚ ਇਸੇ ਸ਼ਬਦ ਨੂੰ ਵੇਖਣ ਦੀ ਕੋਸ਼ਿਸ਼ ਕਰੀਏ, ਸਿਆਣਪ ਕਾਹੂ ਕਾਮ ਨਾ ਆਗ, ਭਾਵ ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਵਾਲੀ ਸਿੱਧੀ ਗੱਲ ਗੁਰੂ ਮਹਾਰਾਜ ਜੀ ਤੋਂ ਕਰ ਰਿਹਾ। ਜੋ ਅਨਰੂਪਿਓ ਠਾਕਰ ਮੇਰੇ ਹੋਏ ਰਹੀ ਉਹ ਬਹੁਤ, ਭਾਵ ਸਪਸ਼ਟ ਗੱਲ ਇੱਥੇ ਗੁਰੂ ਮਹਾਰਾਜ ਕਹਿ ਰਹੇ ਆ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ, ਨਾਲ ਹੀ ਗੱਲ ਹੋ ਰਹੀ ਆ। ਭਾਵ ਜੋ ਕੁਦਰਤ ਨੇ ਆਪਣਾ ਸਿਸਟਮ ਬਣਾਇਆ ਹੈਗਾ ਉਸ ਦੇ ਅਨੁਸਾਰ ਇਹ ਸਭ ਚੀਜ਼ਾਂ ਹੋ ਰਹੀਆਂ, ਔਰ ਉਸ ਨੂੰ ਅਸੀਂ ਜਿਹੜਾ ਹੈਗਾ ਅਗਰ ਇਸ ਸੰਦਰਭ 'ਚ ਲੈ ਕੇ ਵੇਖੀਏ ਇਸੇ ਸ਼ਬਦ ਨੂੰ, ਕਿਉਂਕਿ ਮੈਂ ਪੂਰਾ ਡਿਟੇਲ ਮਤਲਬ ਕਿ ਚੰਗੀ ਤਰ੍ਹਾਂ ਨਹੀਂ ਸਮਝਾ ਸਕਦਾ, ਕਿਉਂਕਿ ਕੁਝ ਟਰਮ ਤੇ ਮੈਨੂੰ ਵੇਖਣੀਆਂ ਪੈਣੀਆਂ ਗਿਆ। ਹੁਣ ਜਿਸ ਤਰ੍ਹਾਂ ਮਤਾ ਕਰੇ ਪੱਛਮ ਕਹਿ ਤਾਈ ਪੂਰਬ ਹੀ ਅਲਾ ਜਾਤ, ਕਿਉਂਕਿ ਅਸੀਂ ਕੁਝ ਸੋਚਦੇ ਕਈ ਵਾਰੀ ਹੋਰ ਹੁੰਦਾ ਵਾ, ਹੁੰਦਾ ਕੁਝ ਹੋਰ ਆ, ਕਿਉਂਕਿ ਅਸੀਂ ਖੁਦ ਕੁਦਰਤ ਦੇ ਸਿਸਟਮ ਨੂੰ ਉਹ ਸਮਝ ਨਹੀਂ ਰਹੇ ਹੁੰਦੇ, ਸਾਨੂੰ ਪਤਾ ਨਹੀਂ ਹੁੰਦਾ ਵਾ, ਜਿਸ ਕਰਕੇ ਜਿਹੜਾ ਹੈਗਾ ਸਾਡੀ ਜਿਹੜੀ ਹੈਗੀ ਆ ਉਹ ਫਿਰ ਕਨਫਿਊਜ਼ਨ ਹੋਣੀ ਸ਼ੁਰੂ ਹੋ ਜਾਂਦੀ ਆ, ਜਾਂ ਅਸੀਂ ਰਿਐਲਿਟੀ ਤੋਂ ਦੂਰ ਹੁੰਦੇ ਆ। ਅੱਗੇ ਗੱਲ ਆ ਜਾਂਦੀ ਅੱਗੇ ਖਿਨਮੈ ਥਾਪ ਥਾਪਨ ਹਾਰਾ ਆਪਨ ਹਾਥ ਮਤਾਤ, ਵੀ ਸਭ ਕੁਝ ਜਿਹੜਾ ਹੈਗਾ ਉਸ ਅਲਕਾਰ ਪੁਰਖ ਦੇ ਹੱਥ ਵਿੱਚ ਹੈਗਾ। ਹੱਥ ਮੀਨਸ ਇਹ ਨਹੀਂ ਕਿ ਜੋ ਮਰਜ਼ੀ ਕਰੀ ਜਾਂਦਾ ਉਹ, ਭਾਵ ਉਹਨੇ ਜੋ ਜਿਹੜਾ ਆਪਣਾ ਸਿਸਟਮ ਅਡਾਪਟ ਕਰ ਦਿੱਤਾ ਵਾ, ਸਭ ਕੁਝ ਉਹਦੇ ਤਰ੍ਹਾਂ ਹੀ ਹੁੰਦਾ ਵਾ। ਅੱਗੇ ਰਹਾਉ ਦੀ ਪੰਕਤੀ ਆ ਜਾਂਦੀ ਹੈ, ਸਿਆਣਪ ਕਾਹੋ ਕਾਮਨਾ ਆਦ, ਜੋ ਅਨੁਪਿਓ ਠਾਕਰ ਮੇਰੇ ਹੋਏ ਰਹੀ ਉਹ ਬਾਤ, ਵੀ ਸਭ ਕੁਝ ਜਿਹੜਾ ਕੁਦਰਤ ਦੇ ਸਿਸਟਮ, ਕੁਦਰਤ ਦੇ ਨਿਯਮਾਂ ਦੇ ਅਨੁਸਾਰ ਹੋ ਰਿਹਾ ਵਾ, ਇਹਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਹੈਗਾ। ਜਿਸ ਤਰ੍ਹਾਂ ਅੱਗੇ ਆ ਜਾਂਦਾ, ਦੇਸ਼ ਕਮਾਵਨ ਧਨ ਜੋਰਨ ਕੀ ਮਨਸਾ ਕੀਜੇ ਬਿਨਸੇ ਸਾਸ, ਵੀ ਅਸੀਂ ਤੇ ਕੋਸ਼ਿਸ਼ ਕਰਦੇ ਹਾਂ ਬਹੁਤ ਕਮਾਈ ਕਰ ਲਈਏ, ਦੇਸ਼ ਜਿੱਤ ਲਈਏ, ਸਭ ਕੁਝ ਕਰ ਲਈਏ। ਹੁਣ ਜਿਸ ਤਰ੍ਹਾਂ ਬਾਬਰ ਦੇ ਹਮਲੇ ਵੇਲੇ ਵੀ ਇਹ ਚੀਜ਼ਾਂ ਹੋਈਆਂ ਹੈਗੀਆਂ। ਗੁਰੂ ਮਹਾਰਾਜ ਕਹਿੰਦੇ ਕਿ ਜੋ ਕੁਦਰਤ ਦਾ ਸਿਸਟਮ ਹੈਗਾ, ਨਿਯਮ ਹੈਗਾ ਵਾ, ਉਸ ਦੇ ਅਨੁਸਾਰ ਜੋ ਹੁਕਮ ਤੇ ਰਜ਼ਾ, ਕਿਉਂਕਿ ਉਹ ਸਾਰੀਆਂ ਚੀਜ਼ਾਂ ਰਜ਼ਾ ਦੇ ਅਨੁਸਾਰ ਹੋਈਆਂ ਵਾ। ਅਸੀਂ ਆਪਣੇ ਆਪ ਤੋਂ ਤੇ ਸੁਧਾਰਿਆ ਨੀਗਾ, ਵਿਕਾਰ ਕਰਦੇ ਰਹੇ, ਸਭ ਕੁਝ ਕਰਦੇ ਰਹੇ, ਤੇ ਫਿਰ ਜ਼ਰੂਰੀ ਗੱਲ ਹਮਲੇ ਵਾਲੇ ਹੱਥੋਂ, ਜਿਸ ਤਰ੍ਹਾਂ ਇੱਕ ਵੀਰ ਨੇ ਵੀ ਗੱਲ ਕੀਤਾ ਕਿ ਦੇਸ਼ਾਂ ਵਿੱਚ ਆਪਸ ਵਿੱਚ ਲੜਾਈ ਹੁੰਦੀ ਰਹਿੰਦੀ ਹੈਗੀ ਆ। ਕਾਰਨ ਕੀ ਕਿ ਉਹ ਵੀ ਉਹਦੇ ਪਿੱਛੇ ਰੀਜ਼ਨ ਹੁੰਦਾ ਵਾ, ਉਹ ਚੀਜ਼ਾਂ ਹੌਲੀ ਹੌਲੀ ਬਿਲਟ ਹੁੰਦੀਆਂ ਰਹਿੰਦੀਆਂ ਹੁਕਮ ਦੇ ਅਨੁਸਾਰ, ਔਰ ਇੱਕ ਦਿਨ ਉਹ ਰਜ਼ਾ ਵਾਲੀ ਚੀਜ਼ ਅਡਾਪਟ ਕਰਕੇ ਆਪਸ ਵਿੱਚ ਦੇਸ਼ਾਂ ਵਿੱਚ ਲੜਾਈ ਹੋ ਰਹਿੰਦੀ ਹੈ। ਜਿਸ ਤਰ੍ਹਾਂ ਅੱਜ ਵੀ ਰਸ਼ੀਆ ਦੇ ਦੂਸਰੀ ਲੜਾਈ ਚੱਲ ਰਹੀ ਹੈਗੀ ਆ। ਬੇਸਿਕਲੀ ਇਹਦੇ ਕਾਰਨ ਜਿਹੜੇ ਹੈਗੇ ਅੱਜ ਤੋਂ 10, 20, 30, 40, 50 ਸਾਲ ਜੋ ਸਾਡੀ ਸੋਚ ਡਿਵੈਲਪ ਹੁੰਦੀ ਰਹੀ, ਉਹਦੇ ਨਤੀਜੇ ਨਾਲ ਹੀ ਜਿਹੜਾ ਹੈਗਾ ਸਭ ਕੁਝ ਹੋ ਜਾਂਦੇ ਆ। ਹੋਏ ਆਨੰਦ ਮਨ ਹਟਕੀ ਦਿਰਤਾ ਆਪਸ ਕੋ ਜਨਾਤ, ਅੱਗੇ ਜੋ ਆਨੰਦ ਨਿੰਦ ਕਰ ਛੋੜਿਓ ਸੋਏ ਫਿਰ ਖਾਕ, ਵੀ ਅਸਲ ਨਿੰਦਾ ਅਨੰਦ ਦਾ ਗੁਰੂ ਮਹਾਰਾਜ ਦੀ ਸਪਸ਼ਟ ਗੱਲ ਹੈਗੀ ਕਿ ਅਸੀਂ ਕਿਸੇ ਦੀ ਗਲਤ ਚੀਜ਼ ਨੂੰ ਜਿਹੜਾ ਉਹਨੂੰ ਤੇ ਗਲਤ ਕਰਨਾ ਠੀਕ ਹੈ, ਲੇਕਿਨ ਜਿਹੜੀ ਠੀਕ ਨੂੰ ਅਸੀਂ ਗਲਤ ਕਹੀ ਜਾਏਗੀ। ਜ਼ਰੂਰੀ ਗੱਲ ਹੈ ਕਿ ਅਸੀਂ ਕੁਦਰਤ ਦੇ ਸਿਸਟਮ ਨੂੰ ਨਹੀਂ ਸਮਝ ਸਕਾਂਗੇ, ਉਸਨੂੰ ਜਾਣ ਨਹੀਂ ਸਕਾਂਗੇ, ਔਰ ਸਹੀ ਰਸਤਾ ਜਿਹੜਾ ਹੈਗਾ ਫਿਰ ਪਛਾਣ ਨਹੀਂ ਸਕਾਂਗੇ। ਸਹਿ ਸਵਾਏ ਭੈ ਕਿਰਪਾਲਾ ਜਿਸ ਜਨ ਕੀ ਕਾਟੀ ਫਾਂਸ, ਵੀ ਜਿਹਨੇ ਆਪਣੇ ਆਪ ਅਡੋਲ ਅਵਸਥਾ ਲੈ ਰਹੀ ਹੈ, ਆਪਣੇ ਆਪ ਨੂੰ ਸਟੇਬਿਲਿਟੀ ਲੈ ਆਉਂਦਾ, ਆਪਣੇ ਆਪ ਨੂੰ ਉਸ ਕੁਦਰਤ ਦੇ ਸਿਸਟਮ ਦੇ ਅਨੁਸਾਰ ਅਡਾਪਟ ਕਰ ਲਿਆ ਵਾ, ਉਹਦੇ ਜਿਹੜੀ ਹੈਗੀ ਫਿਰ ਮੁਸ਼ਕਲਾਂ ਹੋ ਜਾਂਦੀ ਹੈ। ਅੱਗੇ ਗੁਰੂ ਮਹਾਰਾਜ ਨੇ ਲਾਸਟ ਲਾਈਨ ਸਪਸ਼ਟ ਕਰਦੇ ਕਰਨਾ ਕੀ ਹੈਗਾ ਵਾ, ਕਹੋ ਨਾਨਕ ਗੁਰ ਪੂਰਾ ਭੇਟਿਆ ਪ੍ਰਵਾਨ ਗ੍ਰਸ ਉਦਾਸ, ਵੀ ਜਿਸ ਨੇ ਆਪਣੇ ਆਪ ਨੂੰ ਉਸ ਗੁਰੂ ਪੂਰੇ ਗੁਰੂ ਦੇ ਅੱਗੇ ਅਰਪਣ ਕਰ ਦਿੱਤਾ, ਜੋ ਸਾਨੂੰ ਸਚਿਆਰ ਦੀ ਗੱਲ ਦੱਸਦਾ ਹੈਗਾ, ਜੋ ਹੁਕਮ ਦੀ ਗੱਲ ਦੱਸਦਾ ਵਾ,
ਕੁਦਰਤ ਦਾ ਹੁਕਮ ਕੀ ਆ, ਨਿਯਮ ਕੀ ਹੈ, ਉਸ ਦੇ ਅਨੁਸਾਰ ਚੱਲਦਾ ਹੈਗਾ ਵਾ ਤੇ ਇਹ ਸਾਰੀਆਂ ਚੀਜ਼ਾਂ ਅਸੀਂ ਕਰ ਸਕਦੇ ਹੈਗੇ ਆ। ਹੋ ਸਕਦਾ ਕਿ ਮੈਂ ਆਪ ਜੀ ਦੇ ਵਿਚਾਰਾਂ ਨਾਲ ਥੋੜਾ ਜਿਹੜਾ, ਕਿਉਂਕਿ ਆਪ ਜੀ ਦੇ ਕਾਫੀ ਨਵੇਂ ਡੂੰਘੇ ਵਿਚਾਰ ਦੱਸੇ, ਮੈਂ ਸਮਝ ਨਹੀਂ ਸਕਿਆ। ਮੈਨੂੰ ਤੇ ਇਹ ਲੱਗਦਾ ਪਿਆ ਕਿ ਗੁਰੂ ਮਹਾਰਾਜ ਨੇ ਸਿਰਫ ਬਿਲਕੁਲ ਸਿੱਧੀ ਦੇਸੀ ਭਾਸ਼ਾ ਸਾਨੂੰ ਚੀਜ਼ਾਂ, ਸਭ ਚੀਜ਼ਾਂ ਸਮਝਾ ਰਹੇ ਆ, ਤਾਂ ਜੋ ਅਸੀਂ ਆਪਣੇ ਜੀਵਨ ਵਿੱਚ ਅਪਣਾ ਕੇ ਆਪਣਾ ਜੀਵਨ ਸਫਲ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠੀਕ हाँ जी, आप जी का की ना है? ਸਰਬਜੀਤ ਸਿੰਘ ਜੀ ਤੱਕ। ਸਰਬਜੀਤ ਸਿੰਘ ਜੀ, ਮੈਂ ਵੀ ਬਿਲਕੁਲ ਕੋਸ਼ਿਸ਼ ਕੀਤੀ ਹੈ ਕਿ ਮੈਂ ਕਾਮਨ ਮੈਨ ਦੀ ਸਾਦਾ ਲੈਂਗੁਏਜ ਵਿੱਚ ਗੱਲ ਕਰਾਂ, ਕਿਉਂਕਿ ਮੈਨੂੰ ਹਾਈ ਫਾਈ ਗੱਲਾਂ ਔਰ ਗਿਆਨਮਨ ਗੱਲਾਂ ਤੇ ਨਹੀਂ ਆਉਂਦੀਆਂ, ਪਰ ਕਾਮਨ ਮੈਨ ਆਪਣੇ ਤੇ ਅਪਲਾਈ ਕਿਵੇਂ ਕਰ ਸਕੇ, ਮੈਂ ਉਸ ਪਾਸੋਂ ਵਿਚਾਰਨ ਦਾ ਯਤਨ ਕੀਤਾ ਕਿ ਹਰ ਸ਼ਬਦ ਮੇਰੇ ਤੇ ਕਿਵੇਂ ਟੁਕਦਾ ਹੈ ਤੇ ਰੱਬ ਉੱਤੇ ਰਿਸਪੌਂਸਿਬਿਲਿਟੀ ਪਾਉਣ ਦੀ ਬਜਾਏ ਮੈਂ ਆਪਣੇ ਤੇ ਕਿਵੇਂ ਪਾਣੀ ਆ। ਹੁਣ ਅਸੀਂ ਸ਼ਬਦ ਸਮਝਦੇ ਹਾਂ ਕਿ ਕੁਦਰਤ ਦਾ ਨਿਯਮ ਕੀ ਹੈ, ਸੱਚ ਦਾ ਨਿਯਮ, ਖਰਾ ਨਿਯਮ ਕੀ ਹੈ। नर चाहत कछ और है की और है। ਇਹ ਸ਼ਬਦ ਦੇ ਅਰਥ ਜਦੋਂ ਅਸੀਂ ਇਹ ਕਰਾਂਗੇ ਨਾ, ਕੋਈ ਇੰਜੀਨੀਅਰ ਬਣਨਾ ਚਾਹੁੰਦਾ ਸੀ, ਉਹਨੇ ਰੱਬ ਨੇ ਪਾਸ ਨਹੀਂ ਕਰਨ ਦਿੱਤਾ, ਕੋਈ ਡਾਕਟਰ ਬਣਨਾ ਚਾਹੁੰਦਾ ਸੀ, ਫਿਰ ਉਹਨੂੰ ਨਰਸ ਬਣਨਾ ਪੈ ਗਿਆ, ਇਹ ਉਹ ਹੈ। ਅਸੀਂ ਇਸ ਤਰੀਕੇ ਦੇ ਨਾਲ ਉਹਨਾਂ ਦੇ ਅਰਥ ਕਰਦੇ ਰਹਿੰਦੇ ਹੁੰਦੇ ਸਾਂ। ਪਰ ਨਰ ਚਾਹਤ ਕਛ ਔਰ, ਮੇਰਾ ਮਨ ਤੇ ਚਾਹੁੰਦਾ ਹੈ ਸੁੱਖ ਔਰ ਖੁਸ਼ੀ, ਚੈਨ, ਔਰ ਹੈ ਕੀ ਔਰ ਹੈ ਪਈ, ਹੋ ਕੁਛ ਹੋਰ ਗਿਆ। ਚਤਰਾਈ ਸਿਆਣਪਾਂ ਨਾਲ ਝੂਠ ਦਾ ਪੱਲਾ ਫੜ ਕੇ ਅੰਦਰੋਂ ਚੈਨ ਔਰ ਸੁੱਖ ਔਰ ਸਹਿਜ ਔਰ ਸਬਰ ਔਰ ਟੋਲਰੈਂਸ ਨਹੀਂ ਆ ਸਕਦੀ। ਚੁੱਪ ਰਹਿਣ ਨਾਲ ਵੀ ਨਹੀਂ ਆਏਗੀ ਤੇ ਮੌਨ ਰਹਿਣ ਨਾਲ ਵੀ ਨਹੀਂ ਆਏਗੀ। ਜ਼ੋਰ ਨਾ ਰਾਜ ਮਾਲ ਮਨ ਸ਼ੋਰ ਪਾਉਂਦਾ ਰਹੇਗਾ। ਨਰ ਚਾਹਤ ਕਛ ਔਰ ਹੈ ਕੀ ਔਰ ਹੈ ਪਈ, ਚਿਤਵਤ ਰਿਓ ਠਗੌਰ। ਚਿਤਵਤ ਰਿਓ ਠਗੌਰ ਦਾ ਕੀ ਮਤਲਬ ਹੁੰਦਾ ਹੈ? ਦਿਨ ਰਾਤ ਤੇ ਠੱਗੀ ਵਾਲੇ ਮੰਦੇ ਖਿਆਲ ਜਿੰਦਾ ਰਹਿਣਾ ਤੂੰ। जैसी रच रच बांधत पाग वाले माता करे पछम के ताई वाले ख्याल जींदा रहता है। चितवत रेओ ठगौर, अपने आप को ठगाण वाली जीवनी। चितवत रेओ ठगौर, नानक फांसी गल परी। जम ते फिर तैनू बॉदर करदा है ना, गुरबाणी अनुसार जम जींदे जी हुंदा है, मरण तो बाद नहीं हुंदा है। एक गुरबत दा फलसफा बयान नहीं होया तां मेरी बोली कोई गैर कॉमन मैन दी नहीं हुई, बल्कि गुरबाणी अनुसार जींदे जी वाली हुई। जो गुरबाणी अनुसार जींदे जी वाली बोली समझते हैं ना, तो सारे शब्द अपने ते टुकदे जांदे ने। पंज प्रवान पंज प्रधान पंचे पावे दरगाह मान, दरगाह किथे? मरण तो बाद के हुणे मेरे इजकर अंदर रब दी वसदे ने, हुणे अंदर दी दरगाह लेखा हुणे नाल नाल प्रवान हुंदा है। मतलब गुरबाणी चो असी अर्थ टर्म्स से लभांगे ना, भुपिंदर सिंह मुताबिक थोड़ा लभांगे। भुपिंदर सिंह कोई नवी टर्मिनोलॉजी नहीं ले आया, ये टर्मिनोलॉजी गुरबाणी च है। सिर्फ पुरानियां पुरातन कहानियां दे मुताबिक गुरबाणी दे अर्थ किए गए। असी रब दी कठपुतलियां, आनंद फिल्म में जो कहता हम सब भगवान की कठपुतलियां जैसे नचाता नाचते रहते हैं, असी रब दी कठपुतलियां नहीं है। रब ने सानू सुचज्जी जीवन जाच वास्ते सुमत दी है, गुर प्रसाद दी बारिश कर रहे, असी लै नहीं रहे, और रहंदा मेरे अंदर है। जिथे जाइए जगत में तिथे अरसाई सब जगह नाल जांदा मेरे। तू सपनी थाई जिथे हो जाई मेरे नाल अंदर रहंदा है। वो मेरे अंदर निकट बसे नहीं, प्रभ दूर वाला रब मेरे अंदर रहंदा है। ओदी गल नहीं कीती जांदी, ऊपर कोई बैठा रब कठपुतली बना के घुमांदा है। ऐसे वाली थ्योरीज दे नाल ते गुरबाणी दे अर्थ असी समझदे रह गए। गुरबाणी सियाणा पतवंता किनू कहंदी है? दुनिया इयाणा उन्नू कहंदी है जिहड़ा निक्का बच्चा हुंदा 2-4 साल दा। गुरु साहब कहंदे ने गुर की मत तू ले इयाणे। हुण इयाणे दी डेफिनेशन गुरु कोलों पुछांगे। सोई सियाणा सो पतवंता, हुक्म लगे जिस मीठा जियो। सियाणे दी और पतवंते दी डेफिनेशन ही गुरु साहब नू पुछांगे। बाणी सुचज्जी जीवन जाच सिखाएगी जिहड़ी यूनिवर्सैलिटी दी ट्रुथ बन जाएगी। ठीक है, ठीक है, थैंक यू जी। डॉक्टर कर्नल साहब जीबी सिंह जी, मैं गुरचरण सिंह जी उस तो बाद लेना ਤੁਹਾਨੂੰ ਪਹਿਲਾਂ कर्नल साहब ਲੈ ਲਿਓ। ਬੜੀ ਦੇਰ ਤੋਂ ਉਹਨਾਂ ਦਾ ਹੱਥ ਖੜਾ ਸੀ ਤੇ ਮੈਂ ਖਿਆਲ ਨਹੀਂ ਕੀਤਾ ਜੀ। ਹਾਂਜੀ ਹਾਂਜੀ ਡਾਕਟਰ ਸਾਹਿਬ, ਵੰਡਰਫੁਲ। ਭੁਪਿੰਦਰ ਸਿੰਘ ਜੀ, that was great। ਜਿਹੜਾ ਤੁਹਾਡਾ ਟਾਈਟਲ ਸੀ, correct me if I'm wrong, ਆਪਣਾ ਹੁਕਮ ਇਨ ਗੁਰਬਾਣੀ, am I right? Will of God. ਅੱਛਾ, ਹਾਂਜੀ। is it synonymous with ethics and morality? Yes sir. Yes.
Okay, ਜਿਹੜੀ ethical responsibility ਹੈ, ethical and moral responsibility of a human being. Does that also fit in with this ਜਿਹੜਾ ਤੁਸੀਂ ਬਹੁਤ ਸੋਹਣਾ ਲੈਕਚਰ ਦਿੱਤਾ ਹੈ? Does that come within that context? ਹਾਂਜੀ ਸਰ, ਗੁਰਬਾਣੀ ਚ ਰੱਬ ਕਨਸੈਪਟ ਹੀ ਇਹੀ ਹੋਇਆ ਕਿ ਰੱਬ ਮਤਲਬ ਅੰਦਰੋਂ ਸੱਚ ਦੀ ਆਵਾਜ਼ ਫॉर ਐਥਿਕਸ ਔਰ ਸਪਿਰਿਚੁਅਲਿਟੀ ਔਰ ਆਈਡੀਅਲ ਜੀਵਨ ਜਾਂ ਸੱਚ ਦੇ ਫੁੱਟਸਟੈਪਸ। So you agree ਕਿ ethical responsibility of a human being, ਜਿਹੜੀ ethical responsibility ਹੈ, it fits within the context of ਗੁਰਬਾਣੀ। ਜੀ ਆਪਣੇ ਆਪਣ ਹੱਥ ਮਤਾ ਤੇਰੇ ਹੱਥ ਫੈਸਲਾ ਹੈ ਨਾ, ਤੂੰ ਤੇਰੇ ਕੋਲ ਚੁਆਇਸ ਹੈ ਕਿ ਤੂੰ ਮੰਨਣਾ ਹੈ ਜਾਂ ਨਹੀਂ ਮੰਨਣਾ ਹੈ। Got it. Beautiful. Thank you ਜੀ। ਠੀਕ ਹੈ Thank you, sir. ਗੁਰਜਨ ਸਿੰਘ ਜੀ ਤੁਸੀਂ ਗੱਲ ਕਰ ਲਓ ਪਹਿਲਾਂ। ਹਾਂਜੀ ਵੀਰ ਜੀ, ਹੁਣ ਇੱਕ ਸਵਾਲ ਚੱਲ ਰਿਹਾ ਸੀ, ਰੱਬ ਦਾ ਹੁਕਮ ਉਹਦੀ ਰਜ਼ਾ ਕਿਵੇਂ ਰਿਅਲਾਈਜ਼ ਕੀਤੀ ਜਾਵੇ। ਮੈਂ 2-4 ਪੰਕਤੀਆਂ ਲੈ ਕੇ ਕਰਾਂਗਾ। ਸਭ ਤੋਂ ਪਹਿਲਾਂ, ਮਨ ਜਾਣਤ ਸਭ ਬਾਤ ਜਾਣਤ ਹੀ ਔਗਣ ਕਰੇ, ਇਹਦੇ ਸੌਖੇ ਅਰਥ ਨੇ, ਮੈਂ ਉਸ ਪਾਸੋਂ ਨਹੀਂ ਜਾਂਦਾ। ਦੂਸਰਾ ਹੈ, ਔਗਣੀ ਭਰਪੂਰ ਹੈ ਗੁਣ ਵੀ ਵਸੈ ਨਾਲ। ਅੰਦਰ ਮੇਰੇ ਸਰੀਰ ਦੇ ਦੋਨੋਂ ਚੀਜ਼ਾਂ ਮੌਜੂਦ ਨੇ, ਔਗਣ ਵੀ ਭਰੇ ਪਏ ਨੇ, ਗੁਣ ਵੀ ਨੇ। ਆਈ ਹੈਵ ਟੂ ਚੂਜ਼, ਆਈ ਹੈਵ ਟੂ ਗੋ ਵਿਚ ਡਾਇਰੈਕਸ਼ਨ। ਉਹ ਫੈਸਲਾ ਮੈਂ ਕਰਨਾ ਹੁੰਦਾ ਹੈ। ਇਹਦੇ ਵਾਸਤੇ ਬਹੁਤ ਵੀ ਵਿਵੇਕ ਮਾਤੀ ਲੋੜ ਹੀ ਨਹੀਂ ਪੈਂਦੀ। ਸੜਕ ਦੇ ਉੱਪਰ ਡਾਇਰੈਕਸ਼ਨ ਲਿਖੀ ਹੈ, ਹਾਈਵੇ ਦੇ ਉੱਪਰ, ਨਾਰਥ ਐਂਡ ਸਾਊਥ, ਈਸਟ ਔਰ ਵੈਸਟ, ਵਾਟਐਵਰ। ਹੁਣ ਜਿਹੜੇ ਪਾਸੇ ਮੈਂ ਜਾਣਾ ਹੈ, ਮੈਂ ਚੂਜ਼ ਕਰਨਾ ਹੈ ਨਾ, ਉੱਥੇ ਮੇਰੇ ਮਨ ਨੇ ਦੇਖਣਾ ਹੈ ਕਿਸ ਪਾਸੇ ਜਾਣਾ ਹੈ। ਹੁਣ ਤੀਸਰੀ ਬੇਨਤੀ ਮੈਂ ਖਾਸ ਕਰ ਨੌਜਵਾਨ ਬੱਚਿਆਂ ਨੂੰ ਐਕਸਪਲੇਨ ਕਰਦਾ ਹੁੰਦਾ ਵੀ ਦੁਨੀਆ ਦੀ ਕੋਈ ਐਜੂਕੇਸ਼ਨ ਹੋਵੇ, ਉਹਨੂੰ ਸਮਝਣ ਦਾ ਕੋਈ ਨਾ ਕੋਈ ਢੰਗ ਹੈ। ਤੇ ਮੈਂ ਮੈਥ ਸਿੱਖਣਾ ਹੈ, there is a way to learn math। ਮੈਨੂੰ ਮੈਥ ਦੇ ਟੀਚਰ ਕੋਲ ਉਹਦੀ ਕਲਾਸ 'ਚ ਕਿਤੇ ਨਾ ਕਿਤੇ ਬਹਿਣਾ ਪਵੇਗਾ। ਮੈਂ ਬਾਇਓਲੋਜੀ ਸਿੱਖਣੀ ਹੈ ਅਗਰ, ਤਾਂ ਮੈਨੂੰ ਬਾਇਓਲੋਜੀ ਦੀ ਕਲਾਸ ਵਿੱਚ ਬਹਿਣਾ ਪਵੇਗਾ, ਸੁਣਨਾ ਪਵੇਗਾ, ਸਿੱਖਣਾ ਪਵੇਗਾ। ਤੇ ਸੰਗਤ ਜੀ, ਕਿਉਂ ਸਚਿਆਰਾ ਹੋਈਏ? ਜੇ ਮੈਂ ਸਚਿਆਰ ਬਣਨਾ ਹੈ, ਮੈਂ ਸੱਚ ਦਾ ਜੀਵਨ ਅਡਾਪਟ ਕਰਨਾ ਹੈ, ਤਾਂ ਇਹ ਸਵਾਲ ਸਾਰਿਆਂ ਨੂੰ ਮੈਂ ਕਰਦਾ ਹਾਂ ਤੇ ਜਵਾਬ ਆਪੇ ਹੀ ਦਿੰਦੇ ਨੇ ਬੱਚੇ। ਤਾਂ ਮੈਨੂੰ ਸੱਚੇ ਗੁਰੂ, ਸਤਿਗੁਰੂ, ਸੱਚ ਬਾਣੀ ਕੋਲ ਬਹਿਣਾ ਪਵੇਗਾ, ਸੁਣਨਾ ਪਵੇਗਾ, ਸਿੱਖਣਾ ਪਵੇਗਾ। ਜੇ ਇਹ ਪ੍ਰੋਸੈਸ ਅਡਾਪਟ ਕਰਾਂਗੇ ਤਾਂ ਇਹ ਭੁਲੇਖੇ, ਡੁਐਲਿਟੀ ਹੌਲੀ ਹੌਲੀ ਕੱਟੀਆਂ ਜਾਣਗੀਆਂ। ਕਿਨ ਸਚਿਆਰਾ ਹੋਈ ਹੈ, ਕਿਨ ਕੂੜਾ ਟੁੱਟੈ ਪਾਲ। ਇਸ ਵਿਸ਼ੇ ਦੇ ਉੱਪਰ ਦਾਸ ਦਾ ਕੱਲ ਇੱਕ ਪ੍ਰੈਜੈਂਟੇਸ਼ਨ ਹੈਗੀ ਹੈ, ਜਿਹੜੇ ਵੀਰ ਉਸ ਅਟੈਂਡ ਕਰਨਾ ਚਾਹਣ, ਕੱਲ ਰਾਤ ਨੂੰ ਇਸੇ 8:30 ਵਜੇ। ਤੇ ਮੇਰਾ ਫੋਨ ਨੰਬਰ ਡਾਕਟਰ ਜਸਵੰਤ ਜੀ ਕੋਲ ਹੈਗਾ, ਆਪ ਉਹਨਾਂ ਕੋਲ ਲੈ ਕੇ ID ਪਾਸਵਰਡ ਮੈਂ ਆਪ ਜੀ ਨੂੰ ਦੇ ਦਿਆਂਗਾ। ਇਸ ਪ੍ਰੋਸੈਸ ਨੂੰ ਅਡਾਪਟ ਕਰੋ, ਅੰਦਰੋਂ ਔਗਣ ਲੱਭੋ ਤੇ ਗੁਣ ਪਛਾਣੋ, ਪਛਾਣ ਕਰਕੇ whatever you want ਉਹਨੂੰ ਆਪਣੇ ਜ਼ਿੰਦਗੀ 'ਚ ਹਿੱਸਾ ਬਣਾਓ। ਬਹੁਤ ਧੰਨਵਾਦ ਜੀ ਭੁਪਿੰਦਰ ਵੀਰ ਜੀ ਦਾ। ਥੈਂਕ ਯੂ ਜੀ। ਪ੍ਰਿੰਸੀਪਲ ਸਾਹਿਬ, ਪ੍ਰਿੰਸੀਪਲ ਕੰਧਾਰੀ ਸਾਹਿਬ ਤੁਸੀਂ ਗੱਲ ਕਰ ਲਓ। ਜਸਬੀਰ ਸਿੰਘ ਜੀ, ਕੰਧਾਰੀ ਸਾਹਿਬ, ਜਸਬੀਰ ਸਿੰਘ ਕੰਧਾਰੀ ਜੀ ਗੱਲ ਕਰ ਲਓ ਜੀ। ਡਾਕਟਰ ਸੁੱਚਾ ਸਿੰਘ ਜੀ, ਭਾਈ ਸਾਹਿਬ ਸੁੱਚਾ ਸਿੰਘ ਜੀ ਤੁਸੀਂ ਗੱਲ ਕਰ। ਹਾਂਜੀ ਸਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਨੋ ਡਾਊਟ ਜੀ, ਆਪਣੇ ਵੀਰ ਭੁਪਿੰਦਰ ਸਿੰਘ ਜੀ ਹੋਰਾਂ ਦੀ ਜਿਹੜੀ ਗੱਲਬਾਤ, ਫਿਲਾਸਫੀ ਜਿਹੜੀ ਇਹਨਾਂ ਨੇ ਦੱਸੀ ਹੈ, ਬਹੁਤ ਹੀ ਕਮਾਲ ਦੀ ਜੀ। ਤੇ ਐਕਚੁਅਲੀ ਜਿਹੜਾ ਸਪਿਰਿਚੁਅਲ ਮਾਰਗ ਜਿਹੜਾ ਆਪ ਜੀ ਵਿੱਚ ਐਕਸਪਲੇਨ ਕਰਦੇ ਹੋ ਨਾ, ਦੈਟਸ ਯੂਨੀਕ, ਬਹੁਤ ਅੱਛਾ, ਬਹੁਤ ਵਧੀਆ ਲੱਗਾ ਜੀ। ਥੈਂਕ ਯੂ। ਤੇ ਇੱਕ ਚੀਜ਼ ਮੈਂ ਛੋਟੀ ਜਿਹੀ ਬੇਨਤੀ ਹੈਗੀ ਜੀ, ਕਿ ਜਿਹੜੇ ਮੇਨ ਤੁਸੀਂ ਜਿਹੜਾ ਸਬਜੈਕਟ ਲਿਆ ਸੀ ਨਾ, ਜਿਸ ਸ਼ਬਦ ਦੇ ਬੇਸ ਦੇ ਉੱਪਰ, ਉਹਦੀ ਜਿਹੜੀ ਰਹਾਓ ਦੀ ਤੁਕ ਤੁਸੀਂ ਲੈ ਰਹੇ ਹੋ, ਉਹਦੇ ਵਿੱਚ ਥੋੜਾ ਜਿਹਾ ਇੱਕ ਮਤਲਬ ਮਨ ਨੂੰ ਥੋੜੀ ਜਿਹੀ ਲੱਗਦੀ ਚੀਜ਼ ਕਿ ਕੁਛ ਅਸੀਂ ਸ਼ਾਇਦ ਗਲਤ ਨਹੀਂ ਕਰ ਰਹੇ, ਜਾਂ ਮੈਂ ਸਮਝ ਰਿਹਾ ਗਲਤ ਤਰੀਕੇ ਦੇ ਨਾਲ। ਹਾਂਜੀ, ਉਹ ਹੈਗਾ ਜੀ ਜਿਹੜਾ ਨਾ ਜੀ ਕਿ ਮਤਾ ਕਰੈ ਪੂਰਬ ਕਹਿ ਤਾਈ, ਪੱਛਮ ਕਹਿ ਤਾਈ, ਪੱਛਮ ਕਹਿ ਤਾਈ, ਪੂਰਬ ਹੀ ਲੈ ਜਾਤ। ਹੁਣ ਤੁਸੀਂ ਗੱਲ ਕਰ ਰਹੇ ਹੋ ਕਿ ਹਨੇਰਾ ਪੱਛਮ, ਤੁਸੀਂ ਹਨੇਰੇ ਨਾਲ ਰਿਲੇਟ ਕੀਤਾ, ਠੀਕ ਹੈ, ਵਿਚ ਗੁੱਡ। ਤੇ ਜਿਹੜਾ ਪੂਰਬ ਹੈ ਉਹ ਚਾਨਣੇ ਦਾ ਜਿਹੜਾ ਪ੍ਰਤੀਕ ਹੈਗਾ, ਠੀਕ ਹੈ ਜੀ। ਪਰ ਜੇ ਇਨਸਾਨ, ਜਿਹੜਾ ਇਨਸਾਨ ਦਾ ਮਨ ਜਾਂ ਇਨਸਾਨ, ਉਹ ਮਤਾ ਕਰਦਾ ਹਨੇਰੇ ਵੱਲ ਜਾਣ ਦਾ, ਤੇ ਉਹਨੂੰ ਫਿਰ ਪੂਰਬ ਵੱਲ ਜਾਂ ਲੋ ਚਾਨਣੇ ਵੱਲ ਕੌਣ ਲੈ ਕੇ ਜਾਂਦਾ ਹੈ? ਕਿਹੜੀ ਚੀਜ਼ ਲੈ ਕੇ ਜਾਂਦੀ ਹੈ?
ਜਿਹੜੀ ਗੱਲਬਾਤ ਤੁਹਾਡੀ ਬੜੀ ਸੋਹਣੀ ਸੀ, ਲੇਕਿਨ ਉਹ ਗੱਲ ਦਾ ਇਹਦੇ ਨਾਲ ਰਿਲੇਸ਼ਨ ਨਹੀਂ ਸੀ ਬਣ ਰਿਹਾ ਜੀ ਕਿਧਰੇ ਵੀ। ਇਹ ਮੈਨੂੰ ਜਿਹੜੀ ਸਮੱਸਿਆ ਆਈ ਹੈ ਕਿ ਜਿਹੜੀ ਤੁਸੀਂ ਗੱਲ ਕਰ ਰਹੇ ਕਿ ਮਨ ਨੂੰ ਲੈ ਕੇ ਚਾਨਣੇ ਵੱਲ ਲੈ ਕੇ ਜਾਣ ਵਾਸਤੇ ਤੇ ਜੇ ਗੁਰੂ ਦਾ ਉਪਦੇਸ਼ ਹੈ ਜੀ, ਉਹ ਤੇ ਗੁਰੂ ਦੀ ਬਾਣੀ ਹੈ ਜਾਂ ਉਪਦੇਸ਼ ਕਰ ਲੈਂਦੇ ਆ, ਜਾਂ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਜਿਹੜਾ ਸਾਨੂੰ ਗੁਰੂ ਦਾ ਗਿਆਨ ਮਿਲਣਾ ਉਹ ਹੈਗਾ। ਤੇ ਫਿਰ ਜਿਹੜਾ ਇਨਸਾਨ ਦਾ ਮਨ ਜਿਹੜਾ ਉਹ ਮਤਾ ਕਰਦਾ ਪੱਛਮ ਦਾ, ਹਨੇਰੇ ਦਾ, ਤੇ ਉਹਨੂੰ ਫਿਰ ਕਿਹੜੀ ਚੀਜ਼ ਹੈ ਜਿਹੜੀ ਪੂਰਬ ਵੱਲ ਲੈ ਕੇ ਜਾਂਦੀ ਹੈ? ਤੇ ਇਹਦੇ ਬਾਰੇ ਥੋੜਾ ਜਿਹਾ ਪਲੀਜ਼ ਜਾਣਨਾ ਪਾਓ ਜੀ। ਸੁੱਚਾ ਸਿੰਘ ਜੀ, ਥੈਂਕਸ ਫॉर योर ਵੈਰੀ ਨਾਈਸ ਕੁਐਸਚਨ। ਤੁਸੀਂ ਸਾਰਿਆਂ ਨੇ ਬੜੇ ਨਾਈਸ ਕੁਐਸਚਨ ਕੀਤੇ ਨੇ, ਪਰ ਮੈਨੂੰ ਨਾਈਸ ਆਨਸਰ ਕਰਨਾ ਨਹੀਂ ਆਉਂਦਾ, ਮੈਂ ਉਹਦਾ ਖੀਮਾ ਦੇ ਜਾ ਚੁੱਕਾ। ਪਰ ਜਦੋਂ ਮੈਂ ਬੋਲ ਰਿਹਾ ਸੀ, ਹੋ ਸਕਦਾ ਹੈ ਕਿ ਮੇਰੇ ਜਲਦੀ ਬੋਲਣ ਵਿੱਚ ਠੀਕ ਪੁੱਟਅਪ ਨਾ ਹੋਇਆ ਹੋਵੇ। ਜਦੋਂ ਰਹਾਉ ਨੂੰ ਅਸੀਂ ਦੇਖਦੇ ਹਾਂ ਨਾ, ਰਹਾਉ ਕਲੀਅਰ ਡਾਇਗਨੋਸ ਹੈ ਕਿ ਮਨ ਨੂੰ ਇਹ ਸਮਝ ਆ ਗਈ ਹੈ, ਸਿਆਣਪ ਕਾਹੂ ਕਾਮਨਾਤ। ਜਿਸ ਦਿਨ ਇਹ ਸਮਝ ਆਉਂਦੀ ਹੈ ਨਾ, ਤਾਂ ਉਸ ਵੇਲੇ ਉਹ ਜਪਜੀ ਸਾਹਿਬ ਤੋਂ ਜਦੋਂ ਅਸੀਂ ਉੱਪਰ ਪਹਿਲੀ ਪੌੜੀ ਤੋਂ ਆਏ ਤਾਂ ਉੱਥੇ ਤੱਕ ਆਏ, ਸਹਿ ਸਿਆਣਪਾ ਲੱਖੋਂ ਤਾਂ ਇੱਕ ਨਾ ਚੱਲੇ ਨਾਲ, ਤਾਂ ਉਹਦੀ ਗੱਲ ਤੋਂ ਹੀ ਸ਼ੁਰੂ ਹੋਇਆ ਕਿ ਉਹ ਹੀ ਰਿਅਲਾਈਜ਼ ਕਰ ਰਿਹਾ ਕਿ ਮੈਂ ਕੁੜਿਆਰ ਹਾਂ। ਜਦੋਂ ਕੁੜਿਆਰ ਹਾਂ ਸਚਿਆਰ ਬਣਨਾ ਚਾਹੁੰਦਾ ਤੇ ਉਹਦਾ ਆਨਸਰ ਹੈ ਕਿ ਨਿਜ ਕਰ ਅੰਦਰ ਰੱਬ ਜੀ ਵਸਦੇ ਨੇ, ਉਹਨਾਂ ਦਾ ਸੁਣਿਆ ਸੁਣ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਉਹ ਜਦੋਂ ਸੁਣਦਾ ਹੈ ਨਾ, ਤਾਂ ਉਹਨੂੰ ਰਿਅਲਾਈਜ਼ ਹੋ ਜਾਂਦਾ ਹੈ ਕਿ ਮੈਂ ਮਤੇ ਜਿਹੜੇ ਪਕਾਂਦਾ ਸੀ ਨੈਗੇਟਿਵ ਵਾਲੇ, ਉਹਨਾਂ ਦਾ ਰਿਜ਼ਲਟ ਮਾੜਾ ਨਿਕਲਦਾ ਸੀ, ਕਦੇ ਵੀ ਠੀਕ ਨਹੀਂ ਨਿਕਲਿਆ। ਚੈਨ ਵੀ ਨਹੀਂ ਆਇਆ, ਸੁੱਖ ਨਹੀਂ ਮਿਲਿਆ, ਖੁਸ਼ੀ ਵੀ ਨਹੀਂ ਮਿਲੀ, ਵਿਕਾਸ ਵੀ ਨਹੀਂ ਆਇਆ, ਤ੍ਰਿਸ਼ਨਾ ਹੋਰ ਵੱਧ ਗਈ, ਡੁਐਲਿਟੀ ਹੋਰ ਵੱਧ ਗਈ, ਵਿਵੇਕ ਬੁੱਧੀ ਦਾ ਚਿਪ ਸਾਰਾ ਡਾਊਨ ਹੋ ਗਿਆ। ਇਸ ਕਰਕੇ ਉਹਨੂੰ ਇਹ ਲਾਅ ਸਮਝ ਆ ਗਿਆ ਕਿ ਜਿੰਨਾ ਮਰਜ਼ੀ ਸੱਚ ਨੂੰ ਇਗਨੋਰ ਕਰ ਲਵੋ, ਮਨ ਦੇ ਖਿਆਲਾਂ ਦੇ ਜਿਤਨੇ ਮਰਜ਼ੀ ਮਨਸੂਬੇ ਬਣਾ ਲਵੋ, ਅਲਟੀਮੇਟਲੀ ਟਰੂਥ ਪ੍ਰੀਵੇਲਸ। ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਇਹ ਜਦੋਂ ਸ਼ਬਦ ਅਸੀਂ ਪੰਕਤੀ ਬੋਲਦੇ ਆ ਨਾ, ਇਸ ਪੰਕਤੀ ਨੂੰ ਜੇ ਅਸੀਂ ਦੇਖੀਏ, ਜਿਨਕੇ ਚਿੱਤ ਕਠੋਰ ਹੈ ਸੇ ਬਹਿਨਾ ਸਤਿਗੁਰ ਪਾਸ, ਉਹ ਨਹੀਂ ਸੁਣਨਾ ਚਾਹੁੰਦੇ। ਜਿਨਕੇ ਚਿੱਤ ਕਠੋਰ ਹੈ ਸੇ ਬਹਿਨਾ ਸਤਿਗੁਰ ਪਾਸ, ਉੱਥੇ ਸੱਚ ਵਰਤਦਾ, ਉੱਥੇ ਪੂਰਬ ਦੀ ਪ੍ਰਕਾਸ਼ ਦੀ ਗਿਆਨ ਦੀ ਗੱਲ ਹੈ। ਪੂਰਬ ਪ੍ਰਕਾਸ਼ ਗਿਆਨ ਦਾ ਮਤਲਬ ਤੇਰੇ ਉੱਤੇ ਲਾਈਟ ਪੈਣੀ ਹੈ, ਤੇਰੇ ਅਵਗੁਣ ਸਮਝਾਣੇ ਨੇ। ਸਾਡੇ ਘਰਾਂ ਚੋਂ ਸਾਨੂੰ ਇੱਕ ਦੂਜੇ ਨੂੰ ਜਦੋਂ ਕੋਈ ਸਾਡਾ ਅਵਗੁਣ ਦੱਸੇ ਨਾ, ਸਾਨੂੰ ਪਸੰਦ ਨਹੀਂ ਆਉਂਦਾ। ਆਈ ਨੈਵਰ ਲਾਈਕ ਕੇ ਕੋਈ ਮੈਨੂੰ ਕ੍ਰਿਟੀਸਾਈਜ਼ ਕਰੇ, ਨੈਵਰ ਲਾਈਕ ਕੇ ਕੋਈ ਮੈਨੂੰ ਕਹੇ ਭਿੰਦਰ ਤੂੰ ਇਹ ਤੋਂ ਗਲਤ ਹੈ। ਇਤਨਾ ਹੰਕਾਰ ਨੱਕ ਉੱਚੀ ਹੋ ਜਾਂਦੀ ਹੈ, ਹੰਕਾਰ ਵੱਜ ਜਾਂਦਾ ਹੈ। ਮੈਨੂੰ ਕਹਿ ਦਿੱਤਾ, ਮੈਂ ਨਾ ਸ਼ਰੀਫ, ਮੈਂ ਨਾ ਇਮਾਨਦਾਰ, ਮੇਰੇ ਵਰਗਾ ਨੌਲੇਜ ਕਿਸੇ ਨੂੰ ਨਹੀਂ, ਮੇਰੇ ਵਰਗਾ ਗਾਂਦਾ ਕੋਈ ਨਹੀਂ, ਮੇਰੇ ਵਰਗੀ ਗੁਰਮਤ ਦੀ ਨੌਲੇਜ ਕਿਸੇ ਨੂੰ ਨਹੀਂ। ਇਹ ਹੰਕਾਰ ਜਿਹੜਾ ਹੈ ਨਾ, ਇਹ ਆਪਣੇ ਅਵਗੁਣ ਵੱਲ ਝਾਤੀ ਨਹੀਂ ਮਾਰਨ ਦਿੰਦਾ। ਪੱਛਮ ਜਦੋਂ ਮੈਂ ਰਿਅਲਾਈਜ਼ ਕਰਾਂ ਕਿ ਅਵਗੁਣ ਤੇ ਮੇਰਾ ਹੈ, ਮੈਂ ਆਪਣੇ ਅਵਗੁਣ ਬਾਰੇ ਸਮਝਣਾ ਚਾਹੁੰਦਾ, ਤਾਂ ਪੂਰਬ ਵੱਲ ਮੁੱਖ ਹੋ ਗਿਆ, ਫੇਰ ਕੇ ਅੱਗੇ ਰੱਖਿਆ ਜਿੱਦ ਸੇ ਦਰਬਾਰ ਹੋ ਗਿਆ, ਪੈਰਾਡਿਮ ਸ਼ਿਫਟ ਹੋ ਗਿਆ। ਸ਼ਰਤ ਰਹੇਗੀ ਕਿ ਮੈਂ ਆਪਣਾ ਅਵਗੁਣ ਸਮਝਣਾ ਸਿੱਖਣਾ ਚਾਹੁੰਦਾ ਹਾਂ। ਕੀੜੀ ਬਣ ਗਏ, ਕੀਟੀ ਪਰਬਤ ਖਾਇਆ ਹੰਕਾਰ ਦਾ। ਜਦੋਂ ਕੀੜੀ ਬਣ ਜਾਾਂਗੇ ਤਾਂ ਸਮਝ ਆਏਗੀ ਕਿ ਸਿਆਣਪਾਂ ਕੰਮ ਨਹੀਂ ਆਉਂਦੀਆਂ, ਮੈਨੂੰ ਦ੍ਰਿੜਤਾ ਦੇ ਨਾਲ ਸੱਚ ਵਾਲੇ ਪਾਸੇ ਹੀ ਟੁਰਨਾ ਪਏਗਾ। ਮੈਂ ਕੁੜਿਆਰ ਤੋਂ ਸਚਿਆਰ ਬਣਨਾ ਮੈਂ ਆਪਸ਼ਨ ਮੰਗੀ ਹੈ। ਜੇ ਮੈਂ ਮੰਗਦਾ ਹੀ ਨਾ ਤੇ ਮੈਂ ਸਤਿਗੁਰ ਦਰਿਆ ਦੇ ਤੀਰਤ ਤੇ ਨਹਾਉਂਦਾ ਹੀ ਨਾ, ਤੀਰਤ ਨਾਵਾ ਜੇਤਿਸ ਭਾਵਾਂ, ਪਸੰਦ ਆਉਂਦਾ ਤਾਂ ਨਹਾਉਂਦੇ ਆ ਨਾ, ਵੀੜ ਪਾਣੇ ਕੇ ਨਾਏ ਕਰੀ, ਪਸੰਦ ਹੀ ਨਹੀਂ ਤੇ ਮੈਂ ਸਤਿਗੁਰ ਦਰਿਆ ਦੇ ਤੀਰਤ ਕਿਉਂ ਨਹਾਵਾਂਗਾ। ਇਹਦਾ ਮਤਲਬ ਪਸੰਦ ਆਉਣ ਤੋਂ ਬਾਅਦ ਦ੍ਰਿੜਤਾ ਵਾਲੇ ਮਾਰਗ ਤੇ ਅਸੀਂ ਟੁਰਦੇ ਹਾਂ ਔਰ ਅਵਗੁਣ ਛੋੜ ਗੁਣਾ ਕੋ ਤਾਬੋ ਡੇ ਬਾਈ ਡੇ ਜੀਵਨੀ ਵੱਲ ਉਤਰਦੇ ਹਾਂ, ਤਾਂ ਫਾਈਨਲੀ ਪੂਰਬ ਹੀ ਲੈ ਜਾਤ ਵਾਲੀ ਜੀਵਨੀ ਸਾਨੂੰ ਪ੍ਰਾਪਤ ਹੁੰਦੀ ਹੈ। ਜਿਹਨੂੰ ਮਹਿਸੂਸ ਹੋ ਜਾਏ ਕਿ ਜੇ 100 ਚੰਦਾ ਉਗਮੈ ਸੂਰਜ ਚੜੇ ਹਜ਼ਾਰੇ ਤੇ ਚਾਨਣ ਹੁੰਦਿਆ ਗੁਰਬਿਨ ਘੋਰ ਅੰਧਾਰ, ਉਹ ਅੰਧਾਰ ਹਨੇਰਾ ਪੱਛਮ ਮੇਰੇ ਅੰਦਰ ਹੈ, ਪਰ ਮੈਨੂੰ ਮੇਰੇ ਅੰਦਰ ਹਰ ਜੀ ਵਸਦੇ ਨੇ, ਪੂਰਬ ਹੈ। ਮੈਂ ਉਹਦੀ ਗੱਲ ਲੈਣੀ ਹੈ ਕਿਉਂਕਿ ਮੈਂ ਅਪਸੈਟ ਹੁੰਦਾ, ਮੈਂ ਦੁਖੀ ਹੁੰਦਾ, ਮੈਨੂੰ ਲੋਕਾਂ ਨਾਲ ਨਫ਼ਰਤ ਹੈ, ਮੈਂ ਤੇਰ ਮੇਰ ਕਰਦਾ ਹਾਂ, ਮੈਂ ਹੰਕਾਰੀ ਵੀ ਹਾਂ ਔਰ ਦੂਜੇ ਨੂੰ ਟੌਂਟ ਵੀ ਕਰਦਾ, ਮਾਫੀ ਨਹੀਂ ਕਰਦਾ, ਔਰ ਦਿਨ ਰਾਤ ਆਪਣੇ ਹੰਕਾਰੀ ਜਲਦਾ ਵੀ ਰਹਿੰਦਾ, ਆਪਣੇ ਹੰਕਾਰ ਜਗਤ ਜਲਿਆ ਵਾਲਾ ਸੜਦਾ ਰਹਿੰਦਾ। ਸੁਖੀ ਬਸਿਆ ਮਸਕੀਨੀਆਂ ਨਹੀਂ ਕਰਦਾ,
बड़े बड़े हंकारी नानक गर्भ गले बन जाता, मैं हंकारी सड़दा रहंदा, मैं महसूस करा मैं सड़दा, मैं दुखी होंदा, मैं लोकां नाल नफरत करदा। ये नफरत दी अग मैनू कल युग वाला जीवन सिखांदी है, इस तो मैं छुटना है। मनु संतोख दियो, मनु सतयुगी जीवन दियो, मनु कलयुग तो सतयुग वाली जुग जुग फेर वटाइए वाली मत दियो। जिहड़ी यह जाचना करेगा ना, ओनू जरूर समझ आ जाएगा कि ए सियाणप नाहु नाथ। ए रियलाइजेशन हो गई ਤਾਂ ਫਿਰ ਉਹ ਸਿੰਕ ਹੋ ਜਾਏਗਾ ਉਸ ਪਹਿਲੇ ਪੱਦੇ ਦੇ ਨਾਲ ਕਿ ਜਿਹੜਾ ਮੈਂ ਮਤੇ ਪਕਾਂਦਾ ਸੀ ਨਾ, ਜੈਸੀ ਰਚ ਰਚ ਬਾਂਧਤ ਪਾਕ ਸੋ ਸਿਰ ਚੁੰਚ ਸਵਾਰੇ ਕਾਗ, ਇਸ ਤਨ ਧਨ ਕੋ ਕਿਆ ਗਰਬਈਆ, ਰਾਮ ਨਾਮ ਕਾਇਨਾਤ ਲੜਈਆ। ਕਹਿਤ ਕਬੀਰ ਸੁਨੋ ਮਨ ਮੇਰੇ, ਇਹੀ ਹਵਾਲ ਹੋਏਗੇ ਤੇਰੇ। ਇਹ ਗੱਲ ਸਮਝ ਆਈ? ਓ ਮਾਈ ਗੋਡ, ਮੈਂ ਤੇ ਭੈੜੇ ਖਿਆਲ ਪਕਾਂਦਾ ਰਹਿੰਦਾ ਸੀ। ਮੈਂ ਆਪਣੀ ਵੈਬ ਦੇ ਅੰਦਰ ਮੱਕੜੀ ਵਾਲਾ ਜਾਲਾ ਬਣਾ ਕੇ ਆਪ ਹੀ ਮੱਕੜੀ ਅੰਦਰ ਫਸ ਜਾਂਦਾ ਸੀ, ਮੱਕੜੀ ਜਾਲੇ 'ਚ ਫਸ ਜਾਂਦਾ ਸੀ। ਹੁਣ ਮੈਂ ਛੁੱਟਣਾ ਚਾਹੁੰਦਾ, ਸੁਮਤ ਬਖਸ਼ੋ kindly, oh God, grant me your wisdom। अंदर रब जी है, जाना किधर ही नहीं। ठीक है, थैंक यू जी। मतलब मैं ना जी एक सैकंड होर लै ला जी प्लीज, ਤੁਹਾਡੀ ਇਜਾਜ਼ਤ ਦੇ ਨਾਲ। ਮੈਂ ਜਿਹੜੀ ਤੁਸੀਂ ਅਗੇਨ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਜੀ, ਤੁਸੀਂ ਇਹ ਜਿਹੜੀ ਮਤਲਬ ਜਿਹੜੀ ਫਿਲਾਸਫੀ ਇਹਦੇ ਵਿੱਚ ਤੁਸੀਂ ਬਿਆਨ ਕਰ ਰਹੇ ਹੋ, ਉਹਦੇ ਨਾਲ ਮੈਂ 101% ਸਹਿਮਤ ਹਾਂ। ਮੈਂ ਤੇ ਸਿਰਫ ਗੱਲ ਕਰ ਰਿਹਾ ਸੀਗਾ ਸ਼ਬਦ ਦੀ, ਜਿਹੜੀ ਵਿਚਾਰ ਦੀ ਤੁਸੀਂ ਕਰਦੇ ਹੋ ਨਾ, ਕਿ ਰਹਾਉ ਦੀ ਤੁਕ ਕਹਿ ਰਹੀ ਹੈ ਕਿ ਬਈ ਭਾਈ ਇਨਸਾਨ ਦੀ ਚਤਰਾਈ ਕਿਤੇ ਕੰਮ ਨਹੀਂ ਆਉਂਦੀ। ਠੀਕ ਹੈ ਜੀ, ਚਤਰਾਈ ਸਿਆਣਪਾਂ ਕਿਤੇ ਕੰਮ ਨਾ ਆਈ ਹੈ। ਜੋ ਗੱਲ ਪਰਮਾਤਮਾ ਨੇ ਜੋ ਅਨਰੂਪਿਓ ਉਹੀ ਗੱਲ ਹੋਣੀ ਹੈ, ਜਿਹੜਾ ਉਹਨੇ ਮਿਥਿਆ ਹੋਇਆ ਉਹ ਹੋ ਕੇ ਰਹਿਣਾ। ਹੁਣ ਇਨਸਾਨ ਜਿਹੜਾ ਪੱਛਮ ਵੱਲ ਜਾਣਾ ਚਾਹੁੰਦਾ, ਸਲਾਹ ਕਰਦਾ ਪੱਛਮ ਵੱਲ ਜਾਣ ਦੀ, ਪਰਮਾਤਮਾ ਉਹਨੂੰ ਦੂਜੇ ਪਾਸੇ ਲੈ ਕੇ ਚਲੇ ਜਾਂਦਾ। ਜੇ ਅਸੀਂ ਇਹਨੂੰ ਕਹਿੰਦੇ ਕਿ ਇਹ ਸੱਚ ਦੇ ਮਾਰਗ ਤੇ ਲੈ ਕੇ ਚਲਾ ਜਾਂਦਾ, ਜਾਂ ਅਸੀਂ ਕਹਿੰਦੇ ਕਿ ਹਨੇਰੇ ਵਾਲੇ ਇਨਸਾਨ ਜਾਣਾ ਚਾਹੁੰਦਾ, ਪਰਮਾਤਮਾ ਉਹਨੂੰ ਲਾਈਟ ਵਾਲੇ ਪਾਸੇ ਲੈ ਜਾਂਦਾ, ਤੇ ਦੈਨ ਫਿਰ ਇੱਥੇ ਇਹ ਵੀ ਗੱਲ ਆ ਜਾਂਦੀ ਹੈ ਕਿ ਜੇਕਰ ਕੋਈ ਇਨਸਾਨ ਹਨੇਰੇ ਵੱਲ ਚਲਾ ਗਿਆ ਤੇ ਉਧਰ ਵੀ ਫਿਰ ਪਰਮਾਤਮਾ ਹੀ ਲੈ ਕੇ ਗਿਆ ਉਹਨੂੰ। ਇਸ ਮੈਂ ਸਿਰਫ ਤੁਕ ਦੀ ਗੱਲ ਕਰਦਾ। ਨਹੀਂ ਮੈਂ ਨਾ ਜੀ ਸਿਰਫ ਇਹਦੇ ਅਰਥਾਂ ਦੇ ਨਾਲ ਗੱਲ ਕਰਦਾ। ਮੈਂ ਉਹ ਨਹੀਂ ਕਹਿ ਰਿਹਾ ਕਿ ਜੇ ਫਿਲਾਸਫੀ ਜਿਹੜੀ ਉਹਦੇ ਨਾਲ ਮੈਂ 100% ਸਹਿਮਤ ਆ। ਜੇ ਅਸੀਂ ਇਹ ਕਹਿ ਦਿੱਤਾ ਕਿ ਪਰਮਾਤਮਾ ਜਿਹੜਾ ਉਹਨੂੰ ਮਾੜੇ ਪਾਸੇ ਹਨੇਰੇ ਵੱਲੋਂ ਉਧਰ ਲੈ ਕੇ ਚਲੇ ਜਾਂਦਾ, ਇਹ 'ਚ ਕੋਈ ਸ਼ੱਕ ਨਹੀਂ, ਲੈ ਕੇ ਵੀ ਉਹੀ ਜਾਂਦਾ। ਲੇਕਿਨ ਜਿਹੜਾ ਇੱਥੇ ਜਿਹੜਾ ਜੋ ਸ਼ਬਦ ਦਾ ਕੰਟੈਕਸਟ ਚੱਲ ਰਿਹਾ ਉਹਦੇ ਅਨੁਸਾਰ ਕਿ ਚਤਰਾਈ ਤਾਂ ਕਿਤੇ ਕੰਮ ਨਹੀਂ ਹੁੰਦੀ, ਕੰਮ ਉਹੀ ਹੁੰਦਾ, ਗੱਲ ਉਹੀ ਹੁੰਦੀ ਹੈ। ਅਲਟੀਮੇਟਲੀ ਉਹ ਹੁੰਦਾ ਜਿਹੜਾ ਪਰਮਾਤਮਾ ਨੂੰ ਭਾਣੇ ਦੇ ਵਿੱਚ ਹੁੰਦਾ ਜਾਂ ਪਰਮਾਤਮਾ ਨੂੰ ਪਲੀਜ਼ ਕਰਦਾ ਹੁੰਦਾ, ਉਹ ਹੁੰਦਾ। ਇਸੇ ਤਰ੍ਹਾਂ ਜੇਕਰ ਕੋਈ ਇਨਸਾਨ ਮਾੜੇ ਜੀਵਨ ਵਾਲਾ ਜੀ ਰਿਹਾ, ਇਜ਼ ਦੈਟ ਮੀਨ ਕਿ ਉਹ ਵੀ ਪਰਮਾਤਮਾ ਦਾ ਹੀ ਭਾਣਾ ਆ? ਜੇ ਚੰਗੇ ਪਾਸੇ ਜਾਂਦਾ ਉਹ ਵੀ ਪਰਮਾਤਮਾ ਦਾ ਹੀ ਭਾਣਾ ਆ? ਨਹੀਂ ਸੁੱਚਾ ਸਿੰਘ ਜੀ, ਮੈਂ ਨਮਰਤਾ ਨਾਲ ਬੇਨਤੀ ਕਰਦਾ, ਰੱਬ ਸਾਨੂੰ ਭੂਲੇ ਮਾਰਗ ਜਿਹਨੇ ਬਤਾਇਆ ਵਾਲਾ ਮਾਰਗ ਦੱਸਦਾ ਹੈ, ਭੁੱਲਿਆਂ ਨੂੰ ਤੇ ਰਾਹ ਪਾਉਂਦਾ ਹੈ, ਉਜਾੜ ਤੋਂ ਸਾਨੂੰ ਸੁਚੱਜੇ ਹਾਈਵੇ ਤੇ ਲੈ ਕੇ ਜਾਂਦਾ ਹੈ। ਉਹ ਸਾਨੂੰ ਭੁਲਾਉਂਦਾ ਨਹੀਂ ਹੈ, ਉਹ ਸਾਨੂੰ ਭਟਕਾਉਂਦਾ ਨਹੀਂ ਹੈ, ਸਾਡੀ ਭਟਕਾਹਟ ਨੂੰ ਖਤਮ ਕਰਦਾ। ਮਨ ਮੇਰੋ ਤਾਵਨ ਤੇ ਛੁੱਟਿਓ, ਕਰ ਬੈਠੋ ਵਿਸ਼ਰਾਮ ਕਰਦਾ ਹੈ। ਰੱਬ ਕਨਸੈਪਟ ਮੈਂ ਅੱਜ ਬੇਨਤੀ ਸ਼ੁਰੂ ਕੀਤੀ ਹੈ, ਗੁਰਬਾਣੀ ਅਨੁਸਾਰ ਰੱਬ ਕਨਸੈਪਟ ਇਹ ਨਹੀਂ ਹੈ ਕਿ ਰੱਬ ਉਜਾੜ ਵੱਲ ਜਾਂਦਾ ਹੈ, ਰੱਬ ਕੁਰਾਏ ਪਾਉਂਦਾ ਹੈ, ਰੱਬ ਹਨੇਰੇ ਵੱਲ ਜਾਂਦਾ ਹੈ। ਨਹੀਂ। ਇੱਕ ਵਾਰੀ ਮੈਨੂੰ ਇੱਕ ਕੁਐਸਚਨ ਆਇਆ ਸੀ ਕਿ ਪ੍ਰਕਾਸ਼ ਵਰਸਿਸ ਹਨੇਰਾ, ਤਾਂ ਮੈਂ ਉਹਨਾਂ ਨੂੰ ਕਿਹਾ ਸੀ ਹਨੇਰੇ ਦੀ ਕੋਈ ਐਂਟੀਟੀ ਨਹੀਂ ਹੈ, ਪ੍ਰਕਾਸ਼ ਦੀ ਐਬਸੈਂਸ ਵਿੱਚ ਜੋ ਬਣਦਾ ਉਹ ਉਹਨੂੰ ਹਨੇਰਾ ਕਹਿੰਦੇ ਨੇ। ਸਿਮਿਲਰਲੀ ਤ੍ਰਿਸ਼ਨਾ ਵੀ ਆਪਣੇ ਆਪ ਵਿੱਚ ਕੋਈ ਚੀਜ਼ ਨਹੀਂ ਹੈ, ਸੰਤੋਖ ਦੀ ਐਬਸੈਂਸ ਵਿੱਚ ਜੋ ਮੇਰਾ ਸੁਭਾਅ ਬਣਦਾ ਹੈ ਨਾ, ਉਹ ਤ੍ਰਿਸ਼ਨਾਲੂ ਹੁੰਦਾ ਹੈ, ਉਹ ਕਲਯੁਗ ਰਥ ਅਗਨ ਕਾ ਕੂੜ ਗੈਰਤ ਭਾਵ ਹੁੰਦਾ ਹੈ। ਪਰ ਜੇ ਸਤਯੁਗੀ ਜੀਵਨ ਜੀਣਾ ਤਾਂ ਸਤਯੁਗ ਰਥ ਸੰਤੋਖ ਦਾ, ਸੰਤੋਖੀ ਜੀਵਨ ਐਬਸੈਂਟ ਹੋਇਆ ਤਾਂ ਉਹਦੇ ਵਾਸਤੇ ਅਸੀਂ ਸੰਤੋਖ ਸੈਮੀਨਾਰ ਕੀਤਾ ਹੋਇਆ। दूध पियो गोविंदे राय, दूध पियो मेरो मन पतिया, नहीं ਤਾਂ ਘਰ ਕੋ ਬਾਪ ਰਿਸਾਏ। ਬਾਪ ਮਤਲਬ ਸੰਤੋਖ ਚਲਾ ਜਾਂਦਾ ਹੈ ਜੇ ਸੱਚ ਦਾ ਅੰਮ੍ਰਿਤ ਨਾ ਪੀਓ। ਸੱਚ ट्रुथ प्रिवेल्स है, मनुख अपनी ख्वारी महसूस करे ता ट्रुथ वाले मार्ग पे चलेगा, ता मन्ना जम के साथ न जाए वाले मार्ग में छोड़ देगा। रब उजाड़ नहीं पांदा। मेरे साहिबा हूं आपे परम पुनानी, अखर लिखे सही गावा अवर न जाना बाणी।
मैं भुलावड़े भुल्ली भुल भुल पछोताणी दे मार्ग ते टुरदा हां, रिस्पॉन्सिबिलिटी मैं लैंदा हां, दद्दा दोष ना देव किसे दोष कर्मा अपने, जो मैं किया सो मैं पाया, दोष ना दीजे अवर जाना। लोकां ते ब्लेम नहीं लाना, ते मैं रब नूं भी किवें कह सकदा कि रब ने मैनूं उजाड़ पाया। रब हनेरे उजाड़ विच नहीं ले जांदा। गुरमत कॉन्सैप्ट दा रब सतगुर है, भूले मार्ग तो सीधे मार्ग पांदा है। ठीक है, ठीक है, ठीक है। टाइम खत्म हो रहा है जी। डॉक्टर गुप्ता, कुलवीर सिंह, ਤੁਸੀਂ कहना कुछ? अनम्यूट कर लो अपने आप प्लीज। हाँ जी, वीर भूपिंदर सिंह जी, at the outset and in all humility, I must say that you have provided to me personally a meaningfulness through your discourse. And I have only one point. Rabbi Raza vich reh ke जीवन विच हर कंडीशन औखी सौखी सुख देण वाली या तां दुख नाल भरपूर होवे, उस नूं एक्सेप्ट करना विथ इक्वेनिमिटी, इट्स एक्सट्रीमली डिफिकल्ट। पर करनी वाले विरले जिहड़े साधक हन, सिद्धकवान हन, ਉਹ ਵੀ ਐਸੇ ਹੁੰਦੇ ਹਨ ਕਿ ਬਿਖਮ ਤੋਂ ਬਿਖਮ ਪਾਣਾ ਨੂੰ ਵੀ ਮਿੱਠਾ ਕਰਕੇ ਮੰਨਦੇ ਹਨ। ਹਿਸਟਰੀ ਰਿਕਾਰਡਸ ਦਿਸ। ਐਸੇ ਮਹਾਂਪੁਰਖਾਂ ਨੂੰ ਹੀ ਅਰਦਾਸ ਵਿੱਚ ਸ਼ਰਧਾਂਜਲੀ ਅਰਪਣ ਕੀਤੀ ਜਾਂਦੀ ਹੈ। What is your own opinion about those who, in complete self-surrender and submission to the will of God, this Siddhakwan, who have become martyrs to the cause of Gurmat Vichar for that matter? What is your own opinion about their unflinching faith in the Guru? I mean, I you know, when I say something, I think I should put an L on my chest. And whenever a scholar of the caliber of your type comes up on the screen, this L to me is a learner's sign, like anybody who is driving for the first time and has got an L outside outside his car, displaying that he's a learner. So please guide me. Thank you for your very enlightened views. Thank you. ਡਾਕਟਰ ਸਾਹਿਬ, ਮੈਨੂੰ ਬਾਣੀ ਚੋਂ ਰਜ਼ਾ ਜਿਹੜੀ ਨਿਜ ਕਰਤੀ ਆਵਾਜ਼ ਹੈ, ਉਸ ਅਨੁਸਾਰ ਜੀਣ ਨੂੰ ਰਜ਼ਾ ਪਾਣਾ ਹੁਕਮ ਸਮਝ ਆ ਰਿਹਾ ਹੈ, ਤੇ ਜਿਹੜੇ ਉਸ ਅਨੁਸਾਰ ਜੀਵੇ ਉਹਨਾਂ ਦੇ ਬਾਰੇ ਮੈਂ ਛੋਟਾ ਮੂੰਹ ਵੱਡੀ ਗੱਲ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ। ਮੈਂ ਤਾਂ ਹੁਣੇ ਖੁਦ ਜਾਂਚ ਸਿੱਖ ਰਿਹਾ ਕਿ ਇਹ ਰਜ਼ਾ ਅਨੁਸਾਰ ਹੁਕਮ ਅਨੁਸਾਰ ਪਾਣੇ ਅਨੁਸਾਰ ਕੁੜਿਆਰ ਤੋਂ ਸੱਚਿਆਰ ਕਿਵੇਂ ਬਣੀਦਾ ਹੈ। मैं किसी बारे कोई भी कमेंट करण जोग नहीं हाँ। ठीक है, थैंक यू जी। डॉक्टर ओंकार सिंह जी। जी, वाहिगुरू जी का खालसा, वाहिगुरू जी की फतेह जी। ਵੀਰ ਭੁਪਿੰਦਰ ਸਿੰਘ ਜੀ ਗੁਰਬਾਣੀ ਦੇ ਪ੍ਰਸਿੱਧ ਵਿਆਖਿਆਕਾਰ ਨੇ। ਵਾਹਿਗੁਰੂ ਦੀ ਰੱਬ ਦੀ ਰਜ਼ਾ ਬਾਰੇ ਅੱਜ ਬਹੁਤ ਖੂਬਸੂਰਤੀ ਨਾਲ ਉਹਨਾਂ ਨੇ ਗੱਲਬਾਤ ਕੀਤੀ ਆ। ਬਹੁਤ ਖੂਬਸੂਰਤ ਗੱਲਾਂ ਕੀਤੀਆਂ ਨੇ। ਬੜੇ ਪਿਆਰਾ ਫਿਕਰਾ ਉਹਨਾਂ ਨੇ ਕਿਹਾ ਹੈ ਬਈ ਪ੍ਰਚਲਿਤ ਸ਼ਬਦਾਵਲੀ ਵਰਤ ਕੇ ਸਤਿਗੁਰੂਆਂ ਨੇ ਨਵਾਂ ਸੁਨੇਹਾ ਦਿੱਤਾ। ਬਹੁਤ ਬਹੁਤ ਖੂਬਸੂਰਤ ਫਿਕਰਾ ਹੈ। ਸ਼ਬਦਾਵਲੀ ਉਹਨਾਂ ਨੇ ਉਸ ਟਾਈਮ ਦੀ ਜੋ ਪ੍ਰਚਲਿਤ ਸੀ ਉਹ ਵਰਤੀ, ਤੇ ਸੁਨੇਹਾ ਜਿਹੜਾ ਸੱਚ ਦਾ ਸੁਨੇਹਾ, ਸਚਾਰ ਬਣਨ ਵਾਲਾ ਸੁਨੇਹਾ ਉਹਨਾਂ ਨੇ ਦਿੱਤਾ। ਦੂਸਰੀ ਬੜੀ ਖੂਬਸੂਰਤ ਗੱਲ ਉਹਨਾਂ ਨੇ ਕੀਤੀ ਬਈ ਸਚਾਰ ਅਸੀਂ ਬਣਨਾ ਚਾਹੁੰਦੇ ਆ, ਪਰ ਕੁੜਿਆਰ ਹੋਣਾ ਪ੍ਰਵਾਨ ਹੀ ਨਹੀਂ ਕਰਦੇ। ਤੇ ਸਾਡੇ ਅੰਦਰੋਂ ਆਵਾਜ਼ ਤੇ ਉੱਠਦੀ ਆ ਕਿ ਅਸੀਂ ਕੂੜੇ ਆ, ਅਸੀਂ ਬਾਰ-ਬਾਰ ਫਿਰ ਦਲੀਲਾਂ ਕਰਦੇ ਆ। ਮੈਂ ਸ਼ਰਾਬ ਪੀਣਾ ਵਾਂ ਜੇ, ਤੇ ਮੈਂ ਉਸ ਸ਼ਰਾਬ ਪੀਣ ਨੂੰ ਜਸਟੀਫਾਈ ਕਰਨ ਵਾਸਤੇ ਫਿਰ ਦਲੀਲਾਂ ਕੱਢਦਾ ਵਾਂ। ਮੈਂ ਵਿਕਾਰ ਕਰਦਾ ਵਾਂ, ਸਾਰੇ ਵਿਕਾਰਾਂ ਨੂੰ ਜਸਟੀਫਾਈ ਕਰਨ ਵਾਸਤੇ ਮੈਂ ਦਲੀਲਾਂ ਕੱਢਦਾ ਵਾਂ, ਜਿਨ੍ਹਾਂ ਨੂੰ ਵੀਰ ਜੀ ਨੇ ਚਤਰਾਈਆਂ ਸਿਆਣਪਾਂ ਦੇ ਨਾਲ ਦਲੀਲਾਂ ਘੜ ਕੇ ਮੈਂ ਉਸ ਆਵਾਜ਼ ਨੂੰ ਫਿਰ ਦੱਬਦਾ ਵਾਂ। ਇਹ ਬੜੀ ਉਹਨਾਂ ਨੇ ਖੂਬਸੂਰਤ ਗੱਲ ਕੀਤੀ ਆ।
ਵੀ ਜੇ ਅਸੀਂ ਕੁੜਿਆਰ ਹੋਣ ਨੂੰ ਪ੍ਰਵਾਨ ਹੀ ਨਹੀਂ ਕਰਾਂਗੇ ਤਾਂ ਸਚਿਆਰ ਬਣਨ ਦੇ ਮਾਰਗ ਦੇ ਉੱਤੇ ਪੱਗ ਰੱਖ ਹੀ ਨਹੀਂ ਸਕਦੇ। ਸਾਰੀ ਸ਼ਬਦਾਵਲੀ ਦਾ ਨਵੀਨ ਅਰਥ ਕੀਤੇ ਨੇ, ਠੀਕ ਹੈ, ਹੋ ਗਈ। ਤੇ ਰੱਬ ਦੇ ਤੇ ਖਸਮ ਦੇ ਉਹਨਾਂ ਨੇ ਨਵੀਨ ਅਰਥ ਕੀਤੇ ਨੇ। ਇਹਨੂੰ ਅਜੇ ਥੋੜਾ ਸਮਾਂ ਲੱਗੇਗਾ ਕਿ ਅਸੀਂ ਮੰਨ ਲਈਏ ਕਿ ਇਹ ਜਿਹੜਾ ਰੱਬ ਤੇ ਖਸਮ ਹੈ ਇਹ ਸਾਡਾ ਮਾਨਾ, ਤੇ ਥੋੜਾ ਸਮਾਂ ਲੱਗਣਾ ਅਜੇ ਇਹਨੂੰ ਪ੍ਰਵਾਨ ਕਰਨ ਵਾਸਤੇ। ਸ਼ਾਇਦ ਹੋਵੇ ਕਿ ਨਾ ਹੋਵੇ, ਇਹ ਗੱਲ ਅਜੇ ਹੈਗੀ ਹੈ ਜੀ। ਸੋ ਬਾਕੀ ਗੱਲਾਂ ਬੜੀਆਂ ਸੋਹਣੀਆਂ ਹੋ ਗਈਆਂ ਨੇ ਜੀ, ਸਾਰਾ ਕੁਝ ਹੋ ਗਿਆ ਹੈ। ਉਦਾਸ ਦੇ ਵਿਰਾਗ ਵਿਕਾਰਾਂ ਵਾਲੀ ਸ਼ਬਦਾਵਲੀ ਸਾਰੀ ਕੀਤੀ ਹੈ। ਬਹੁਤ ਧੰਨਵਾਦ ਤੇ ਬਹੁਤ ਹੀ ਆਨੰਦ ਆਇਆ। ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਜੀ, ਮੈਂ ਵੈਸੇ ਹੰਬਲੀ ਰਿਕੁਐਸਟ ਕਰ ਰਿਹਾ, ਮੈਂ ਵੈਸੇ ਮਨਾਉਣ ਵਾਸਤੇ ਕਿਹਾ ਵੀ ਨਹੀਂ ਹੈ ਤੇ ਨਾ ਮੈਂ ਮਨਾ ਸਕਦਾ ਕਿਉਂਕਿ ਮੇਰੇ ਫਾਈਨਲ ਵਰਜ਼ਨਸ ਨਹੀਂ ਨੇ ਤੇ ਨਾ ਮੈਂ ਇੰਪਰੂਵ ਕਰ ਸਕਦਾ। ਮੈਨੂੰ ਜੋ ਸਮਝ ਆਇਆ ਆਪਣੇ ਜੀਵਨ ਨੂੰ ਉੱਚਿਆ ਕਰਨ ਵਾਸਤੇ ਉਹਦੇ ਚ ਜਿਹੜਾ ਮੈਸੇਜ ਮੈਂ ਉਹ ਸਾਂਝ ਕੀਤੀ ਹੈ ਕਿ ਮੈਨੂੰ ਬਾਣੀ ਕਹਿ ਰਹੀ ਹੈ ਵਾਹ ਵਾਹ ਬਾਣੀ ਨਿਰੰਕਾਰ ਹੈ ਤੇ ਮੈਨੂੰ ਬਾਣੀ ਸਿਖਾ ਰਹੀ ਹੈ ਗੁਰਬਾਣੀ ਬਣੀਏ ਤੇ ਗੁਰਬਾਣੀ ਬਣੀਏ। ਬਾਣੀ ਮੈਨੂੰ ਹਰ ਜਨ ਐਸਾ ਚਾਹੀਏ ਜੈਸਾ ਹਾਰੀ ਹੋਏ ਬਣਾਉਣਾ ਚਾਹੁੰਦੀ ਹੈ। ਸੱਚ ਸਪਨਾ ਕਾ ਖਸਮ ਮੇਰੇ ਮਨ ਨੂੰ ਬਣਾਉਣਾ ਚਾਹੁੰਦੀ ਹੈ। ਇਹ ਝੂਠਾ ਖਸਮ ਬਣਿਆ ਹੋਇਆ ਤੇ ਇਹਨੂੰ ਸੱਚਾ ਬਣਾਉਣਾ ਚਾਹੁੰਦੀ ਹੈ। ਕੂੜ ਰਾਜਾ ਕੂੜ ਪ੍ਰਜਾ ਬਣਿਆ ਹੋਇਆ ਇਹਨੂੰ ਸੱਚਾ ਰਾਜਾ ਬਣਾਉਣਾ ਚਾਹੁੰਦੀ ਹੈ। ਮੈਨੂੰ ਤੇ ਬਾਣੀ ਚੋਂ ਇਸ ਤਰ੍ਹਾਂ ਸਮਝ ਆ ਰਿਹਾ ਆਪਣਾ ਜੀਵਨ ਵਾਸਤੇ। ਲੇਕਿਨ ਬੜੇ ਪਹਿਲਾਂ ਵੀ ਉਹਨਾਂ ਨੇ ਕਿਹਾ ਵੀ ਬੜੇ ਸਾਰਿਆਂ ਨੂੰ ਜੋ ਮੈਂ ਵਿਚਾਰ ਕਰ ਰਿਹਾ ਸੀ ਉਹ ਮਾਫਕ ਨਹੀਂ ਆਈ ਹੋਏਗੀ ਤੇ ਮੈਂ ਉਹਦੀ ਮਾਫੀ ਵੀ ਮੰਗਦਾ। ਧੰਨਵਾਦ। ਨਹੀਂ ਧੰਨਵਾਦ, ਬਹੁਤ ਧੰਨਵਾਦ, ਬਹੁਤ ਸ਼ੁਕਰੀਆ। ਠੀਕ। ਪ੍ਰਿੰਸੀਪਲ ਜਸਵੀਰ ਸਿੰਘ ਕੰਧਾਰੀ ਸਾਹਿਬ, ਲੱਗਦਾ ਤੁਸੀਂ ਹੁਣ ਹੈਗੇ ਹੋ ਤੇ ਗੱਲ ਕਹਿਣੀ ਹੈ। ਹਾਂਜੀ, ਵਾਹਿਗੁਰੂ ਜੀ ਕੀ ਫਤਿਹ। ਜੀ ਜੀ, ਬਹੁਤ ਵਧੀਆ ਵਿਚਾਰ ਦਿੱਤਾ ਜੀ ਆਪ ਜੀ ਨੇ। ਤੇ ਗੁਰਬਾਣੀ ਸਾਨੂੰ ਕਲੀਅਰ ਕਰਦੀ ਹੈ ਕਿ ਔਗੁਣ ਛਾੜ ਗੁਣਾ ਕੋ ਤਾਵੋ। ਤੇ ਜਦੋਂ ਅਸੀਂ ਇਹ ਗੱਲ ਸਮਝ ਲਈ ਹੈ ਕਿ ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀਏ। ਗੁਰਬਾਣੀ ਬਣੀਏ ਦਾ ਮਤਲਬ ਇਹ ਹੈ ਕਿ ਗੁਰੂ ਜੋ ਹੁਕਮ ਦੇ ਰਿਹਾ ਉਹਨੂੰ ਆਪਣੇ ਜੀਵਨ ਚ ਅਡਾਪਟ ਕਰ ਲਓ ਤਾਂ ਮਤਲਬ ਗੁਣਾਂ ਨੂੰ ਫਿਰ ਆਪਣੇ ਆਪ ਪ੍ਰਕਾਸ਼ਮਾਨ ਜੀਵਨ ਅਡਾਪਟ ਕਰ ਲੈਂਦਾ ਬੰਦਾ, ਆਪਣੇ ਆਪ ਪੂਰਵ ਵੱਲ ਚਲਾ ਜਾਂਦਾ। ਬਹੁਤ ਵਧੀਆ ਗੱਲ ਜਿਹੜੀ ਤੁਸੀਂ ਗੱਲ ਕਹੀ ਨੇ, ਅਸੀਂ ਪ੍ਰਵਾਨ ਹੀ ਨਹੀਂ ਕਰਦੇ ਕਿ ਅਸੀਂ ਮਤਲਬ ਕੁੜਿਆਰ ਹਾਂ। ਇਹ ਸਾਨੂੰ ਜਿਹੜੀ ਹਉਮੈ ਅੰਦਰ ਵਸੀ ਹੋਈ ਹੈ ਨਾ, तो मन तो जो ਸਰੂਪ ਹੈ ਇਹ ਤਾਂ ਫਿਰ परमात्मा तो ਇਹ ਸਰੀਰ ਸਭ ਧਰਮ ਹੈ, परमात्मा ਦੇ ਅੰਦਰ ਵਸਦਾ ਹੀ ਵਸਦਾ। ਤੇ ਗੁਰਬਾਣੀ ਵਿੱਚੋਂ ਹੀ ਅਸੀਂ ਗੁਰਬਾਣੀ ਦੇ ਅਰਥ ਲੱਭਾਂਗੇ ਤੇ ਬਿਲਕੁਲ ਸਾਨੂੰ ਗੱਲ ਸਮਝ ਆ ਜਾਏਗੀ। ਜੇ ਅਸੀਂ ਬਾਹਰੋਂ ਅਰਥ ਲੱਭਣ ਦਾ ਯਤਨ ਕਰਾਂਗੇ ਫਿਰ ਗੱਲ ਨਹੀਂ ਬਣੇਗੀ। ਬਹੁਤ ਵਧੀਆ ਵਿਚਾਰ ਆਪ ਜੀ ਨੇ ਦਿੱਤਾ ਜੀ। ਥੈਂਕ ਯੂ ਵੈਰੀ ਮਚ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੀ ਕੁਝ ਦਿਨਾਂ ਤੋਂ ਆਵਾਜ਼ ਦੀ ਪ੍ਰੋਬਲਮ ਆਈ ਹੋਈ ਆ, ਇਸ ਕਰਕੇ ਮੈਂ ਘੱਟ ਕੋਸ਼ਿਸ਼ ਕਰਦਾ ਵੀ ਮੈਂ ਘੱਟ ਬੋਲਾਂ। ਬਹੁਤ ਵਧੀਆ ਪ੍ਰੋਗਰਾਮ ਆ। ਥੈਂਕਸ ਫॉर ਸ਼ੇਅਰਿੰਗ। ਠੀਕ ਹੈ ਜੀ। ਡਾਕਟਰ ਕਾਲਾ ਸਿੰਘ ਜੀ, ਤੁਸੀਂ ਹੱਥ ਖੜਾ ਕੀਤਾ ਜੀ, ਮੈਂ ਖਤਮ ਕਰਨ ਲੱਗਿਆ ਸੀ, ਗੱਲ ਕਰੋ ਜੀ। ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੀ ਥੋੜੀ ਤਬੀਅਤ ਠੀਕ ਨਹੀਂ ਹੋ ਤੇ ਮੈਂ ਬੋਲਣਾ ਨਹੀਂ ਚਾਹੁੰਦਾ। ਤੇ ਭੁਪਿੰਦਰ ਸਿੰਘ ਜੀ, ਪਹਿਲਾਂ ਤਾਂ ਥੈਂਕ ਯੂ ਵੈਰੀ ਮਚ, ਤੁਸੀਂ ਬਹੁਤ ਅੱਛਾ ਵਿਖਾਨ ਕੀਤਾ ਆ। ਤੇ ਇੱਕ ਗੱਲ ਮੈਨੂੰ ਦੁਬਾਰਾ ਮੈਨੂੰ ਮਨ ਚ ਆਈ ਜਾ ਰਹੀ ਸੀ ਜਦੋਂ ਤੁਸੀਂ ਬੋਲਦੇ ਪਏ ਸੀਗੇ ਕਿ ਰੱਬ ਦੀ ਰਜ਼ਾ ਆ ਕਿ ਰੱਬ ਦਾ ਹੁਕਮ ਹੈ। ਕਿਉਂਕਿ ਹੁਕਮ ਰਜ਼ਾਈ ਚੱਲਣਾ, ਉਹਦੇ ਹੁਕਮ ਦੀ ਰਜ਼ਾ ਦੇ ਵਿੱਚ ਮੈਂ ਜਦੋਂ ਚੱਲਦਾ ਆ ਤਾਂ ਫਿਰ ਮੈਂ ਸਚਿਆਰ ਹੁੰਦਾ ਆ। ਤੇ ਜੇ ਮੈਂ ਆਪਣੇ ਮਨ ਦੀ ਰਜ਼ਾ ਦੇ ਉੱਪਰ ਚੱਲਦਾ ਆ ਤੇ ਮੈਂ ਫਿਰ ਕੁੜਿਆਰ ਹੁੰਦਾ ਆ। ਤੇ ਰੱਬ ਦੀ ਉਹਦਾ ਹੁਕਮ ਹੈ ਕਿ ਰੱਬ ਦੀ ਰਜ਼ਾ ਆ। ਮੇਰੇ ਸਾਹਮਣੇ ਕਿ ਰੱਬ ਦਾ ਹੁਕਮ ਹੈ, ਉਹਦੀ ਰਜ਼ਾ ਦੇ ਵਿੱਚ ਚੱਲਣਾ ਆ। ਵੀਰ ਜੀ, ਰਜ਼ਾ ਹੈ ਜਿਹਨੂੰ ਅਸੀਂ ਕਹਿੰਦੇ ਆ ਟਰੁਥ ਪ੍ਰੀਵੇਲਸ, ਔਰ ਜੇ ਇਸ ਤਰ੍ਹਾਂ ਨਿਖੇੜ ਕੇ ਸਮਝਣਾ ਤਾਂ ਹੁਕਮ ਹੈ ਉਹ ਵਾਲਾ ਸੁਨੇਹਾ ਜਿਹਦੇ ਨਾਲ ਮੈਂ ਟਰੁਥ ਪ੍ਰੀਵੇਲਸ ਵਾਲੇ ਸੱਚ ਦੇ ਮਾਰਗ ਤੇ ਸੁਚੱਜੀ ਜਾਤ ਨਾਲ ਜੀ ਕੇ ਕੁੜਿਆਰ ਸਚਿਆਰ ਹੋ ਸਕਦਾ ਹਾਂ। ਇੰਜ ਅਸੀਂ ਇਸ ਨੂੰ ਨਿਖੇੜ ਕੇ ਸਮਝ ਸਕਦੇ ਹਾਂ। ਹਾਂਜੀ, ਮੈਂ ਕਿਉਂਕਿ ਤੁਸੀਂ ਵਿੱਚ ਦੁਬਾਰਾ ਬੋਲੇ ਕਿ ਰੱਬ ਦੀ ਰਜ਼ਾ। ਜਦੋਂ ਬਾਣੀ ਆਏਗੀ ਔਰ ਬਾਣੀ ਵਿੱਚ ਸਾਨੂੰ ਕਹਿਣਗੇ ਇੱਕੋ ਨਾਮ ਹੁਕਮ ਹੈ, ਇਹਦਾ ਮਤਲਬ ਹੁਕਮ ਨਾਮ ਹੈ ਤੇ ਨਾਮ ਮਤਲਬ ਉਹ ਸੁਨੇਹਾ ਜਿਹਦੇ ਨਾਲ ਕੁੜਿਆਰ ਤੋਂ ਸਚਿਆਰ ਬਣ ਕੇ ਮੈਂ ਰਜ਼ਾ ਅਨੁਸਾਰ ਜੀ ਸਕਾਂ।
ਹੁਕਮ ਰਜ਼ਾਈ ਚੱਲਣਾ, ਸੱਚ ਦੇ ਸੁਣੇ ਦੇ ਨਾਲ ਸੱਚ ਦੇ ਮਾਰਗ ਤੇ ਟੁਰ ਕੇ ਉੜਿਆਰ ਤੋਂ ਸਚਿਆਰ ਹੋ ਜਾਣਾ। ਠੀਕ ਹੈ ਜੀ? ਹਾਂਜੀ ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਠੀਕ ਹੈ ਜੀ। ਤੇ ਮੈਂ ਕਰਨ ਤੋਂ ਪਹਿਲਾਂ ਜਿਹੜੇ ਕਮੈਂਟਸ ਹੈਗੇ 2-4 ਉਹ ਪੜ੍ਹ ਕੇ ਸੁਣਾ ਦਿਆਂ। ਬਹੁਤ ਜ਼ਿਆਦਾ ਬਹੁਤ ਵਧੀਆ ਕਮੈਂਟਸ ਹੈ ਜੀ, ਸਾਰੇ ਤਾਂ ਨਹੀਂ ਪੜ੍ਹੇ ਜਾ ਸਕਦੇ, ਪਰ ਫਿਰ ਵੀ 2-4 ਹੈਗੀਆਂ। ਇੱਕ ਗੁਰਜੋਤ ਸਿੰਘ ਜੀ ਨੇ ਹੱਥ ਖੜਾ ਕੀਤਾ ਸੀ। ਹਾਂ ਗੁਰਜੋਤ ਸਿੰਘ ਜੀ, ਤੁਸੀਂ ਇੱਥੇ, ਮੈਂ ਪੜ੍ਹ ਰਿਹਾ ਸੀ ਤੁਹਾਡਾ ਮੈਸੇਜ, ਤੁਸੀਂ ਗੱਲ ਕਰ ਲਓ ਜੀ, ਅਨਮਿਊਟ ਕਰ ਲਓ ਤੇ ਗੱਲ ਕਰ ਲਓ। ਤੁਹਾਡਾ ਹੱਥ ਖੜਾ ਦੇਖਿਆ ਹੋਣਾ ਜੀ ਮੈਂ। ਹਾਂਜੀ ਵਾਹਿਗੁਰੂ ਤੇ ਅੰਕਲ। ਵਾਹਿਗੁਰੂ ਫਤਿਹ ਜੀ। ਹਾਂਜੀ ਅੰਕਲ, ਮੈਂ ਤੁਹਾਨੂੰ ਸਿਰਫ ਕੁਐਸਚਨ ਕਰਨਾ ਸੀ। ਨਾਨਕ ਆਖੇ ਰੇ ਮਨਾ, ਸੁਣੀਏ ਸਿੱਖ ਸਹੀ, ਲੇਖਾ ਰੱਬ ਮੰਗੇਸੀਆ, ਬੈਠਾ ਕੱਢ ਵਹੀ। ਬਸ ਇਹਦੇ ਸਮਝਦੇ ਸਨ ਕੀ ਕਰਨਾ ਚਾਹੁੰਦੇ ਸਨ। ਠੀਕ ਹੈ, ਸਾਡੇ ਅੰਦਰ ਸੱਚ ਦਾ ਨਿਰੰਤਰ ਲੇਖਾ ਹੋ ਰਿਹਾ ਹੈ। ਅਸੀਂ ਉਹਦੇ ਬਾਹਰੋਂ ਇਸ ਨੂੰ ਸਮਝਣਾ ਹੈ ਕਿ ਵੀ ਮੈਂ ਕਿਹੜਾ ਲੇਖਾ ਤਿਆਰ ਕਰਦਾ ਜਾ ਰਿਹਾ। ਮਨ ਐਸਾ ਲੇਖਾ ਤੂੰ ਕੀ ਪੜਿਆ, ਲੇਖਾ ਦੇਣਾ ਤੇਰੇ ਸਿਰ ਰਿਹਾ। ਤਾਂ ਉਸ ਤਰੀਕੇ ਦੇ ਨਾਲ ਅਸੀਂ ਇਹਨੂੰ ਸਮਝਾਂਗੇ ਤਾਂ ਸਾਡਾ ਉਸ ਖਿਆਲ ਵੱਲੋਂ ਧਿਆਨ ਇਸ ਪਾਸੇ ਆ ਜਾਏਗਾ ਕਿ ਮੇਰੇ ਅੱਜ ਦੇ ਲੇਖੇ ਦੀ ਗੱਲ ਚੱਲ ਰਹੀ ਹੈ ਕਿ ਉਹ ਸੋ ਕਾਰਡ ਥਿਉਰੀ ਕਿ ਮਰਨ ਤੋਂ ਬਾਅਦ ਰੱਬ ਕੋਈ ਲੇਖਾ ਲੈ ਕੇ ਵਹੀ ਕੱਢ ਕੇ ਬੈਠੇਗਾ, ਵਰਸਿਸ ਅੱਜ ਹੁਣੇ ਮਨੁ ਜੀਵਨ ਮੁਕਤ ਜੀਵਤ ਬੰਧਨ ਤੋਰੇ ਦੀ ਅਵਸਥਾ ਸਿਖਾਣੀ ਹੈ। ਤਾਂ ਉਸ ਪੱਖੋਂ ਠੀਕ ਹੈ? ਠੀਕ ਹੈ, ਥੈਂਕ ਯੂ। ਵੈਸੇ ਡਿਟੇਲ ਹੀ ਸਾਰਾ ਸ਼ਬਦ ਅਸੀਂ ਲਿਵਿੰਗ ਟ੍ਰੈਜਰ ਦੇ ਪ੍ਰੋਗਰਾਮਾਂ 'ਚ ਕੀਤਾ ਹੋਇਆ ਹੈ। ਤੁਸੀਂ ਲਿਵਿੰਗ ਟ੍ਰੈਜਰ ਤੋਂ ਇਹਨੂੰ ਸ਼ਬਦ ਦੇ ਵਿਚਾਰ ਨੂੰ ਜਿਹੜਾ ਪੂਰਾ ਪ੍ਰੋਗਰਾਮ ਹੈ ਉਹਨੂੰ ਲੈ ਸਕਦੇ ਹੋ। ਹਾਂਜੀ ਬਿਲਕੁਲ, ਥੈਂਕ ਯੂ ਅੰਕਲ। ਥੈਂਕ ਯੂ ਜੀ, ਥੈਂਕ ਯੂ ਜੀ। ਕਿਰਪਾਲ ਸਿੰਘ ਜੀ ਸਰਨਾਮ ਜੀ ਕਹਿੰਦੇ ਨੇ ਕਿ ਵੈਰੀ ਗੁੱਡ ਪ੍ਰੋਗਰਾਮ ਜੀ, ਗੁੱਡ ਜੀ, ਵੈਰੀ ਗੁੱਡ 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 ਗੁੱਡ। ਅਪਿੰਦਰ ਸਿੰਘ ਜੀ ਕਹਿ ਰਹੇ हैं वाह वाह बहुत खूब प्रोग्राम। तेजी मलक साहब कह रहे हैं कि ग्रेट सेल्फ रिफ्लेक्टिव वे टू फाइंड आउट वनस ओन GPS थ्रू गुरबानी। ਤੇ ਪ੍ਰੋਫੈਸਰ ਗੁਰਬਚਨ ਸਿੰਘ ਨੇ ਗੱਲ ਕਰ ਹੀ ਲਈ ਤੁਹਾਡੇ ਨਾਲ। ਜਤਿੰਦਰ ਸਿੰਘ ਜੀ ਕਹਿ ਰਹੇ हैं एक्सीलेंट प्रेजेंटेशन एंड इन्फॉर्मेटिव। ਗੁਰਚਰਨ ਸਿੰਘ ਜੀ ਨੇ ਫਿਰ ਤੁਹਾਡੀ ਬਹੁਤ ਖੂਬਸੂਰਤ ਪੇਸ਼ਕਾਰੀ ਦੀ ਗੱਲ ਕੀਤੀ ਹੈ। ਤੇ ਜੁਝਾਰ ਸਿੰਘ ਜੀ ਨੇ ਕਿਹਾ ਕਿ ਵੰਡਰਫੁਲ ਸੈਸ਼ਨ ਹੈ। ਤੇ ਡਾਕਟਰ ਥਿੰਜ ਕਹਿ ਰਹੇ हैं कि बहुत ਵਧੀਆ ਸੈਸ਼ਨ। ਅਮਰਜੀਤ ਨਿੱਜਰ ਜੀ ਕਹਿ ਰਹੇ हैं ਥੈਂਕ ਯੂ ਜੀ। ਸੋ ਭੁਪਿੰਦਰ ਸਿੰਘ ਜੀ, ਇਹ ਕਿਤਨੇ ਕੋ ਗੁਲਾਬ ਦੇ ਫੁੱਲ ਤੁਹਾਡੇ ਚਰਨਾਂ 'ਚ ਰੱਖੇ ਜਾਣ ਕੇ ਤੁਸੀਂ ਸਮਝ ਸਕੋ ਕਿ ਵਾਕਈ ਤੁਸੀਂ ਇੱਕ ਹੀਰੇ ਹੋ ਜੀ, ਉਹ ਵੀ ਚਮਕਦੇ ਹੋਏ ਤੇ ਲਿਸ਼ਕਦੇ ਹੋਏ। ਤੇ ਪਰਮਾਤਮਾ ਕਰੇ ਕਿ ਤੁਹਾਡੀ ਲਿਸ਼ਕ ਜਿਹੜੀ ਹੈ ਉਹ ਸਾਰੇ ਸਿੱਖ ਸੰਗਤਾਂ ਤੱਕ ਜਾ ਸਕੇ। ਇਸ ਤਰ੍ਹਾਂ ਹੀ ਵੱਧ ਫੁੱਲ ਕੇ ਤੁਸੀਂ ਗੱਲ ਕਰਦੇ ਰਹੋ ਤਾਂ ਜੋ ਲੋਕਾਂ ਨੂੰ ਗੁਰਬਾਣੀ ਦੀ ਸਮਝ ਆ ਸਕੇ। ਚਾਨਣ ਤੇ ਚਾਹੀਦਾ ਕਿਤੇ ਨਾ ਕਿਤੇ, ਲਾਈਟ ਤੇ ਫਲੈਸ਼ ਲਾਈਟ ਤੇ ਚਾਹੀਦੀ ਹੈ, ਉਹ ਤੁਸੀਂ ਫਲੈਸ਼ ਲਾਈਟ ਦਾ ਕਰੋ ਤਾਂ ਜੋ ਲੋਕ ਹਨੇਰੇ ਵਿੱਚ ਉਹਨੂੰ ਪੜ੍ਹ ਕੇ ਤੇ ਗੁਰਬਾਣੀ ਨੂੰ ਸਮਝ ਸਕਣ। ਤੇ ਇਹਦੇ ਵਾਸਤੇ ਮੈਂ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਕਰਦਾ, ਕਿਉਂਕਿ ਜੋ ਕੁਝ ਵੀ ਤੁਸੀਂ ਕਿਹਾ ਉਹ ਮੇਰੇ ਤੋਂ ਵੇ ਅਭਾਵ ਹੈ। ਫਿਰ ਵੀ ਕੋਸ਼ਿਸ਼ ਕਰਦੇ ਹਾਂ ਕਿ ਥੋੜਾ ਬਹੁਤਾ ਸਿੱਖ ਲਈਏ ਗੁਰਮੁਖਾਂ ਦੀ ਤੇ ਵਿਦਵਾਨਾਂ ਦੀ ਸੰਗਤ ਵਿੱਚ ਬੈਠ ਕੇ। ਇਹੀ ਉਹ ਸੀਗਾ ਰੀਜ਼ਨ ਇਸ ਉਪਰਾਲੇ ਦਾ। ਤੇ ਮੈਨੂੰ ਆਸ ਹੈ ਕਿ ਫਿਰ ਜਦੋਂ ਤੁਹਾਨੂੰ ਬੇਨਤੀ ਕਰਾਂਗੇ ਹੱਥ ਜੋੜ ਕੇ, ਤੁਸੀਂ ਆ ਕੇ ਇਸੇ ਤਰ੍ਹਾਂ ਫਿਰ ਸਾਨੂੰ ਨਿਹਾਲ ਕਰੋਗੇ ਤੇ ਸਾਰੀ ਸੰਗਤ ਨੂੰ ਖੁਸ਼ ਕਰੋਗੇ। ਬਹੁਤ ਜ਼ਿਆਦਾ ਵਧੀਆ ਪ੍ਰੋਗਰਾਮ ਸੀ। ਥੈਂਕ ਯੂ ਵੈਰੀ ਮਚ, ਰੀਅਲੀ ਅਮੇਜ਼ਿੰਗ। ਅੱਜ ਬੜੇ ਦਿਨਾਂ ਬਾਅਦ 90 ਤੋਂ ਉੱਪਰ ਬੰਦੇ ਇੱਥੇ ਹਾਜ਼ਰ ਸੀਗੇ। ਤੇ ਐਕਚੁਅਲੀ ਜੇ ਵਿੱਚ 15-20 ਉਹ ਪਾ ਲਓ ਜਿਹੜੇ ਕਿ ਨਾਲ ਸਪਾਊਸਿਸ ਬੈਠੇ ਹੁੰਦੇ ਆ ਜਾਂ ਬੈਠੇ ਹੁੰਦੇ ਆ, ਤੇ ਉਹ ਪਾ ਕੇ ਤੇ 120 ਦੇ ਕਰੀਬ ਹੋ ਜਾਂਦੇ ਆ। ਇਟ ਵਾਜ਼ ਅ ਵੈਰੀ amazing feat on your end, for which I really thank you. ਪਰਮਾਤਮਾ ਸੁਖ ਕਰੇ, ਤੁਹਾਡੀ ਸਿਹਤ ਠੀਕ ਰਹੇ ਤੇ ਤੁਸੀਂ ਇਸੇ ਤਰ੍ਹਾਂ ਸੰਗਤਾਂ ਨੂੰ ਨਿਹਾਲ ਕਰਦੇ ਰਹੋ। With this I take apologies, I seek apologies. ਅੱਜ ਟਾਈਮ ਬਹੁਤ ਜ਼ਿਆਦਾ ਹੋ ਗਿਆ, ਉਹਦੇ ਵਾਸਤੇ ਮੈਂ ਮਾਫੀ ਚਾਹੁੰਦਾ, ਕਿਉਂਕਿ ਹਰ ਇੱਕ ਕੁਛ ਨਾ ਕੁਛ ਕਹਿਣਾ ਚਾਹੁੰਦਾ ਹੈ। ਤੇ ਇਹ ਉਹ ਪਲੇਟਫਾਰਮ ਹੈ ਜਿੱਥੇ ਤੁਸੀਂ ਖੁੱਲ੍ਹ ਕੇ ਆਪਣੀ ਗੱਲ ਕਰ ਸਕਦੇ ਹੋ ਤੇ ਜਿਹੜਾ ਸਪੀਕਰ ਹੁੰਦਾ ਉਹਦੇ ਨਾਲ ਤੁਸੀਂ ਇੰਟਰੈਕਟ ਕਰ ਸਕਦੇ ਹੋ। ਤੇ ਮੇਰੀ ਬੇਨਤੀ ਹੈ ਕਿ ਇਦਾਂ ਹੀ ਆਪਾਂ ਜੁਆਇਨ ਕਰਦੇ ਰਹੀਏ ਕਿ ਵਿਦਿਨ ਅ ਮੰਥ ਇਟ ਵਿਲ ਬੀ ਆਲਮੋਸਟ 3 years ਫॉर ਦਿਸ ਪ੍ਰੋਗਰਾਮ, ਜਿਹੜਾ ਕਿ ਪਰਮਾਤਮਾ ਦੀ ਕਿਰਪਾ ਨਾਲ ਅਨਇੰਟਰਪਟਡ ਵਿਦਆਊਟ ਐਨੀ ਡਿਫਿਕਲਟੀ ਚੱਲ ਰਿਹਾ। ਆਓ ਜੀ ਹੁਣ ਸਾਰੇ ਇੱਕ ਦੂਜੇ ਤੋਂ ਛੁੱਟੀਆਂ ਲਈਏ। ਜਿਨ੍ਹਾਂ ਦੀ ਰਾਤ ਉਹਨਾਂ ਨੂੰ ਗੁੱਡ ਨਾਈਟ, ਜਿਨ੍ਹਾਂ ਦਾ ਦਿਨ ਉਹਨਾਂ ਨੂੰ ਗੁੱਡ ਮਾਰਨਿੰਗ। ਹੈਵ ਗੁੱਡ ਟਾਈਮ, enjoy your life and let's meet next Tuesday. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।